ਹੈਲੋ एवरीवन, ਅੱਜ ਅਸੀਂ ਪੰਜਾਬ ਗੌਰਮੈਂਟ ਸੋਸ਼ਲ ਵੈਲਫੇਅਰ ਸਕੀਮ ਦਾ ਲੈਕਚਰ ਫਸਟ ਦੇਖ ਰਹੇ ਹਾਂ। ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਕੀਮਸ ਡਿਸਕਸ ਕਰ ਚੁੱਕਾ ਸੀ। ਉਸ ਤੋਂ ਬਾਅਦ ਹੁਣ ਤੱਕ ਜੋ ਵੀ ਅਪਡੇਸ਼ਨ ਆਈ ਹੈ ਸਕੀਮਸ ਨੂੰ ਲੈ ਕੇ ਪੰਜਾਬ ਗੌਰਮੈਂਟ ਵੱਲੋਂ, ਉਹਨਾਂ ਬਾਰੇ ਮੈਂ ਡਿਸਕਸ ਕਰਨਾ ਸਟਾਰਟ ਕਰ ਰਿਹਾ। ਤਾਂ ਮਤਲਬ ਕਿ ਜਿਵੇਂ ਸਭ ਤੋਂ ਪਹਿਲੇ ਸਮਾਰਟ ਰਾਸ਼ਨ ਕਾਰਡ ਸਕੀਮ, ਜਿਵੇਂ ਕੋਵਿਡ ਦਾ ਵਕਤ ਸੀ ਉਸ ਟਾਈਮ ਇਸ ਦੀ ਬਹੁਤ ਲੋੜ ਸੀ ਤਾਂ ਇਸ ਨੂੰ ਲਾਂਚ ਕੀਤਾ ਗਿਆ। ਤਾਂ ਇਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਇਸ ਤੋਂ ਇਲਾਵਾ ਵੀ ਕੁਝ ਸਕੀਮਸ ਨੇ, ਤਾਂ ਇਹ ਟੋਟਲ ਜਿਹੜੇ ਆ 5 ਲੈਕਚਰਸ ਦੇ ਵਿੱਚ ਮੈਂ ਸਾਰੀ ਸਕੀਮ ਡਿਸਕਸ ਕਰ ਦਾਂਗਾ ਜੋ ਪੰਜਾਬ ਗੌਰਮੈਂਟ ਵੱਲੋਂ ਲਾਂਚ ਕੀਤੀਆਂ ਗਈਆਂ ਸੀ। ਡਨ। ਤਕਰੀਬਨ ਤੁਸੀਂ ਲਾ ਲਓ 2019 ਦੇ ਐਂਡ ਤੋਂ ਜਿਹੜੇ ਹੁਣ ਦੇ 2020 ਤੱਕ ਦੀਆਂ ਜਿੰਨੀਆਂ ਵੀ ਸਕੀਮ ਸੀ। ਇਸ ਤੋਂ ਪਹਿਲੇ ਜਿਹੜੇ ਮੇਰੇ ਲੈਕਚਰਸ ਸਕੀਮਸ ਆਈਆਂ ਸੀ ਉਹ ਤਾਂ ਹੋਣਗੀਆਂ ਹੀ, ਨਾਲ ਇਹ ਵੀ ਹੋਣਗੀਆਂ, ਕਿਉਂਕਿ ਕੁਝ ਸਕੀਮ ਜਿਹੜੀਆਂ ਉਹ ਇਸ ਸਾਲ ਲਾਗੂ ਕੀਤੀਆਂ ਗਈਆਂ, ਕਿਉਂਕਿ ਕਈਆਂ ਵਾਰੀ ਨਹੀਂ ਪਤਾ ਲੱਗਦਾ। ਡਨ। ਤਾਂ ਉਹ ਅਪਡੇਟਡ ਜਿਹੜੇ ਲੈਕਚਰਸ ਹੋਣਗੇ ਉਹ ਤੁਸੀਂ ਜਿਹੜੇ ਮੇਰੇ ਪੁਰਾਣੇ ਲੈਕਚਰਸ ਹੈ ਉਹਦੇ ਨਾਲ ਤੁਸੀਂ ਐਡ ਕਰ ਲੈਣਾ। ਓਕੇ। ਪਹਿਲਾਂ ਦੇਖੋ, ਸਮਾਰਟ ਰਾਸ਼ਨ ਕਾਰਡ ਸਕੀਮ ਅੰਡਰ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਨਿਊ ਸਕੀਮ ਲਾਗੂ ਕੀਤੀ ਗਈ ਪੰਜਾਬ ਗੌਰਮੈਂਟ ਵੱਲੋਂ। ਡਨ। ਇਹ ਕਦੋਂ ਲਿਆਂਦੀ ਗਈ? 12 ਸਤੰਬਰ ਨੂੰ, ਯਾਨੀ ਕਿ ਹੁਣ ਲੇਟੈਸਟ ਹੀ ਲਿਆਂਦੀ ਗਈ। ਡਨ। ਕੈਪਟਨ ਅਮਰਿੰਦਰ ਸਿੰਘ ਵੱਲੋਂ। ਓਕੇ। ਤਾਂ ਇਹ ਪੰਜਾਬ ਜਿਹੜੀ ਆਪਣੀ ਸਮਾਰਟ ਰਾਸ਼ਨ ਕਾਰਡ ਸਕੀਮ ਹੈ ਇਹ ਕਿਹਦੀ ਰਿਪਲੇਸਮੈਂਟ ਕਰ ਰਹੀ ਹੈ? ਬਲੂ ਕਾਰਡ ਦੀ। ਜਿਹੜੇ ਨੀਲੇ ਕਾਰਡ ਚੱਲੇ ਸੀ ਨਾ, ਨੀਲੇ ਕਾਰਡ ਯਾਦ ਹੋਏਗਾ ਤੁਹਾਨੂੰ, ਨੀਲੇ ਕਾਰਡ ਚੱਲੇ ਸੀ ਡਨ ਅੰਡਰ ਆਟਾ ਦਾਲ ਸਕੀਮ ਦੇ ਅੰਡਰ, ਉਸ ਨੂੰ ਰਿਪਲੇਸ ਕਰਕੇ ਨਿਊ ਸਮਾਰਟ ਰਾਸ਼ਨ ਕਾਰਡ ਸਕੀਮ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਓਕੇ। ਤਾਂ ਇਸ ਵਿੱਚ ਜੇ ਆਪਾਂ ਗੱਲ ਕਰੀਏ, ਇਸ ਨੂੰ ਨਵਾਂ ਨਾਮ ਦੇ ਦਿੱਤਾ ਗਿਆ? ਸਮਾਰਟ ਰਾਸ਼ਨ ਕਾਰਡ ਸਕੀਮ। ਇਸ ਸਕੀਮ ਨਾਲ ਆਪਾਂ 1.41 ਕਰੋੜ ਬੈਨੀਫਿਸ਼ਰੀਜ਼ ਨੂੰ ਕਵਰ ਕਰਾਂਗੇ। ਓਕੇ। ਤਾਂ ਸੀਐਮ ਨੇ ਅੱਗੋਂ ਇਹ ਵੀ ਅਨਾਊਂਸ ਕੀਤਾ ਕਿ ਜਿਹੜੀ ਇਹ ਨਿਊ ਸਟੇਟ ਫੰਡਡ ਸਕੀਮ ਹੈ ਇਹ ਸਬਸਿਡੀ ਵੀ ਦੇਗੀ ਰਾਸ਼ਨ ਟੂ 9 ਲੱਖ ਬੈਨੀਫਿਸ਼ਰੀ ਜੋ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਅੰਡਰ ਨਹੀਂ ਆ ਰਹੇ, ਉਹਨਾਂ ਲੋਕਾਂ ਨੂੰ ਵੀ ਇਸ ਵਿੱਚ ਬੈਨੀਫਿਟ ਦਿੱਤਾ ਜਾਵੇਗਾ। ਯਾਨੀ ਕਿ ਜਿਹੜੇ 9 ਲੱਖ ਲੋਕ ਸੀ ਉਹ ਇਸ ਦੇ ਅੰਡਰ ਨਹੀਂ ਆ ਰਹੇ ਸੀ, ਉਹਨਾਂ ਲੋਕਾਂ ਨੂੰ ਵੀ ਇਸ ਦਾ ਬੈਨੀਫਿਟ ਜਿਹੜਾ ਸਮਾਰਟ ਰਾਸ਼ਨ ਕਾਰਡ ਸਕੀਮ ਦਾ ਦਿੱਤਾ ਜਾਏਗਾ। ਸਮਾਰਟ ਰਾਸ਼ਨ ਕਾਰਡ ਸਕੀਮ ਵਿਲ ਬੀ ਯੂਜ਼ਡ ਫੋਰ, ਕਾਹਦੇ ਲਈ ਯੂਜ਼ ਕੀਤਾ ਜਾ ਰਿਹਾ? ਫੋਰ ਵਿਡਰੋਇੰਗ ਦੀ ਫੂਡ ਗ੍ਰੇਨਸ। ਓਕੇ। ਕਿੱਥੋਂ ਆਪਾਂ ਨਿਕਲਵਾ ਸਕਦੇ ਹਾਂ? ਫੇਅਰ ਪ੍ਰਾਈਸ ਸ਼ਾਪਸ ਤੋਂ। ਡਨ। ਕਿ ਕਿਵੇਂ ਨਿਕਲੇਗਾ? EPOS ਮਸ਼ੀਨਸ ਦੁਆਰਾ। ਜਿਵੇਂ ਸਮਾਰਟ ਰਾਸ਼ਨ ਕਾਰਡ ਤੋਂ ਹੀ ਪਤਾ ਲੱਗ ਰਿਹਾ ਕਿ ਉਹ ਮਸ਼ੀਨਸ ਹੋਣਗੀਆਂ, ਜਿਵੇਂ ਆਪਾਂ ਡੈਬਿਟ ਅਤੇ ਕ੍ਰੈਡਿਟ ਕਾਰਡ ਯੂਜ਼ ਕਰਦੇ ਹਾਂ ਉਸ ਤਰੀਕੇ ਨਾਲ ਟ੍ਰਾਂਜੈਕਸ਼ਨਸ ਹੋਣਗੀਆਂ EPOS ਮਸ਼ੀਨਸ ਦੁਆਰਾ, ਅਤੇ ਉਸ ਦੁਆਰਾ ਆਪਾਂ ਇਸ ਦੀ ਟ੍ਰਾਂਜੈਕਸ਼ਨਸ ਕਰਾਂਗੇ ਅਤੇ ਆਪਣੀ ਜਿਹੜੇ ਫੂਡ ਗ੍ਰੇਨਸ ਉਹ ਲੈ ਸਕਾਂਗੇ ਫੇਅਰ ਪ੍ਰਾਈਸ ਸ਼ਾਪਸ ਤੋਂ। ਓਕੇ। ਕੋਈ ਐਡੀਸ਼ਨਲ ਡਾਕੂਮੈਂਟ ਦੀ ਲੋੜ ਨਹੀਂ ਹੈ। ਓਕੇ। ਅਤੇ ਜਿਹੜੀ ਕੁਛ ਵੀ ਡਿਟੇਲਸ ਹੈ, ਜੋ ਵੀ ਫੈਮਿਲੀ ਦੀ ਡਿਟੇਲਸ ਹੈ, ਉਹ ਸਾਰੀ ਉਸ ਕਾਰਡ ਵਿੱਚ ਅਵੇਲੇਬਲ ਹੋਣਗੀਆਂ। ਓਕੇ। ਉਹੀ ਗੱਲ ਕਹਿ ਰਹੇ ਨੇ ਕਿ ਦ ਡਿਟੇਲਸ ਆਫ ਦੀ ਫੈਮਿਲੀ ਕੈਨ ਬੀ ਫੈਚਡ ਐਟ ਫੇਅਰ ਪ੍ਰਾਈਸ ਸ਼ਾਪਸ ਜਸਟ ਬਾਈ ਸਵਾਈਪਿੰਗ ਦੀ ਸਮਾਰਟ ਰਾਸ਼ਨ ਕਾਰਡ ਐਟ ਦੀ EPOS ਮਸ਼ੀਨਸ। ਓਕੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਬਾਇਓਮੈਟ੍ਰਿਕ ਐਥੈਂਟੀਕੇਸ਼ਨ ਆਫਟਰ ਦੀ ਕਾਰਡ ਸਵਾਈਪ ਵਿਲ ਬੀ ਰਿਕੁਆਇਰਡ ਫॉर ਫੂਡ ਗ੍ਰੇਨ ਵਿਡਰੋਲ। ਠੀਕ ਹੈ। ਬਾਇਓਮੈਟ੍ਰਿਕ ਜਿਵੇਂ ਲਾ ਲਓ ਅਸੀਂ ਹੈਂਡ ਸਕੈਨ ਲੈ ਸਕਦੇ ਹਾਂ ਆਪਾਂ। ਠੀਕ ਹੈ। ਫਿੰਗਰ ਦਾ ਸਕੈਨ ਲੈ ਸਕਦੇ ਹਾਂ, ਅੱਖਾਂ ਦਾ ਸਕੈਨ ਲਿੱਤਾ ਜਾ ਸਕਦਾ, ਕਿਸੇ ਵੀ ਤਰੀਕੇ ਨਾਲ ਐਸਾ ਸਕੈਨ ਜੋ ਉਸ ਨੂੰ ਕਨਫਰਮ ਕਰੇਗਾ ਕਿ ਜਿਹੜਾ ਸਮਾਰਟ ਰਾਸ਼ਨ ਸਕੀਮ ਦੁਆਰਾ ਕੋਈ ਬੈਨੀਫਿਸ਼ਰੀ ਹੈ ਉਸ ਨੂੰ ਮਿਲ ਰਹੀ ਹੈ, ਯਾਨੀ ਕਿ ਕੋਈ ਫਰੋਡ ਤਾਂ ਨਹੀਂ ਹੋ ਰਿਹਾ। ਇਸ ਲਈ ਬਾਇਓਮੈਟ੍ਰਿਕ ਚੀਜ਼ ਲਿਆਂਦੀ ਗਈ ਸੀ ਸਾਹਮਣੇ। ਓਕੇ। ਤਾਂ ਤੁਹਾਨੂੰ ਪਤਾ ਲੱਗ ਗਿਆ ਕਿ EPOS ਮਸ਼ੀਨਸ ਦੁਆਰਾ ਹੀ ਤੁਹਾਡਾ ਜਿਹੜੇ ਕਾਰਡ ਨੂੰ ਸਵਾਈਪ ਕੀਤਾ ਜਾਵੇਗਾ ਅਤੇ ਇੱਕ ਟ੍ਰਾਂਜੈਕਸ਼ਨ ਹੋਏਗੀ। ਉਸ ਟ੍ਰਾਂਜੈਕਸ਼ਨ 'ਚ ਰਿਕਾਰਡ ਹੋਏਗਾ ਕਿ ਤੁਹਾਨੇ ਇਸ ਮਹੀਨੇ ਵਿੱਚ ਇਸ ਡੇਟ ਨੂੰ ਤੁਹਾਨੇ ਫੂਡ ਗ੍ਰੇਨਸ ਕਢਵਾਏ ਨੇ, ਡਨ, ਯਾਨੀ ਕਿ ਉਸ ਦੁਕਾਨ ਤੋਂ ਲਿੱਤੇ ਨੇ। ਓਕੇ। ਵਨ ਆਫ ਦਾ ਮੇਜਰ ਬੈਨੀਫਿਟਸ ਕੀ ਹੈ ਆਫ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਵਿਲ ਬੀ ਡੈਟ ਦੇ ਦਿਸ ਕਾਰਡ, ਉਹ ਕਹਿੰਦੇ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਇੰਟਰਾ ਸਟੇਟ ਪੋਰਟੇਬਲ ਹੋਣਗੇ। ਇਸ ਦਾ ਮਤਲਬ ਕੀ ਹੋਇਆ ਕਿ ਸਮਾਰਟ ਰਾਸ਼ਨ ਕਾਰਡ ਹੋਲਡਰ ਜਿਹੜਾ ਹੋਏਗਾ ਵੁੱਡ ਬੀ ਏਬਲ ਟੂ ਵਿਡਰਾ ਫੂਡ ਗ੍ਰੇਨਸ ਐਨੀਵੇਅਰ ਇਨ ਦਾ ਸਟੇਟ ਤੋਂ ਕਿਸੇ ਵੀ ਡਿਸਟ੍ਰਿਕਟ ਤੋਂ ਲੈ ਸਕਦਾ, ਯਾਨੀ ਕਿ ਸਟੇਟ ਦੇ ਵਿੱਚ ਕਿਸੇ ਵੀ ਡਿਸਟ੍ਰਿਕਟ ਤੋਂ ਲੈ ਸਕਦਾ, ਭਾਵੇਂ ਪਟਿਆਲਾ ਹੈ, ਭਾਵੇਂ ਤੁਸੀਂ ਲਾ ਲਓ ਕੀ ਨਾਮ ਹੈ, ਹਰਿਆਣਾ, ਮਾਫ ਕਰਨਾ, ਹਰਿਆਣਾ ਕਹਿ ਗਿਆ, ਅੰਬਾਲਾ ਹੈ। ਠੀਕ ਹੈ। ਉਸ ਤੋਂ ਇਲਾਵਾ ਜਿੱਥੋਂ ਮਰਜ਼ੀ ਲਾ ਲਓ ਤੁਸੀਂ, ਲੁਧਿਆਣਾ। ਤਾਂ ਇਸ ਜਿਹੜਾ ਸਮਾਰਟ ਰਾਸ਼ਨ ਕਾਰਡ ਦਾ ਜਿਹੜਾ ਆਪਣਾ ਪ੍ਰੋਸੈਸ ਹੈ, ਜਿਹਦਾ ਯੂਜ਼ ਹੈ, ਉਹ ਤੁਸੀਂ ਕਿਸੇ ਵੀ ਡਿਸਟ੍ਰਿਕਟ ਤੋਂ ਕਰ ਸਕਦੇ ਹੋ। ਦੈਨ ਵਿਦਿਨ ਦਾ ਸਟੇਟ ਕਿਸੇ ਮਰਜ਼ੀ ਡਿਸਟ੍ਰਿਕਟ ਤੋਂ ਤੁਸੀਂ ਯੂਜ਼ ਕਰ ਸਕਦੇ ਹੋ। ਓਕੇ। ਬਟ ਤੁਹਾਡਾ ਪਰਮਾਨੈਂਟ ਰੈਜ਼ੀਡੈਂਟਸ ਜਿੱਥੇ ਦਾ ਹੋਏਗਾ ਉਹ ਤੁਹਾਡਾ ਇੱਕੋ ਹੀ ਰੈਜ਼ੀਡੈਂਟ ਮੰਨਿਆ ਜਾਏਗਾ, ਬਟ ਤੁਸੀਂ ਜਿਹੜਾ ਇਹਦਾ ਯੂਜ਼ ਹੈ ਉਹ ਕਿਸੇ ਵੀ ਡਿਸਟ੍ਰਿਕਟ ਦੁਆਰਾ ਯੂਜ਼ ਕਰ ਸਕਦੇ ਹੋ।
ਡਿਪਟੀ ਕਮਿਸ਼ਨਰਸ ਆਫ ਆਲ ਦ ਡਿਸਟ੍ਰਿਕਟ ਇਨ ਦਾ ਸਟੇਟ ਵੁੱਡ ਬੀ ਰਿਸਪੋਂਸੀਬਲ ਹੋਣਗੇ ਫੋਰ ਰੀਵੈਰੀਫਿਕੇਸ਼ਨ ਆਫ ਦੀ ਬੈਨੀਫਿਸ਼ਰੀ, ਯਾਨੀ ਕਿ ਉੱਥੇ ਦੇ ਜਿਹੜੇ DC ਹੋਣਗੇ ਉਹ ਸਾਰੇ ਜਿਹੜੇ ਡਿਸਟ੍ਰਿਕਟ ਦੇ ਹੋਣਗੇ ਉਹ ਵੈਰੀਫਾਈ ਕਰਨਗੇ ਕਿ ਜੋ ਬੈਨੀਫਿਸ਼ਰੀ ਹੈ ਉਹਨੂੰ ਉਹ ਮਤਲਬ ਕਿ ਜੈਨੂਅਲ ਬੈਨੀਫਿਸ਼ਰੀ ਹੈ, ਕੋਈ ਗਲਤ ਨਹੀਂ ਹੈ, ਕੋਈ ਫਰੋਡ ਨਹੀਂ ਕਰ ਰਿਹਾ। ਓਕੇ, ਕਿਉਂਕਿ ਜਦੋਂ ਤੁਹਾਨੂੰ ਇਹ ਪਤਾ ਲੱਗ ਹੀ ਗਿਆ ਕਿ ਕਿਸੇ ਵੀ ਡਿਸਟ੍ਰਿਕਟ 'ਚ ਜਾ ਕੇ ਆਪਾਂ ਆਪਣਾ ਇਹ ਸਮਾਰਟ ਰਾਸ਼ਨ ਕਾਰਡ ਦਾ ਜਿਹੜਾ ਯੂਸੇਜ ਕਰ ਸਕਦੇ ਹਾਂ, ਤਾਂ ਉਹਦੀ ਵੈਰੀਫਿਕੇਸ਼ਨ ਤਾਂ ਹੋਣੀ ਜ਼ਰੂਰੀ ਹੈ ਨਾ, ਉਹ ਡਿਪਟੀ ਕਮਿਸ਼ਨਰ ਦੁਆਰਾ ਹੋਣਗੀਆਂ। ਓਕੇ, ਤਾਂ ਪੰਜਾਬ ਗਵਰਨਮੈਂਟ ਹੈਡ ਇਨੀਸ਼ੀਏਟਿਡ ਦੀ ਪ੍ਰੋਸੈਸ ਆਫ ਮੇਕਿੰਗ ਦੀ ਸਮਾਰਟ ਰਾਸ਼ਨ ਕਾਰਡ ਵਿਦ ਦੀ ਚਿਪ ਹੋਏਗੀ ਦੈਨ ਟੂ ਡਿਸਟਰੀਬਿਊਟ ਦੀ ਸਬਸਿਡਾਈਜ਼ਡ ਰਾਸ਼ਨ ਟੂ PPL ਫੈਮਲੀਜ਼, ਜਿਹੜੇ ਬਿਲੋ ਪਾਵਰਟੀ ਲਾਈਨ ਦੀ ਜਿਹੜੀ ਫੈਮਲੀਜ਼ ਹੈ ਉਸ ਨੂੰ ਡਿਸਟਰੀਬਿਊਟ ਕੀਤੇ ਜਾ ਰਹੇ ਨੇ। ਉਹਨਾਂ ਨੇ ਪ੍ਰੋਸੈਸ ਆਲਰੇਡੀ ਸਟਾਰਟ ਕਰ ਦਿੱਤਾ ਗਿਆ ਦੈਨ। ਤਾਂ ਅੱਗੇ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਕੁਝ ਫੀਚਰਸ ਜਾਣ ਲੈਂਦੇ ਹਾਂ ਓਵਰ ਦੈਨ। ਤਾਂ ਤੁਹਾਨੂੰ ਪਹਿਲੇ ਇਹ ਪਤਾ ਹੀ ਹੈ ਕਿ 1.41 ਕਰੋੜ ਬੈਨੀਫਿਸ਼ਰੀਜ਼ ਨੂੰ ਇਸ ਦਾ ਲਾਭ ਮਿਲਣਾ ਹੀ ਮਿਲਣਾ ਹੈ। ਓਕੇ, ਐਲਡੈਸਟ ਜਿਹੜੀ ਵੂਮਨ ਹੋਏਗੀ ਉਹ ਹੈੱਡ ਆਫ ਦਾ ਫੈਮਿਲੀ ਹੋਏਗੀ ਦੈਨ। ਜਿਹੜਾ ਵੀਟ ਦਿੱਤਾ ਜਾਏਗਾ ਉਹ ਐਟ ਪ੍ਰਾਈਸ 2 ਰੁਪਏ kg ਦਿੱਤਾ ਜਾਏਗਾ, ਠੀਕ ਹੈ, ਇਸ ਕਾਰਡ ਦੇ ਅੰਡਰ। ਬਾਈ ਐਨੂਅਲ ਇੰਟਾਈਟਲਮੈਂਟ ਆਫ ਦੀ ਵੀਟ ਵਿਲ ਬੀ ਗਿਵਨ ਐਟ 1 go। ਓਕੇ, distribution will be done at the door setup of the beneficiary directly by the government Punjab food and supplies department done। ਉਸ ਤੋਂ ਬਾਅਦ ਕਹਿੰਦੇ ਬੈਨੀਫਿਸ਼ਰੀ ਗੈਟਸ ਟੂ ਕੀਪ ਦੀ ਵੀਟ ਬੈਗਸ ਲੈ ਕੇ ਆਉਣ ਨਾਲ, ਕਿਉਂਕਿ ਉਹਨਾਂ ਨੂੰ ਮਤਲਬ ਐਕਸਟਰਾ ਕੋਈ ਬੈਗ ਨਹੀਂ ਦਿੱਤਾ ਜਾਏਗਾ, ਉਹਨਾਂ ਦਾ ਆਪਣਾ ਬੈਗ ਹੀ ਹੋਣਾ ਚਾਹੀਦਾ ਜਿਸ ਵਿੱਚ ਤੁਸੀਂ ਆਪਣਾ ਵੀਟ ਪਾ ਸਕਦੇ ਹੋ। ਓਕੇ, ਬੈਨੀਫਿਸ਼ਰੀਜ਼ ਆਰ ਡੀਡੁਪਲੀਕੇਟਿਡ ਔਨ ਦਾ ਬੇਸਿਸ ਆਫ ਆਧਾਰ ਨੰਬਰ ਡਨ। ਉਸ ਤੋਂ ਬਾਅਦ ਕਹਿੰਦੇ ਬੈਨੀਫਿਸ਼ਰੀਜ਼ ਕੈਨ ਗੋ ਟੂ ਦਾ ਕਸਟਮਰ ਕੋਰਟ ਜੇ ਉਹਨਾਂ ਨਾਲ ਕੁਝ ਸਹੀ ਤਰੀਕੇ ਨਾਲ ਉਹਨਾਂ ਨੂੰ ਵੀਟ ਨਹੀਂ ਪ੍ਰੋਵਾਈਡ ਕੀਤਾ ਜਾਂਦਾ ਡਨ। ਵੀਟ ਵਿਲ ਬੀ ਡਿਲੀਵਰਡ ਇਨ 30 kg ਸਟੈਂਡਰਡ ਪੈਕੇਜਿੰਗ ਹੋਏਗੀ। ਡਿਪਾਰਟਮੈਂਟ ਆਫੀਸ਼ੀਅਲਸ ਬੈਨੀਫਿਸ਼ਰੀਜ਼ ਐਂਡ ਟਰਾਂਸਪੋਰਟਰ, ਗ੍ਰਾਮ ਪੰਚਾਇਤ, ਨਿਗਰਾਨੀ ਕਮੇਟੀ all will work in coordination, ਸਾਰੇ ਮਤਲਬ ਕੋਆਰਡੀਨੇਟ ਦੁਆਰਾ ਵਰਕ ਕਰਨਗੇ ਡਨ, ਤਾਂ ਕਿ ਪ੍ਰੋਪਰ ਡਿਸਬਰਸਮੈਂਟ ਕੀਤਾ ਜਾ ਸਕੇ ਵੀਟ ਦਾ ਡਨ। ਤਾਂ ਐਵਰੀ ਮੈਂਬਰ ਜਿਹੜਾ ਹੋਏਗਾ ਗੈਟਸ ਦੀ 5 kg ਵੀਟ ਪਰ ਮੰਥ ਦਿੱਤਾ ਜਾਵੇਗਾ। ਓਕੇ, ਹੁਣ ਉਸ ਤੋਂ ਬਾਅਦ ਆਪਾਂ ਆਪਣੀ ਸੈਕਿੰਡ ਸਕੀਮ 'ਤੇ ਆ ਜਾਂਦੇ ਹਾਂ, ਜਿਹੜੀ ਆਪਣੀ ਹੈਗੀ ਹੈ ਪੰਜਾਬ ਫ੍ਰੀ ਸਮਾਰਟਫੋਨ ਮਤਲਬ ਕਿ ਜਿਹੜੀ ਸਕੀਮ ਸੀ ਜੋ ਕਿੰਨੇ ਸਾਲਾਂ ਤੋਂ ਆਪਾਂ ਨਾ ਵੇਟ ਕਰ ਰਹੇ ਸੀ ਬੱਚੇ ਕਿ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਉਹ ਆਲਰੇਡੀ ਇਸ ਸਾਲ ਵਿੱਚ ਉਸਦਾ ਪ੍ਰੋਸੈਸ ਸਟਾਰਟ ਹੋ ਚੁੱਕਾ ਹੈ। ਫਾਈਨਲੀ ਉਹਦਾ ਪ੍ਰੋਸੈਸ ਸਟਾਰਟ ਹੋ ਚੁੱਕਿਆ। ਤਾਂ ਇਹਦੇ ਬਾਰੇ ਆਪਾਂ ਇੱਕ ਵਾਰੀ ਦੁਬਾਰਾ ਇਸ ਦੀ ਰਿਵੀਜ਼ਨ ਕਰਦੇ ਹਾਂ ਕਿ ਇੱਕ ਤਰ੍ਹਾਂ ਦੀ ਨਿਊ ਸਕੀਮ ਸੀ ਡਨ, ਨਿਊ ਸਕੀਮ ਸੀ, ਠੀਕ ਹੈ, ਜਿਸ ਵਿੱਚ ਪੰਜਾਬ ਦਾ ਇਹ ਵਾਅਦਾ ਸੀ ਕਿ 50 ਲੱਖ ਫ੍ਰੀ ਸਮਾਰਟਫੋਨ ਦਿੱਤੇ ਜਾਣਗੇ ਕਲਾਸ 11 ਮਤਲਬ ਕਿ 11 ਦੇ ਬੱਚਿਆਂ ਨੂੰ ਅਤੇ 12ਵੀਂ ਦੇ ਬੱਚਿਆਂ ਨੂੰ। ਓਕੇ, ਤਾਂ ਗੌਰਮੈਂਟ ਅੰਡਰ ਦੀ ਕੈਪਟਨ ਸਮਾਰਟ ਕਨੈਕਟ ਸਕੀਮ, ਯਾਨੀ ਕਿ ਤੁਸੀਂ ਧਿਆਨ ਨਾਲ ਪੜ੍ਹਨਾ, ਕਦੇ ਤੁਹਾਨੂੰ ਪੁੱਛ ਲਿਆ ਜਾਵੇ ਕਿ ਜਿਹੜਾ ਸਮਾਰਟਫੋਨ ਸਕੀਮ ਸੀ ਉਹਦਾ ਐਕਚੁਅਲ ਨਾਮ ਕੀ ਸੀ, ਉਹ ਸੀ ਕੈਪਟਨ ਸਮਾਰਟ ਕਨੈਕਟ ਸਕੀਮ ਡਨ। ਤਾਂ ਉਹ ਫ੍ਰੀ ਸਮਾਰਟਫੋਨ ਵੰਡੇਗੀ ਯੂਥ ਨੂੰ, ਜਿਹੜੇ ਹੋਣਗੇ 11ਵੀਂ ਦੇ ਬੱਚੇ ਹੋਣਗੇ, 12ਵੀਂ ਦੇ ਬੱਚੇ ਹੋਣਗੇ। ਇਸ ਵਿੱਚ 4G ਡਾਟਾ ਦਿੱਤਾ ਜਾਏਗਾ ਫੋਰ 1 year ਲਈ। ਤਾਂ ਫ੍ਰੀ ਸਮਾਰਟਫੋਨ ਸਕੀਮ ਇਨ ਪੰਜਾਬ ਅਨਾਊਂਸ ਕਦੋਂ ਕੀਤਾ ਗਿਆ ਸੀ? 2016 ਵਿੱਚ। ਇਲੈਕਸ਼ਨ ਮੈਨੀਫੈਸਟੋ ਵਿੱਚ ਤੁਹਾਨੂੰ ਮੈਂ ਦੱਸਿਆ ਹੀ ਸੀ, ਕੈਪਟਨ ਨੇ ਅਨਾਊਂਸ ਕੀਤਾ ਸੀ। ਉਸ ਦਾ ਹੁਣ ਜਿਹੜਾ ਪ੍ਰੋਸੈਸ ਹੈ ਹੁਣ ਸਟਾਰਟ ਹੋਣ ਜਾ ਰਿਹਾ। ਓਕੇ, ਉਸ ਤੋਂ ਬਾਅਦ ਜੇ ਆਪਾਂ ਹੁਣ ਦੀ ਗੱਲ ਕਰੀਏ, ਅਗਸਤ 2020 ਵਿੱਚ ਫਾਈਨਲੀ ਇਹਨਾਂ ਨੇ ਲਾਂਚ ਕਰਤਾ ਕਿ ਆਪਾਂ ਫ੍ਰੀ ਸਮਾਰਟਫੋਨ ਦੇਣ ਜਾ ਰਹੇ ਹਾਂ। ਓਕੇ, ਤਾਂ ਉਹ ਹੁਣ ਸਟੂਡੈਂਟਸ ਵੰਡੇ ਜਾਣਗੇ। ਕਿਵੇਂ ਵੰਡੇ ਜਾਣਗੇ ਉਹ ਆਪਾਂ ਹੁਣ ਦੇਖਦੇ ਹਾਂ। ਕਹਿੰਦੇ ਉਸ ਨੂੰ ਨੇਮ ਕੀ ਦਿੱਤਾ ਗਿਆ ਸੀ, ਤੁਹਾਨੂੰ ਮੈਂ ਦੱਸਿਆ ਸੀ ਕਿਸੇ ਸਕੀਮ ਨੂੰ, ਕੈਪਟਨ ਸਮਾਰਟ ਕਨੈਕਟ। ਯਾਦ ਰੱਖਣਾ, ਕੁਐਸਚਨ ਪੁੱਛਿਆ ਜਾ ਸਕਦਾ। ਦ ਫ੍ਰੀ ਸਮਾਰਟਫੋਨ ਸਕੀਮ ਇਨ ਪੰਜਾਬ ਇਜ਼ ਏਮਡ, ਏਮ ਕੀ ਹੈ, ਟੂ ਪ੍ਰੋਵਾਈਡਿੰਗ ਸਟੂਡੈਂਟਸ ਵਿਦ ਈਜ਼ੀ ਡਿਜੀਟਲ ਐਕਸੈਸ ਟੂ ਐਜੂਕੇਸ਼ਨ ਕੰਟੈਂਟ ਆਨਲਾਈਨ ਡਨ। ਤਾਂ ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਇਸ ਵਿੱਚ ਜਿਹੜਾ ਫਸਟ ਫੇਸ ਹੈ, ਫਸਟ ਫੇਸ 'ਚ ਇਹਨਾਂ ਨੇ ਇਹ ਕਿਹਾ ਕਿ ਜਿਹੜਾ ਇਹ ਸਕੀਮ ਜਿਹੜੀ ਲਾਂਚ ਕੀਤੀ ਹੈ, ਫਸਟ ਫੇਸ ਵਿੱਚ ਆਪਾਂ ਸਮਾਰਟਫੋਨ ਹੈਵ ਬੀਨ ਡਿਸਟਰੀਬਿਊਟਡ ਟੂ ਦਾ ਗਰਲ ਸਟੂਡੈਂਟਸ। ਸਭ ਤੋਂ ਪਹਿਲਾਂ ਨਾ ਗਰਲ ਸਟੂਡੈਂਟਸ ਨੂੰ ਦਿੱਤਾ ਜਾਵੇਗਾ। ਔਨ ਜੁਲਾਈ 2020 ਪੰਜਾਬ ਗੌਰਮੈਂਟ ਕੈਪਟਨ ਅਮਰਿੰਦਰ ਸਿੰਘ ਨੇ ਹੈਜ਼ ਡਿਸਾਈਡਡ, ਜਿਹੜੇ CM ਨੇ ਆਪਣੇ, ਕਿ ਫਸਟ ਫੇਸ ਆਫ ਫ੍ਰੀ ਸਮਾਰਟਫੋਨ ਡਿਸਟਰੀਬਿਊਸ਼ਨ ਸਕੀਮ ਸਟਾਰਟ ਕਰ ਦਿੱਤੀ ਜਾਵੇਗੀ 28 ਜੁਲਾਈ ਤੋਂ। ਅਤੇ ਇਸ ਵਿੱਚ ਘੱਟੋ ਘੱਟ 50,000 ਸਮਾਰਟਫੋਨ ਵੰਡੇ ਜਾਣਗੇ ਡਨ। ਤਾਂ ਉਹ ਕਿਵੇਂ ਵੰਡੇ ਜਾਣਗੇ ਉਹ ਆਪਾਂ ਅੱਗੇ ਦੇਖਦੇ ਹਾਂ। ਟੂ ਬੀ ਗਿਵਨ ਟੂ ਦਾ ਸਟੂਡੈਂਟਸ ਆਫ ਗੌਰਮੈਂਟ ਸਕੂਲਸ, ਗੌਰਮੈਂਟ ਸਕੂਲ ਦੇ ਬੱਚਿਆਂ ਨੂੰ ਦਿੱਤੇ ਜਾਣਗੇ ਜਿਹੜੇ 11ਵੀਂ ਅਤੇ 12ਵੀਂ 'ਚ ਪੜ੍ਹ ਰਹੇ ਨੇ ਡਨ। ਉਹਨਾਂ ਬੱਚਿਆਂ ਨੂੰ ਕੀ ਕਰਨਾ ਪਏਗਾ, ਉਹਨਾਂ ਬੱਚਿਆਂ ਨੂੰ ਆਲ ਦੇ ਸਟੂਡੈਂਟਸ ਵਿਲ ਬੀ ਰਿਕੁਆਇਰਡ ਟੂ ਸਬਮਿਟ ਅ ਸੈਲਫ ਸਰਟੀਫਿਕੇਸ਼ਨ ਫਾਰਮ ਦੇਣਾ ਪਏਗਾ। ਇਸ ਫਾਰਮ ਵਿੱਚ ਇਨਸ਼ੋਰਟੀ ਹੋਏਗੀ ਕਿ ਉਹ ਐਕਚੁਅਲੀ ਮਤਲਬ ਕਿ ਇਸ ਦਾ ਮਤਲਬ ਕਿ ਉਹ ਨਹੀਂ ਲੈ ਪਾ ਰਹੇ, ਮਤਲਬ ਕਿ ਉਹਦੇ ਬਾਰੇ ਉਹਨਾਂ ਨੂੰ ਦੱਸਣਾ ਪਏਗਾ ਕਿ ਉਹਨਾਂ ਦੀ ਫੈਮਿਲੀ ਦੀ ਜਿਹੜੀ ਇਨਕਮ ਉਹ ਇੰਨੀ ਨਹੀਂ ਹੈ, ਇਸ ਕਰਕੇ ਉਹ ਇਸ ਦਾ ਬੈਨੀਫਿਟ ਲੈਣਾ ਚਾਹੁੰਦੇ ਨੇ।
ਉਹਨਾਂ ਬਾਰੇ ਉਹਨਾਂ ਨੂੰ ਸੈਲਫ ਸਰਟੀਫਿਕੇਸ਼ਨ ਫਾਰਮ 'ਚ ਦੱਸਣਾ ਪਏਗਾ। ਠੀਕ ਹੈ, ਉਹਨਾਂ ਨੂੰ ਵਾਕਈ ਉਹਨਾਂ ਨੂੰ ਲੋੜ ਹੈ। ਠੀਕ ਹੈ, ਪੰਜਾਬ ਫ੍ਰੀ ਸਮਾਰਟਫੋਨ ਸਕੀਮ ਜਿਹੜੀ ਐਕਸਪੈਕਟਡ ਹੈ ਟੂ ਬੈਨੀਫਿਟ ਅ ਟੋਟਲ ਆਫ 1,74,015 ਜਿਹੜੇ ਬੱਚਿਆਂ ਨੂੰ ਇਸਦਾ ਬੈਨੀਫਿਟ ਮਿਲੇਗਾ। ਦੈਨ ਜੋ ਕਲਾਸ 11ਵੀਂ ਅਤੇ 12ਵੀਂ ਦੇ ਬੱਚੇ ਹੋਣਗੇ। ਦੈਨ ਜਿਸ ਵਿੱਚ ਜੇ ਆਪਾਂ ਗੱਲ ਕਰੀਏ ਫਸਟ ਫੇਜ਼ 'ਚ ਕਰੀਏ ਤਾਂ ਟੋਟਲ 1,74,000 ਬੱਚਿਆਂ ਨੂੰ ਵੰਡਿਆ ਜਾਵੇਗਾ। ਦੈਨ ਤਾਂ ਇਸਦਾ ਜਿਹੜਾ ਫਸਟ ਫੇਜ਼ ਹੈ ਉਹ ਨਵੰਬਰ 2020 ਤੱਕ, ਯਾਨੀ ਕਿ ਜਦੋਂ ਅਗਸਤ 'ਚ ਸਟਾਰਟ ਹੋਇਆ ਤਾਂ ਇਹਦਾ ਫਸਟ ਫੇਜ਼ ਨਵੰਬਰ ਤੱਕ ਕੰਪਲੀਟ ਹੋ ਜਾਣਾ ਚਾਹੀਦਾ। ਇਸ ਦੀ ਗੱਲ ਇਹਨਾਂ ਨੇ ਸਕੀਮ ਵਿੱਚ ਆਖੀ ਗਈ ਹੈ। ਉਸ ਤੋਂ ਬਾਅਦ ਕਹਿੰਦੇ ਵੇਰੀਅਸ ਮਿਨਿਸਟਰੀ ਇੰਕਲੂਡਿੰਗ MLA ਐਂਡ ਅਦਰ ਅਕਰੋਸ ਦਾ ਸਟੇਟ ਡਿਸਟਰੀਬਿਊਟ ਕਰਨਗੇ ਫ੍ਰੀ ਸਮਾਰਟਫੋਨ ਐਟ 26 ਪਲੇਸਿਸ ਅਕਰੋਸ ਦਾ ਸਟੇਟ ਟੂ ਕਿਕ ਸਟਾਰਟ ਦੀ ਸਕੀਮ। ਜਿਹੜਾ ਫਸਟ ਫੇਜ਼ ਸਟਾਰਟ ਕੀਤਾ ਗਿਆ ਉਸ ਵਿੱਚ ਜਿਹੜਾ ਕੋਆਰਡੀਨੇਸ਼ਨ ਹੈ ਜਿਨ੍ਹਾਂ ਦੁਆਰਾ ਇਹਨਾਂ ਨੇ ਡਿਸਟਰੀਬਿਊਟ ਕਰਾਉਣਾ ਉਹਨਾਂ ਵਿੱਚ MLA ਵੀ ਆਉਣਗੇ, ਬਾਕੀ ਜਿਹੜੇ ਸਟੇਟ ਮਿਨਿਸਟਰਸ ਨੇ ਦੈਨ ਉਹ ਵੀ ਇਸ ਦੇ ਵਿੱਚ ਆਪਣੀ ਸੇਵਾ ਨਿਭਾਉਣਗੇ। ਸੇਵਾ ਮਤਲਬ ਗੌਰਮੈਂਟ ਸੇਵਾ ਹੀ ਕਰਦੀ ਹੈ, ਲੋਕਾਂ ਦੀ ਸੇਵਾ ਹੀ ਕਰਦੀ ਹੈ। ਦੈਨ ਤਾਂ ਉਹ ਇਹਨਾਂ ਨੂੰ ਡਿਸਟਰੀਬਿਊਟ ਕਰਨ ਵਿੱਚ ਸਹਾਇਕ ਹੋਣਗੇ, ਹੈਲਪ ਕਰਨਗੇ ਤਾਂ ਕਿ ਬੱਚਿਆਂ ਤੱਕ ਜਿਹੜੇ ਸਮਾਰਟਫੋਨ ਹੈ ਪਹੁੰਚਾਏ ਜਾ ਸਕਣ। 26 ਅਲੱਗ ਪਲੇਸਿਸ ਹੈ ਉੱਥੇ ਇਹਨਾਂ ਦੀ ਮਤਲਬ ਕਿ ਅਲੱਗ-ਅਲੱਗ ਥਾਵਾਂ 'ਤੇ ਪਹੁੰਚਾਏ ਜਾ ਸਕਣ। ਹਰੇਕ ਜਿਹੜਾ ਮਿਨਿਸਟਰ ਹੋਏਗਾ ਉਹ ਪਰਸਨਲੀ ਕਹਿ ਰਹੇ ਨੇ, ਦੇਖੋ ਹੈਂਡਡ ਓਵਰ ਦੀ 20 ਫੋਨਸ ਈਚ ਇਨ ਵੇਰੀਅਸ ਡਿਸਟ੍ਰਿਕਟ, ਹਰੇਕ ਡਿਸਟ੍ਰਿਕਟ ਵਿੱਚੋਂ 20 ਫੋਨਸ ਡਿਸਟਰੀਬਿਊਟ ਕਰੇਗਾ। ਦੈਨ ਤਾਂ ਕਿ ਇਸ ਮਤਲਬ ਕਿ ਜੇ ਆਪਾਂ ਇੱਕ ਮਿਨਿਸਟਰ ਦੁਆਰਾ ਕਿਉਂ ਕੀਤਾ ਜਾ ਰਿਹਾ ਤਾਂ ਕਿ ਐਕਚੁਅਲ 'ਚ ਲੋਕਾਂ 'ਚ ਇਨਫੋਰਮੇਸ਼ਨ ਪਹੁੰਚ ਜਾਏ ਕਿ ਹਾਂਜੀ ਵਾਕਈ ਇਹ ਸਕੀਮ ਲਾਗੂ ਹੋਣ ਜਾ ਰਹੀ ਹੈ। ਇਸਦਾ ਮਤਲਬ ਇਹ ਨਹੀਂ ਕਿ ਮਿਨਿਸਟਰ ਹਰੇਕ ਵਾਰੀ ਇਵੇਂ ਕਰੇਗਾ। ਸ਼ੁਰੂਆਤੀ ਜਦੋਂ ਆਪਾਂ ਫਸਟ ਫੇਜ਼ ਲਾਗੂ ਕਰਨਾ ਹੁੰਦਾ ਉਸ ਵਿੱਚ ਉਸਨੂੰ ਮਤਲਬ ਮਸ਼ਹੂਰੀ ਦੇਣ ਲਈ ਜਾਂ ਉਸਨੂੰ ਐਡਵਰਟਾਈਜ਼ਮੈਂਟ ਕਰਨ ਲਈ ਕਿ ਲੋਕਾਂ ਤੱਕ ਇਹ ਗੱਲ ਪਹੁੰਚੇ, ਇਸ ਕਰਕੇ ਇਹ ਕਰਦੇ ਨੇ। ਅਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਮੋਦੀ ਆਪਣੇ ਜਿਹੜੇ PM ਹੈ ਉਹ ਹਰੇਕ ਸਕੀਮ ਵਿੱਚ ਉਹ ਲਾਂਚ ਕਿਉਂ ਕਰਦੇ ਨੇ, ਯਾਨੀ ਕਿ ਉਹਨਾਂ ਦਾ ਨਾਮ ਕਿਉਂ ਆਉਂਦਾ ਤਾਂ ਕਿ ਲੋਕਾਂ ਨੂੰ ਵਿਸ਼ਵਾਸ ਹੋ ਜਾਵੇ ਕਿ ਹਾਂਜੀ ਵਾਕਈ ਸਕੀਮ ਲਾਗੂ ਹੋ ਚੁੱਕੀ ਹੈ। ਡਨ। ਦਾ ਫ੍ਰੀ ਸਮਾਰਟਫੋਨ ਸਕੀਮ ਇਨ ਦਾ ਪੰਜਾਬ ਅਨਾਊਂਸਡ, ਇਹ ਤਾਂ ਆਪਾਂ ਪੜ੍ਹ ਲਿਆ। ਡਨ। ਉਸ ਤੋਂ ਬਾਅਦ ਆਪਾਂ ਇਹ ਦੇਖਦੇ ਹਾਂ ਕਹਿੰਦੇ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ। ਕਹਿੰਦੇ ਔਨਲਾਈਨ ਐਪਲੀਕੇਸ਼ਨ ਫॉर ਪੰਜਾਬ ਫ੍ਰੀ ਸਮਾਰਟਫੋਨ ਸਕੀਮ ਔਰ ਕੈਪਟਨ ਸਮਾਰਟ ਕਨੈਕਟ ਸਕੀਮ ਵੀ ਆਰ ਇਨਵਾਈਟਡ ਥਰੂ ਦਾ ਔਨਲਾਈਨ ਪੋਰਟਲਸ। ਡਨ। ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਕੈਪਟਨ ਸਮਾਰਟ ਕਨੈਕਟ.com ਦੁਆਰਾ ਆਪਾਂ ਨੇ 2016 ਦੁਆਰਾ ਬੁਲਾਏ ਗਏ ਸੀ। ਦੈਨ ਤੁਹਾਨੂੰ ਮੈਂ ਦੱਸਿਆ ਸੀ ਨਾ ਜਿਵੇਂ ਨੰਬਰ ਤੁਹਾਨੂੰ ਅਲੋਟ ਹੋਇਆ ਸੀ ਜਿਸ ਦੁਆਰਾ ਤੁਹਾਨੂੰ ਪਤਾ ਸੀ ਕਿ ਜੇ ਤੁਹਾਡਾ ਇਹ ਨੰਬਰ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖਣਾ ਜਿਸ ਵਕਤ ਡਿਸਟਰੀਬਿਊਟ ਕੀਤੇ ਜਾਣਗੇ ਤਾਂ ਉਸ ਵਕਤ ਦਿੱਤਾ ਜਾਵੇਗਾ। ਬਟ ਹੁਣ ਕੁਝ ਚੇਂਜਸ ਆ ਚੁੱਕੇ ਨੇ। ਉਸ ਵਕਤ ਗੱਲ ਹੋਰ ਸੀ ਕਿਉਂਕਿ ਉਸ ਵੇਲੇ ਉਹ ਮੈਨੀਫੈਸਟੋ 'ਚ ਕਿਹਾ ਗਿਆ ਸੀ। ਹੁਣ ਗੱਲ ਹੋਰ ਹੈ। ਹੁਣ ਗੱਲ ਕਿਉਂ ਹੋ ਰਿਹਾ ਕਿਉਂਕਿ ਹੁਣ ਪੋਲੀਟੀਕਲ ਸਿਸਟਮ ਹੈ, ਮਤਲਬ ਕਿ ਹੁਣ ਬਹੁਤ ਧਿਆਨ ਨਾਲ ਦੇਣੇ ਪੈਣੀਆਂ ਚੀਜ਼ਾਂ। ਉਸ ਵੇਲੇ ਇੱਕ ਨੰਬਰ ਦੇ ਦਿੱਤਾ ਗਿਆ ਤਾਂ ਉਸ ਵੇਲੇ ਤੁਹਾਨੂੰ ਪਤਾ ਹੀ ਹੈ, ਬਾਕੀ ਚੀਜ਼ ਸਮਝ ਹੀ ਸਕਦੇ ਹੋ। ਤਾਂ ਹੁਣ ਕੀ ਕਹਿ ਰਹੇ ਨੇ, ਕਹਿੰਦੇ ਹੁਣ ਇਹ ਡਿਸਟਰੀਬਿਊਟ ਕਿਸ ਤਰ੍ਹਾਂ ਕਰ ਰਹੇ ਨੇ ਕਿ ਸਾਰੇ ਸਟੂਡੈਂਟਸ ਨੂੰ ਦੇ ਰਹੇ ਨੇ। ਦੈਨ ਕਲਾਸ 12 ਦੇ ਸਾਰੇ ਸਟੂਡੈਂਟਸ ਨੂੰ ਦੇ ਰਹੇ ਜੋ ਗੌਰਮੈਂਟ ਸਕੂਲ 'ਚ ਸਟੱਡੀ ਕਰ ਰਹੇ ਨੇ। ਹੁਣ ਉਹਨਾਂ ਬੱਚਿਆਂ ਨੂੰ ਹੀ ਮਿਲਣਗੇ ਤਾਂ ਇਹਨਾਂ ਬੱਚਿਆਂ ਨੂੰ ਕੋਈ ਅਪਲਾਈ ਕਰਨ ਦੀ ਲੋੜ ਨਹੀਂ, ਨਾ ਤਾਂ ਔਨਲਾਈਨ ਨਾ ਤਾਂ ਆਫਲਾਈਨ। ਡਨ। ਓਕੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਹੜਾ ਸਕੂਲ ਦਾ ਐਡਮਿਸ਼ਨ ਹੋਏਗਾ ਜਾਂ ਬੋਰਡ ਹੋਏਗਾ ਉਹ ਸਾਰੀ ਲਿਸਟ ਪ੍ਰੋਵਾਈਡ ਕਰੇਗਾ ਐਲੀਜੀਬਲ ਸਟੂਡੈਂਟਸ ਦੀ ਟੂ ਕੰਸਰਨ ਡਿਪਾਰਟਮੈਂਟ ਵਿਲ ਪ੍ਰਕਿਓਰ ਦੀ ਸਮਾਰਟਫੋਨਸ ਫਰੋਮ ਦੀ ਕੰਪਨੀ ਵਿਚ ਵਿਲ ਲੇਟਰ ਡਿਸਟਰੀਬਿਊਟਡ ਟੂ ਦਾ ਸਟੂਡੈਂਟ। ਯਾਨੀ ਕਿ ਜਿਹੜਾ ਸਕੂਲ ਐਡਮਿਸ਼ਨ ਹੁੰਦਾ ਜਾਂ ਬੋਰਡ ਹੁੰਦਾ ਉਹ ਹੀ ਸਾਰੀ ਲਿਸਟ ਪ੍ਰੋਵਾਈਡ ਕਰੇਗਾ। ਪਹਿਲੇ ਗੱਲ ਹੋਰ ਸੀ, ਹੁਣ ਸਕੂਲ ਐਡਮਿਸ਼ਨ ਦਾ ਹਿਸਾਬ ਆ ਗਿਆ ਕਿਉਂਕਿ ਮਿਲਣਾ ਤਾਂ ਬੱਚਿਆਂ ਨੂੰ ਹੀ ਹੈ, ਕਲਾਸ 11ਵੀਂ 12ਵੀਂ ਦੇ ਬੱਚਿਆਂ ਨੂੰ ਹੀ ਮਿਲਣਾ। ਡਨ। ਤਾਂ ਉਸ ਤੋਂ ਬਾਅਦ ਕਹਿੰਦੇ ਫਿਲਹਾਲ ਤਾਂ ਆਪਾਂ ਨੂੰ 12ਵੀਂ ਦੇ ਹੀ ਦੇਖਣ ਨੂੰ ਮਿਲ ਰਿਹਾ, 11ਵੀਂ ਦੀ ਵੀ ਗੱਲ ਹੋਈ ਹੈ ਬਟ ਫਸਟ ਫੇਜ਼ ਵਿੱਚ ਆਪਾਂ ਸਿਰਫ 12ਵੀਂ ਦੇ ਬੱਚਿਆਂ ਨੂੰ ਹੀ ਦੇਣਾ। ਓਕੇ। ਤਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੱਗੇ ਆਪਾਂ ਜਾਂਦੇ ਹਾਂ। ਦੇਖੋ ਕਹਿੰਦੇ ਜੇ ਆਪਾਂ ਬੈਨੀਫਿਸ਼ਰੀ ਲਿਸਟ ਦੀ ਗੱਲ ਕਰੀਏ ਕਹਿੰਦੇ ਸਟੂਡੈਂਟਸ ਆਫ ਕਲਾਸ 12 ਜੋ ਸਟੱਡੀ ਕਰ ਰਹੇ ਨੇ ਗੌਰਮੈਂਟ ਸਕੂਲਸ ਉਹ ਬੈਨੀਫਿਸ਼ਰੀ ਨੇ, ਯਾਨੀ ਕਿ ਉਹਨਾਂ ਨੂੰ ਇਹ ਮਿਲਣਗੇ। ਦੈਨ ਤਾਂ ਸਬਜੈਕਟ ਟੂ ਅਦਰ ਐਲੀਜੀਬਿਲਿਟੀ ਕ੍ਰਾਈਟੇਰੀਆ ਦ ਲਿਸਟ ਆਫ ਬੈਨੀਫਿਸ਼ਰੀਜ਼ ਆਫ ਪੰਜਾਬ ਫ੍ਰੀ ਸਮਾਰਟਫੋਨ ਸਕੀਮ ਇਜ਼ ਨੋਟ ਅਵੇਲੇਬਲ ਆਨਲਾਈਨ। ਉਹਨਾਂ ਨੇ ਸਾਫ਼ ਕਹਿ ਦਿੱਤਾ ਸਟੂਡੈਂਟ ਅਪਰੋਚ ਕਰੇਗਾ ਸਕੂਲ ਐਡਮਿਸ਼ਨ ਕੋਲ ਅਤੇ ਆਪਣਾ ਨਾਮ ਲਿਖਵਾਏਗਾ ਅਤੇ ਜਦੋਂ ਆਪਣਾ ਨਾਮ ਲਿਖਵਾਏਗਾ ਆਪਣਾ ਸੈਲਫ ਸਰਟੀਫਿਕੇਸ਼ਨ ਫਾਰਮ ਦੇਗਾ ਉਸ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਕਿ ਉਸ ਦਾ ਨਾਮ ਉਸ ਵਿੱਚ ਰੱਖਿਆ ਜਾਵੇ ਜਾਂ ਨਾ ਰੱਖਿਆ ਜਾਵੇ। ਓਕੇ। ਤਾਂ ਕੁਝ ਇਨਫੋਰਮੇਸ਼ਨ ਉਹਨਾਂ ਨੂੰ ਦੇਣੀ ਜ਼ਰੂਰੀ ਹੈ ਕਿ ਮਤਲਬ ਜਿਹੜੇ ਪੰਜਾਬ ਦੇ ਰੈਜ਼ੀਡੈਂਟਸ ਹੈ ਤਾਂ ਉਹਨਾਂ ਨੂੰ ਆਪਣਾ ਇੱਕ ਪ੍ਰੂਫ ਦੇਣਾ ਪਏਗਾ ਕਿ ਉਹ ਵਾਕਈ ਪੰਜਾਬ ਦੇ ਰੈਜ਼ੀਡੈਂਟ ਹੈ। ਦੈਨ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਏਜ ਹੈ 18 ਤੋਂ 35 ਸਾਲ ਦੀ ਉਮਰ 'ਚ ਹੋਣੀ ਚਾਹੀਦੀ ਹੈ, ਕਲਾਸ 10th ਪਾਸ ਕੀਤੀ ਹੋਣੀ ਚਾਹੀਦੀ ਹੈ। ਦੈਨ ਉਹਨਾਂ ਦੀ ਜਿਹੜੀ ਇਨਕਮ ਹੈ 6 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਓਕੇ। ਤਾਂ ਉਹਦੇ ਕੁਝ ਹੋਰ ਕੀ ਫੀਚਰਸ ਆ ਉਹ ਵੀ ਜਾਣ ਲੈਂਦੇ ਆਪਾਂ ਕਿ ਜਿਹੜਾ ਇਹ ਸਕੀਮ ਦਿੱਤੀ ਜਾ ਰਹੀ ਉਹਦੇ ਕੁਝ ਫੀਚਰਸ ਨੇ। ਫ੍ਰੀ ਸਮਾਰਟਫੋਨ ਐਂਡ ਮੈਨੂਫੈਕਚਰਿੰਗ ਬਾਈ ਇੰਡੀਆ ਕੰਪਨੀ ਕਰ ਰਹੀ ਹੈ। ਕਿਹੜੀ ਕੰਪਨੀ ਕਰ ਰਹੀ ਹੈ? ਲਾਵਾ ਕੰਪਨੀ
ਮੋਬਾਈਲ ਫੋਨਸ ਦੇ ਰਹੀ ਹੈ, ਜਿਸ ਵਿੱਚ 12 GB ਡਾਟਾ ਹੋਏਗਾ। ਡਨ ਫੋਰ ਇੱਕ ਸਾਲ ਲਈ ਹੋਏਗਾ। ਡਨ ਜਿਸ ਵਿੱਚ ਸਟੱਡੀ ਕੰਟੈਂਟ ਦਾ ਅਸੈਸ ਦਿੱਤਾ ਜਾਵੇਗਾ। ਓਕੇ, ਜਿਸ ਵਿੱਚ 600 ਮਿੰਟਸ ਮਿਲਣਗੇ ਲੋਕਲ ਆਊਟਗੋਇੰਗ ਕੋਲਸ ਲਈ ਪਰ ਮੰਥ, ਅਤੇ 4G ਦਾ ਸਿਸਟਮ ਹੋਏਗਾ ਉਸ ਵਿੱਚ। ਓਕੇ, ਅਤੇ ਉਸ ਤੋਂ ਬਾਅਦ ਕਹਿੰਦੇ ਇੱਕ ਡੀਸੈਂਟ ਸਾਈਜ਼ ਟੱਚ ਸਕਰੀਨ ਹੋਏਗੀ ਜਿਸ ਵਿੱਚ HD ਰੈਜ਼ੋਲੂਸ਼ਨ ਹੋਏਗਾ। ਡਨ ਜਿਸ ਵਿੱਚ ਐਜੂਕੇਸ਼ਨ ਐਪਸ ਵੀ ਤੁਹਾਨੂੰ ਮਿਲਣਗੀਆਂ। ਇਹ ਇਸ ਸਕੀਮ 'ਚ ਦੱਸਿਆ ਗਿਆ ਹੈ। ਫਿਲਹਾਲ ਜਿਹੜੀ ਆਪਾਂ ਨੂੰ ਕਰੰਟ ਅਪਡੇਟ ਮਿਲੀ ਹੈ ਉਹ ਇਸ ਵਿੱਚ ਇਹ ਮਿਲੀ ਹੈ। ਡਨ ਹੁਣ ਆਪਣੀ ਆ ਜਾਓ ਅਗਲੀ ਜਿਹੜੀ ਆਪਾਂ ਨੂੰ ਲਾਂਚ ਕੀਤਾ ਗਿਆ ਇਸੀ ਸਾਲ, ਪੰਜਾਬ M ਸੇਵਾ ਮੋਬਾਈਲ ਐਪ। ਇਹ ਵੀ ਲਾਂਚ ਕੀਤੀ ਗਈ। ਇੱਕ ਤਰ੍ਹਾਂ ਦੀ ਤੁਹਾਨੂੰ ਸਾਫ਼ ਸਮਝ ਆ ਰਿਹਾ ਕਿ ਐਪ ਹੈ, ਯਾਨੀ ਕਿ ਇੱਕ ਐਂਡਰੋਇਡ ਐਪ ਹੈ। ਤਾਂ ਇਸ ਦੇ ਬਾਰੇ ਜਾਣਕਾਰੀ ਲੈ ਲੈਂਦੇ ਹਾਂ ਕਿ M ਸੇਵਾ ਐਪ ਕੀ ਹੈ ਪੰਜਾਬ ਦੀ। ਓਕੇ, ਆਲ ਦੀ ਐਂਡਰੋਇਡ ਫੋਨ ਯੂਜ਼ਰ ਡਾਊਨਲੋਡ ਕਰਨ। ਡਨ ਤੋਂ ਇਹ ਸਾਨੂੰ ਆਈਫੋਨ ਦੇ ਜਿਹੜੇ iOS ਯੂਜ਼ਰਸ ਹੈ ਉਹਨਾਂ ਨੂੰ ਵੀ ਮਿਲ ਸਕਦੀ ਹੈ, ਅਤੇ ਜਿਹੜੇ ਐਂਡਰੋਇਡ ਯੂਜ਼ਰਸ ਹੈ ਉਹਨਾਂ ਨੂੰ ਮਿਲ ਸਕਦੀ ਹੈ। ਇਹ ਉਹਨਾਂ ਦਾ ਲਿੰਕ ਪ੍ਰੋਵਾਈਡ ਕੀਤਾ ਹੋਇਆ। ਡਨ ਤਾਂ ਇਸ ਵਿੱਚ ਜਿਹੜਾ ਆਪਣਾ ਗੱਲ ਹੈ, ਇਸ ਵਿੱਚ ਜਿਹੜੀਆਂ ਸਰਵਿਸਿਜ਼ ਦਿੱਤੀਆਂ ਜਾਣਗੀਆਂ, ਹੈਲਥ ਸਰਵਿਸਿਜ਼ ਦਿੱਤੀ ਜਾਣਗੀਆਂ। ਠੀਕ ਹੈ, ਜਿਵੇਂ ਹੈਲਥ ਐਂਡ ਫੈਮਿਲੀ ਸਰਵਿਸਿਜ਼ ਦਿੱਤੀਆਂ ਜਾਣਗੀਆਂ, ਜਿਸ ਵਿੱਚ ਆਪਣੀ ਤੁਸੀਂ ਐਲੀਜੀਬਿਲਟੀ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਸਰਬਤ ਸਿਹਤ ਬੀਮਾ ਯੋਜਨਾ ਮਿਲੇਗੀ ਜਾਂ ਨਹੀਂ ਮਿਲੇਗੀ। ਓਕੇ, ਉਸ ਤੋਂ ਬਾਅਦ ਤੁਸੀਂ ਕੁਝ ਹੋਰ ਐਮਰਜੈਂਸੀ ਆਨਲਾਈਨ ਕੁਝ ਜਾਣਨਾ ਚਾਹੁੰਦੇ ਹੋ ਉਹ ਵੀ ਮਿਲ ਸਕਦਾ ਤੁਹਾਨੂੰ। ਡਨ ਤੁਹਾਨੂੰ ਤੁਸੀਂ ਐਡੋਲੈਸੈਂਟ ਐਂਡ ਅਦਰ ਹੈਲਥ ਇਸ਼ੂ ਵੀਡੀਓਜ਼ ਜਾਣਨਾ ਚਾਹੁੰਦੇ ਹੋ ਉਹ ਵੀ ਮਿਲ ਸਕਦੀ ਹੈ ਤੁਹਾਨੂੰ। ਡਨ ਤੁਹਾਨੂੰ ਇਸ ਵਿੱਚ ਇਹ ਵੀ ਪਤਾ ਲੱਗ ਸਕਦਾ ਕਿ ਜਿਹੜੀ ਇਹ ਯੋਜਨਾ ਹੈ ਸਰਬਤ ਸਿਹਤ ਬੀਮਾ ਯੋਜਨਾ, ਉਸ ਦੇ ਅੰਡਰ ਕਿਹੜੇ ਕਿਹੜੇ ਹੌਸਪੀਟਲਸ ਆ ਸਕਦੇ ਉਹਨਾਂ ਬਾਰੇ ਜਾਣਕਾਰੀ ਮਿਲੇਗੀ। ਠੀਕ ਹੈ, ਇਹ ਤਾਂ ਮਿਲੇਗੀ ਤੁਹਾਨੂੰ ਹੈਲਥ ਬਾਰੇ ਜਾਣਕਾਰੀ। ਉਸ ਤੋਂ ਬਾਅਦ ਰੈਵਨਿਊ 'ਚ ਕੀ ਜਾਣਕਾਰੀ ਮਿਲ ਸਕਦੀ ਹੈ। ਬੋਰਡਰ ਏਰੀਆ ਸਰਟੀਫਿਕੇਟ ਲੈ ਸਕਦੇ ਹੋ ਤੁਸੀਂ, ਬੈਕਵਰਡ ਏਰੀਆ ਸਰਟੀਫਿਕੇਟ ਤੁਸੀਂ ਦੀ ਸੇਵਾ ਲੈ ਸਕਦੇ ਹੋ, ਉਹਦੀ ਸਰਵਿਸ ਯੂਜ਼ ਕਰ ਸਕਦੇ ਹੋ। ਡਨ ਕੈਂਡੀ ਏਰੀਆ ਸਰਟੀਫਿਕੇਟ ਲੈ ਸਕਦੇ ਹੋ, ਪੈਟ ਏਰੀਆ ਸਰਟੀਫਿਕੇਟ ਲੈ ਸਕਦੇ ਹੋ। ਓਕੇ, ਇਸ ਤਰ੍ਹਾਂ ਦੇ ਕੁਝ ਜਿਹੜੇ ਆਪਾਂ ਨੂੰ ਮਤਲਬ ਕਿ ਸਰਵਿਸ ਦਿੱਤੀਆਂ ਜਾ ਰਹੀਆਂ ਨੇ ਇਸ ਐਪ ਵਿੱਚ। ਓਕੇ, ਸਕੂਲ ਐਜੂਕੇਸ਼ਨ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਈ ਕੰਟੈਂਟ ਤੁਹਾਨੂੰ ਇਲੈਕਟ੍ਰੋਨਿਕ ਮਤਲਬ ਕਿ ਮਾਫ ਕਰਨਾ ਕਿ ਤੁਹਾਨੂੰ ਔਨਲਾਈਨ ਕੰਟੈਂਟ ਮਿਲ ਸਕਦਾ। ਕੁਝ ਜਿਹੜੇ ਰਿਜ਼ਲਟਸ ਹੈ PSCB ਦੇ ਉਹ ਵੀ ਤੁਹਾਨੂੰ ਉਰੇ ਦੇਖਣ ਨੂੰ ਮਿਲਣਗੇ। ਉਸ ਤੋਂ ਬਾਅਦ ਜੇ ਆਪਾਂ ਸੋਸ਼ਲ ਜਸਟਿਸ ਐਂਡ ਇੰਪਾਵਰਡ ਮਾਈਨੋਰਿਟੀ ਦੀ ਗੱਲ ਕਰੀਏ ਤਾਂ ਤੁਹਾਨੂੰ ਉਰੇ ਇੰਸ਼ੋਰੈਂਸ ਦੇਖਣ ਨੂੰ ਮਿਲੇਗੀ। ਡਨ ਮਾਫ ਕਰਨਾ, ਇੰਸ਼ੋਰੈਂਸ ਕਿਹਾ ਗਿਆ, ਉਰੇ ਇੰਸ਼ੋਰੈਂਸ ਨਹੀਂ ਦੇਖਣ ਨੂੰ ਮਿਲੇਗੀ ਤੁਹਾਨੂੰ। ਉਰੇ ਸਾਨੂੰ ਜਨਰਲ ਕਾਸਟ ਸਰਟੀਫਿਕੇਟ ਬਾਰੇ ਗੱਲ ਕੀਤੀ ਹੋਈ ਹੈ ਕਿ ਉਰੇ ਤੁਸੀਂ ਜਨਰਲ ਕਾਸਟ ਸਰਟੀਫਿਕੇਟ ਬਣਵਾ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਇੰਪਲੋਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਦੀ ਗੱਲ ਕਰੀਏ, ਇਸ ਵਿੱਚ ਕਾਫੀ ਕੁਝ ਦਿੱਤਾ ਹੋਇਆ। ਦੈਨ ਹੈਲਪ ਨੋਟ ਦੀ ਗੱਲ ਕੀਤੀ ਹੋਈ ਹੈ, ਕੋਈ ਵੀ ਕੰਪਲੇਂਟ ਸਟੇਟਸ ਉਸ ਬਾਰੇ ਤੁਸੀਂ ਜਾਣ ਸਕਦੇ ਹੋ, ਪਾਸਪੋਰਟ ਸਟੇਟਸ ਬਾਰੇ ਜਾਣ ਸਕਦੇ ਹੋ, ਕਰੈਕਟਰ ਵੈਰੀਫਿਕੇਸ਼ਨ ਕਰਵਾ ਸਕਦੇ ਹੋ। ਦੈਨ ਕੋਈ ਜਿਹੜਾ ਤੁਸੀਂ ਕੋਈ ਪ੍ਰੋਸੈਸ ਵਿੱਚੋਂ ਲੰਘਦੇ ਹੋ, ਤੁਸੀਂ ਕੋਈ ਮਿਲਟਰੀ ਵੈਰੀਫਿਕੇਸ਼ਨ ਕਰਵਾ ਸਕਦੇ ਹੋ, ਇੰਪਲੋਏ ਦਾ ਵੈਰੀਫਿਕੇਸ਼ਨ ਹੋ ਸਕਦਾ, ਸਿਵਲ ਵੈਰੀਫਿਕੇਸ਼ਨ ਹੋ ਸਕਦਾ। ਦੈਨ ਇਹ ਸਾਰੇ ਪੰਜਾਬ ਵਿੱਚ ਆ ਜਾਂਦੇ ਆ। ਓਕੇ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੰਜਾਬ ਸਟੇਟ ਐਗਰੀਕਲਚਰ ਮਾਰਕੀਟਿੰਗ ਜਿਹੜੀ ਬੋਰਡ ਦੀ ਗੱਲ ਕਰੀਏ ਤਾਂ ਤੁਸੀਂ ਆਪਣੀ ਮੰਡੀ ਦਾ ਰੇਟ ਜਾਣ ਸਕਦੇ ਹੋ। ਡਨ ਪਲੈਨਿੰਗ ਐਂਡ ਡਿਵੈਲਪਮੈਂਟ ਅਥਾਰਟੀ ਦੀ ਗੱਲ ਕਰੀਏ ਤਾਂ ਤੁਸੀਂ ਆਪਣੀ ਪ੍ਰੋਪਰਟੀ ਬਾਰੇ ਜਾਣ ਸਕਦੇ ਹੋ। ਇਹ ਸਾਰੀ ਸੇਵਾ ਸਾਨੂੰ ਉਸ M-ਸੇਵਾ ਐਪ ਵਿੱਚ ਮਿਲ ਰਹੀ ਹੈ, ਉਸ ਵਿੱਚ ਇਹ ਸਾਰੀ ਸਰਵਿਸਿਜ਼ ਮਿਲ ਰਹੀਆਂ। ਓਕੇ, ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਗਲੀ ਜਿਹੜੀ ਆਪਣੀ ਸਕੀਮ ਹੈ ਉਹ ਹੈਗੀ ਪੰਜਾਬ ਆਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ। ਇਹ ਜਿਹੜੀ ਸਕੀਮ ਹੈ ਇਸ ਬੀਇੰਗ ਲਾਂਚ ਕਿਸ ਦੇ ਅੰਡਰ ਕੀਤੀ ਗਈ, ਨੈਸ਼ਨਲ ਰੂਰਲ ਲਿਵਲੀਹੁੱਡ ਮਿਸ਼ਨ ਦੇ ਅੰਡਰ ਲਾਂਚ ਕੀਤੀ ਗਈ। ਇਸ ਵਿੱਚ ਆਪਾਂ ਨੇ ਬੈਨੀਫਿਟ ਦੇਣਾ 123 ਸੈਲਫ ਹੈਲਪ ਗਰੁੱਪਸ ਫੈਮਲੀਜ਼ ਨੂੰ। ਡਨ ਤਾਂ ਇਹਨਾਂ ਲੋਕਾਂ ਨੂੰ ਬੈਨੀਫਿਟ ਦੇਣ ਲਈ ਇਹ ਸਕੀਮ ਲਾਗੂ ਕੀਤੀ ਗਈ। ਦ ਕਮਿਊਨਿਟੀ ਇਨਵੈਸਟਮੈਂਟ ਫੰਡ ਪ੍ਰੋਵਾਈਡਡ ਟੂ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਅੰਡਰ ਦੀ ਡੇ NRLM will be utilized in order to support the self-help groups members in the livelihood initiative. Self-help group beneficiary will be provided an interest-free loan provide ਕੀਤਾ ਜਾਏਗਾ then by the CBO up to the 6.5 ਲੱਖ for the purchase of vehicle। ਯਾਨੀ ਕਿ ਜਦੋਂ ਵੀ ਕੋਈ ਵਾਹੀਕਲ ਪਰਚੇਸ ਕਰਨਗੇ ਤਾਂ ਸੈਲਫ ਹੈਲਪ ਗਰੁੱਪਸ ਨੂੰ 6.5 ਲੱਖ ਦਾ ਲੋਨ ਦਿੱਤਾ ਜਾਏਗਾ, ਅਤੇ ਜਿਹੜਾ ਉਹ ਲੋਨ ਹੋਏਗਾ ਉਹ ਮਤਲਬ ਇੰਟਰਸਟ ਫ੍ਰੀ ਹੋਏਗਾ। ਡਨ ਅਤੇ ਆਪਣੇ ਪੰਜਾਬ ਦੁਆਰਾ ਜਿਹੜੀ ਸਕੀਮ ਲਾਂਚ ਕੀਤੀ ਉਸ ਵਿੱਚ ਇਹਨਾਂ ਨੇ 123 ਸੈਲਫ ਹੈਲਪ ਗਰੁੱਪ ਫੈਮਲੀਜ਼ ਨੂੰ ਇਹ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਜਿਹੜੀ ਸਕੀਮ ਹੈ ਉਹ ਨੈਸ਼ਨਲ ਰੂਰਲ ਲਿਵਲੀਹੁੱਡ ਮਿਸ਼ਨ ਅੰਡਰ ਲਾਂਚ ਕੀਤੀ ਗਈ। ਡਨ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅਲਟਰਨੇਟਿਵਲੀ ਇਟ ਇਜ਼ ਆਲਸੋ ਪ੍ਰਪੋਜ਼ਡ ਡੈਟ CBO। ਡਨ ਆਪਾਂ ਗੱਲ ਕਰੀਏ CBO ਦਾ ਕੀ ਮਤਲਬ ਹੋ ਗਿਆ, ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ। ਡਨ CBO ਮਤਲਬ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ will own the vehicle at least it is also proposed that CBO will own the vehicle। then ਜਿਹੜਾ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਹੋਏਗਾ ਉਹ
ਵਾਹੀਕਲ ਲੈ ਸਕਦਾ ਹੈ ਅਤੇ ਲੀਜ਼ 'ਤੇ ਦੇ ਸਕਦਾ ਕਿਸੇ ਸੈਲਫ ਹੈਲਪ ਗਰੁੱਪ ਮੈਂਬਰ ਨੂੰ, ਤਾਂ ਕਿ ਉਸ ਮਤਲਬ ਕਿ ਜਿਹੜਾ ਵਾਹੀਕਲ ਉਸ ਨੂੰ ਆਪਰੇਟ ਕਰ ਸਕਣ ਅਤੇ ਉਹ ਜਿਹੜਾ ਲੀਜ਼ ਰੈਂਟਲ ਹੈ ਉਹ CBO ਨੂੰ ਪੇ ਕਰ ਸਕਣ। ਸਪੋਜ਼ ਕਰੋ ਸੈਲਫ ਹੈਲਪ ਗਰੁੱਪ ਫੈਮਲੀਜ਼ ਹੈ 123 ਫੈਮਲੀਜ਼ ਹੈ ਦੈਨ ਇਹ ਜਿਵੇਂ ਉਹਨਾਂ ਨੂੰ 6.5 ਲੱਖ ਦਾ ਲੋਨ ਮਿਲ ਰਿਹਾ, ਉਹ ਸ਼ਾਇਦ ਉਹ ਨਾ ਲੈ ਪਾਉਣ, ਉਹ ਕੀ ਕਰ ਸਕਦੇ ਨੇ, ਇੱਕ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਹੋਏਗੀ, ਉਹਨਾਂ ਨੂੰ ਲੋਨ ਮਿਲੇਗਾ, ਉਹ ਲੋਨ ਦੇ ਜਿਹੜਾ ਮਿਲਿਆ ਹੋਏਗਾ ਲੋਨ ਹੋਏਗਾ ਤਾਂ ਉਸ ਦੁਆਰਾ ਉਹ ਇੱਕ ਵਾਹੀਕਲ ਲੈਣਗੇ, ਮੈਨੂੰ 1 ਜਾਂ 2 3 ਜਿੰਨੇ ਵੀ ਵਾਹੀਕਲ ਲੈਣੇ ਦੈਨ ਤਾਂ ਉਹ ਵਾਹੀਕਲ ਲੈ ਕੇ ਅੱਗੇ ਇਹ ਸੈਲਫ ਹੈਲਪ ਗਰੁੱਪਸ ਨੂੰ ਲੀਜ਼ 'ਤੇ ਦੇ ਸਕਦੇ, ਯਾਨੀ ਕਿ ਰੈਂਟ 'ਤੇ ਦੇ ਸਕਦੇ ਆ, ਤਾਂ ਉਹ ਆਪਣਾ ਰੈਂਟ ਭਰ ਕੇ ਆਪਣਾ ਗੁਜ਼ਾਰਾ ਕਰ ਸਕਦੇ ਆ, ਤੁਸੀਂ ਉਹਨਾਂ ਵਾਹੀਕਲ ਦਾ ਯੂਜ਼ ਕਰ ਸਕਦੇ ਆ ਦੈਨ ਜਿਵੇਂ ਅੱਜ ਕੱਲ੍ਹ ਤੁਹਾਨੂੰ ਰਿਕਸ਼ਾ ਦੇਖਣ ਨੂੰ ਮਿਲਦਾ। ਓਕੇ, ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਅਲਟਰਨੇਟਿਵ ਇਟਸ ਆਲਸੋ ਪ੍ਰਪੋਜ਼ ਦੈਟ, ਅੱਗੇ ਇਹ ਨਹੀਂ ਆਪਾਂ ਇਹ ਆਪਾਂ ਪੜ੍ਹ ਲਿਆ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ, ਕਹਿੰਦੇ ਇਹਦਾ ਜਿਹੜਾ ਇਨੀਸ਼ੀਏਟਿਵ ਹੈ ਇਸ ਗੋਇੰਗ ਟੂ ਬੀ ਲਾਂਚਡ ਹੈਜ਼ ਦਾ ਪਾਇਲਟ ਪ੍ਰੋਜੈਕਟ, ਇੱਕ ਤਰ੍ਹਾਂ ਦਾ ਹਲੇ ਪਾਇਲਟ ਪ੍ਰੋਜੈਕਟ ਸਟਾਰਟ ਕੀਤਾ। ਪਾਇਲਟ ਪ੍ਰੋਜੈਕਟ ਦਾ ਕੀ ਮਤਲਬ ਹੁੰਦਾ ਕਿ ਹਲੇ ਪੂਰੇ ਸਟੇਟ 'ਚ ਨਾ ਲਾਗੂ ਕਰਕੇ ਸਿਰਫ ਫੋਰ ਐਗਜ਼ਾਮਪਲ ਪਟਿਆਲੇ 'ਚ ਹੀ ਲਾਗੂ ਕੀਤਾ, ਇਹਨੂੰ ਕਹਿੰਦੇ ਪਾਇਲਟ ਪ੍ਰੋਜੈਕਟ, ਤਾਂ ਕਿ ਅਸੀਂ ਦੇਖ ਲਈਏ ਕਿ ਕੋਈ ਲਿਮਿਟੇਸ਼ਨਸ ਤਾਂ ਨਹੀਂ ਹੈ ਦੈਨ ਇਹ ਜਿਹੜਾ ਪਾਇਲਟ ਪ੍ਰੋਜੈਕਟ ਹੈ ਉਹ 6 ਬਲੋਕਸ ਵਿੱਚ ਲਾਗੂ ਕੀਤਾ ਗਿਆ। ਇਹ ਚੱਲੇਗਾ ਕਿੱਥੋਂ ਲੈ ਕੇ ਕਿੱਥੇ ਤੱਕ, ਫਾਈਨੈਂਸ਼ੀਅਲ ਈਅਰ 18-19 ਤੋਂ ਲੈ ਕੇ 20-21 ਤੱਕ। ਜਿੰਨੇ ਵੀ ਸੈਲਫ ਹੈਲਪ ਗਰੁੱਪ ਮੈਂਬਰਸ ਨੇ ਉਹ ਇਹ ਵਾਹੀਕਲ ਨੂੰ ਆਪਰੇਟ ਕਰਨਗੇ ਦੈਨ ਤਾਂ ਇੰਸ਼ੋਰ ਕਰਾਉਣਗੇ ਕਿ ਉਹਨਾਂ ਦੇ ਜਿਹੜੇ ਨੈਸੈਸਰੀ ਰਿਕੁਆਇਰਮੈਂਟਸ ਹੈ ਕਿ ਉਹ ਜਿਵੇਂ ਵੈਲਿਡ ਪਰਮਿਟ ਹੋ ਗਿਆ, ਰੋਡ ਟੈਕਸ ਪਰਮਿਟ ਹੋ ਗਿਆ, ਵੈਲਿਡ ਇੰਸ਼ੋਰੈਂਸ ਪੋਲਿਸੀ ਹੋ ਗਈ, ਅਤੇ ਇਸ ਦੀ ਇੰਸ਼ੋਰੈਂਸ ਦੇਣਗੇ ਡਨ, ਮਤਲਬ ਕਿ ਇਹਨੂੰ ਇੰਸ਼ੋਰਡ ਕਰਾਉਣਗੇ, ਕਹਿਣ ਦਾ ਭਾਵ ਇਹ ਹੈ ਓਕੇ ਕਿ ਜੋ ਵੀ ਇਹ ਵਾਹੀਕਲ ਆਪਰੇਟ ਕਰ ਰਹੇ ਨੇ ਉਹਨਾਂ ਕੋਲ ਇੱਕ ਵੈਲਿਡ ਪਰਮਿਟ ਹੈ, ਠੀਕ ਹੈ, ਰੋਡ ਟੈਕਸ ਪਰਮਿਟ ਹੈ, ਵੈਲਿਡ ਇੰਸ਼ੋਰੈਂਸ ਪੋਲਿਸੀ ਹੈ ਓਕੇ। ਉਸ ਤੋਂ ਬਾਅਦ ਕਹਿੰਦੇ ਸੈਲਫ ਹੈਲਪ ਗਰੁੱਪ ਮੈਂਬਰਸ ਵਿਲ ਰਨ ਦਿਸ ਵਾਹੀਕਲਸ ਔਨ ਅਪਰੂਵਡ ਰੂਟਸ ਐਟ ਪ੍ਰੀ ਡਿਟਰਮਾਈਨਡ ਫ੍ਰੀਕੁਐਂਸੀ agreed upon by the community based organization and self help group operator on the basis of the financial viability and need for transport link then। ਉਸ ਤੋਂ ਬਾਅਦ ਕਹਿੰਦੇ ਜਿਹੜੇ all vehicles ਹੈ ਅੰਡਰ ਆਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ ਸਕੀਮ ਸ਼ੈਲ ਹੈਵ ਅ ਡਿਫਾਈਨਡ ਕਲਰ ਕੋਡ ਹੋਏਗਾ, ਮਤਲਬ ਕਿ ਉਹਨਾਂ ਸਾਰਿਆਂ ਦਾ ਇੱਕ ਕਲਰ ਕੋਡ ਹੋਏਗਾ, ਜਿਹੜੇ 20 ਵਾਹੀਕਲਸ ਹੋਣਗੇ ਉਹ ਇਹ ਕੈਰੀ ਕਰਨਗੇ ਉਸ ਕਲਰ ਕੋਡ ਨੂੰ ਅਤੇ ਉਸ ਇੱਕ ਬ੍ਰੈਂਡਿੰਗ ਨੂੰ ਦੈਨ ਟੂ ਕੈਰੀ ਦੀ ਐਜ ਏ ਬ੍ਰੈਂਡਿੰਗ ਨੂੰ, ਤਾਂ ਕਿ ਇੰਸ਼ੋਰ ਕਰਾਉਣਗੇ ਕਿ ਇਹ ਵਾਕਈ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨ ਦੇ ਅੰਡਰ ਆਉਂਦੇ ਨੇ ਤਾਂ ਇਸ ਯੋਜਨਾ ਦੇ ਅਧੀਨ ਇਹਨਾਂ ਨੂੰ ਬੈਨੀਫਿਟ ਦਿੱਤਾ ਜਾ ਰਿਹਾ ਡਨ। ਉਸ ਤੋਂ ਬਾਅਦ ਅੱਗੇ ਦੇਖੋ ਅਗਲੀ ਸਕੀਮ ਦੇਖੋ, ਕਹਿੰਦੇ ਪਾਣੀ ਬਚਾਓ ਪੈਸੇ ਕਮਾਓ ਜਿਹੜੀ ਸਕੀਮ ਸੀ ਉਹ ਫਾਰਮਰਸ ਲਈ ਲਿਆਉਂਦੀ ਗਈ, ਜਿਸ ਵਿੱਚ ਇਹ ਆਖਿਆ ਗਿਆ ਕਿ ਤੁਸੀਂ ਜਦੋਂ ਪਾਣੀ ਸੇਵ ਕਰਦੇ ਹੋ ਤਾਂ ਉਸ 'ਤੇ ਤੁਸੀਂ ਪੈਸਾ ਵੀ ਕਮਾ ਸਕਦੇ ਹੋ। ਐਕਚੁਅਲ 'ਚ ਮਤਲਬ ਕਿ ਇਹਦਾ ਜੇ ਆਪਾਂ ਕਹੀਏ ਗੋਲ ਕੀ ਸੀ, ਪਰਪਸ ਕੀ ਸੀ ਕਿ ਆਪਾਂ ਨੇ ਪਾਣੀ ਨੂੰ ਬਚਾਉਣਾ ਹੈ ਦੈਨ ਫਾਰਮਰਸ ਨੂੰ ਕਿਉਂ ਕਿਹਾ ਗਿਆ, ਕਿਉਂਕਿ ਜਦੋਂ ਫਾਰਮਰਸ ਨੂੰ ਜਦੋਂ ਇਰੀਗੇਸ਼ਨ ਵਕਤ ਹੈ ਜਿਵੇਂ ਸੋਲਰ ਪੰਪ ਜਿਹੜੇ ਆਪਾਂ ਅੱਜ ਕੱਲ੍ਹ ਗੱਲ ਕਰ ਰਹੇ ਹਾਂ ਕਿ ਸੋਲਰ ਪੰਪ ਲਗਵਾਉਣੇ ਚਾਹੀਦੇ ਹਨ, ਜਿਹੜੇ ਨੋਰਮਲ ਪੰਪ ਲੱਗੇ ਹੋਏ ਆ ਉਹਨਾਂ 'ਚ ਪਾਣੀ ਬਹੁਤ ਵੇਸਟ ਜਾਂਦਾ ਹੈ ਅਤੇ ਜਿਹੜਾ ਗਰਾਊਂਡ ਵਾਟਰ ਹੁੰਦਾ ਉਹ ਹੌਲੀ ਹੌਲੀ ਘਟਦਾ ਜਾ ਰਿਹਾ। ਉਸ ਚੀਜ਼ ਨੂੰ ਬਚਾਉਣ ਲਈ ਪੰਜਾਬ ਗੌਰਮੈਂਟ ਨੇ ਪੰਜਾਬ ਪਾਣੀ ਬਚਾਓ ਪੈਸੇ ਕਮਾਓ ਸਕੀਮ ਲਿਆਉਂਦੀ ਗਈ, ਫਾਰਮਰਸ ਲਈ ਹੀ ਲਿਆਉਂਦੀ ਗਈ। ਤਾਂ ਪੰਜਾਬ ਗੌਰਮੈਂਟ ਹੈਜ਼ ਅਪਰੂਵਡ ਦੀ ਪਾਣੀ ਬਚਾਓ ਪੈਸੇ ਕਮਾਓ ਸੇਵ ਵਾਟਰ ਅਰਨ ਮਨੀ ਸਕੀਮ ਲਿਆਉਂਦੀ ਗਈ ਦੈਨ। ਤਾਂ ਇਸ ਵਿੱਚ PSPCL ਆਪਣੀ ਇੱਕ ਪਾਇਲਟ ਪ੍ਰੋਜੈਕਟ ਸਟਾਰਟ ਕਰ ਰਿਹਾ, ਜਿਸ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦਿੱਤਾ ਜਾਏਗਾ ਫੋਰ ਇਲੈਕਟ੍ਰੀਸਿਟੀ ਟੂ ਦ ਐਗਰੀਕਲਚਰ ਕੰਜ਼ਿਊਮਰਸ। ਇਟ ਵਿਲ ਬੀ ਵੋਲੰਟਰੀ ਡਿਸਕਲੋਜ਼ਰ ਸਕੀਮ, ਇੱਕ ਵੋਲੰਟਰੀ ਡਿਸਕਲੋਜ਼ਰ ਸਕੀਮ ਹੈ ਦੈਨ, ਕੋਈ ਮੈਂਡੇਟਰੀ ਨਹੀਂ ਹੈ, ਵੋਲੰਟਰੀ ਹੈ ਦੈਨ। ਇਟ ਇਜ਼ ਨੋਟ ਬਾਈਂਡਿੰਗ ਅਪੋਨ ਦ ਕੰਜ਼ਿਊਮਰਸ, ਕੋਈ ਬਾਈਂਡਿੰਗ ਨਹੀਂ ਉਹਨਾਂ 'ਤੇ, ਮਤਲਬ ਕਿ ਉਹਨਾਂ ਨੂੰ ਕਰਨਾ ਹੀ ਹੈ, ਮਤਲਬ ਉਹਨਾਂ ਦਾ ਮਤਲਬ ਕਿ ਉਹਨਾਂ ਦੀ ਮਤਲਬ ਕਿ ਇੱਛਾ ਸਵੈ ਇੱਛਾ ਹੋਣੀ ਹੈ। all those consumers who are consuming less units of electricity ਉਹ ਆਪਣੀ ਮਨੀ ਲੈ ਸਕਦੇ ਨੇ ਦੈਨ, ਅਤੇ ਮਤਲਬ ਕਿ ਕਿਸੇ ਆਧਾਰ 'ਤੇ ਐਟ ਦਾ ਰੇਟ ਆਫ 4 ਪਰ ਯੂਨਿਟ ਡਾਇਰੈਕਟ ਇਨਟੂ ਦਾ ਬੈਂਕ ਅਕਾਊਂਟਸ, 4 ਰੁਪਏ ਪਰ ਯੂਨਿਟ ਦੇ ਹਿਸਾਬ ਸਿਰ ਉਹਨਾਂ ਨੂੰ ਪੈਸਾ ਮਿਲੇਗਾ, ਉਹਨਾਂ ਦਾ ਸਿੱਧਾ ਬੈਂਕ ਖਾਤਿਆਂ 'ਚ ਜਾਏਗਾ ਜੇ ਉਹ ਕੀ ਕਰਦੇ ਨੇ ਕਿ ਉਹ ਲੈਸ ਯੂਜ਼ ਕਰਦੇ ਨੇ ਇਲੈਕਟ੍ਰੀਸਿਟੀ ਦਾ ਦੈਨ। ਉਸ ਤੋਂ ਬਾਅਦ ਕਹਿੰਦੇ ਇਨ ਦਾ ਫਸਟ ਫੇਜ਼ ਦ ਪਾਵਰ ਯੂਟਿਲਿਟੀ ਕੰਪਨੀ ਹੈਜ਼ ਸਿਲੈਕਟਡ 6 ਪਾਇਲਟ ਫੀਡਰਸ ਇਨ ਦ ਡਿਸਟ੍ਰਿਕਟ ਆਫ ਫਤਿਹਗੜ੍ਹ ਸਾਹਿਬ, ਜਲੰਧਰ, ਹੁਸ਼ਿਆਰਪੁਰ। ਦ ਸਕੀਮ ਵਿਲ ਪ੍ਰੋਵਾਈਡ ਕੈਸ਼ ਇਨਸੈਂਟਿਵਸ ਟੂ ਦ ਫਾਰਮਰਸ ਔਨ ਦ ਸੇਵਿੰਗ ਇਲੈਕਟ੍ਰੀਸਿਟੀ। ਦ ਸਕੀਮ ਇਜ਼ ਸਪੈਸ਼ਲੀ ਡਿਜ਼ਾਈਨ ਟੂ ਰਿਚਾਰਜ ਦੀ ਗਰਾਊਂਡ ਲੈਵਲ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਗਰਾਊਂਡ ਲੈਵਲ ਨੂੰ ਰਿਚਾਰਜ ਕਰਨ ਲਈ ਕੀਤਾ ਜਾ ਰਿਹਾ ਹੈ। ਇਲੈਕਟ੍ਰੀਸਿਟੀ ਕਿਉਂ ਆ ਗਈ ਉਰੇ, ਮੈਨੂੰ ਇਹ ਦੱਸੋ, ਪਾਣੀ ਦੀ ਗੱਲ ਕਿਉਂ ਆ ਗਈ, ਕਿਉਂਕਿ ਪਾਣੀ ਤਾਂ ਤੁਹਾਡੇ ਮੋਟਰਾਂ ਦੁਆਰਾ ਚੱਲਣਾ ਨਾ, ਉਹਦੇ 'ਚ ਇਲੈਕਟ੍ਰੀਸਿਟੀ ਵੀ ਯੂਜ਼ ਹੁੰਦੀ ਹੈ ਦੈਨ। ਤਾਂ ਇੱਕ ਪਾਸੇ ਇਲੈਕਟ੍ਰੀਸਿਟੀ ਵੀ ਬਚੇਗੀ ਅਤੇ ਗਰਾਊਂਡ ਵਾਟਰ ਵੀ ਬਚੇਗਾ ਦੈਨ। ਅਤੇ ਤੁਸੀਂ ਪੈਸੇ ਮਤਲਬ ਕਿ ਜੇ ਤੁਸੀਂ ਸਹੀ ਤਰੀਕੇ ਨਾਲ ਯੂਜ਼ ਕਰੋਗੇ ਉਹਦਾ ਤੁਹਾਨੂੰ ਬੈਨੀਫਿਟ ਵੀ ਮਿਲੇਗਾ ਅਤੇ ਇੱਕ ਪਾਸੋਂ ਗੌਰਮੈਂਟ ਦਾ ਪਾਣੀ ਵੀ ਬਚ ਜਾਏਗਾ। ਦ ਸਕੀਮ ਇਜ਼ ਸਪੈਸ਼ਲੀ ਡਿਜ਼ਾਈਨ ਟੂ ਰਿਚਾਰਜ ਦ ਗਰਾਊਂਡ ਵਾਟਰ ਲੈਵਲ। ਦ ਪ੍ਰਾਇਮਰੀ ਓਬਜੈਕਟਿਵ ਆਫ ਦ ਪਾਣੀ ਬਚਾਓ ਪੈਸੇ ਕਮਾਓ ਸਕੀਮ ਟੂ ਸੇਵ ਵਾਟਰ ਐਂਡ ਅਰਨ ਮਨੀ
ਐਂਡ ਦਸ ਟੂ ਸੇਵ ਦੀ ਸਟੇਟ ਫਰੋਮ ਐਨੀ ਵਾਟਰ ਕ੍ਰਾਈਸਿਸ ਇਨ ਦਾ ਨਿਊ ਫਿਊਚਰ। ਜੇ ਕੋਈ ਵਾਟਰ ਕ੍ਰਾਈਸਿਸ ਹੁੰਦੇ ਆ ਉਸ ਤੋਂ ਬਚਾਉਣ ਲਈ ਭਵਿੱਖ ਵਿੱਚ ਤਾਂ ਇਸ ਤਰ੍ਹਾਂ ਦੀ ਸਕੀਮ ਲਿਆਉਂਦੀ ਗਈ। ਦੈਨ ਕਹਿੰਦੇ ਹਾਊ ਟੂ ਅਰਨ ਮਨੀ ਅੰਡਰ ਪਾਣੀ ਬਚਾਓ ਪੈਸੇ ਕਮਾਓ ਸਕੀਮ। ਦ ਪ੍ਰਾਇਮਰੀ ਆਬਜੈਕਟਿਵ ਆਫ ਦਿਸ ਸਕੀਮ ਇਜ਼ ਟੂ ਸੇਵ ਵਾਟਰ ਐਂਡ ਅਰਨ ਮਨੀ। ਹੇਅਰ ਇਜ਼ ਅ ਕੰਪਲੀਟ ਡਿਸਕ੍ਰਿਪਸ਼ਨ ਔਨ ਹਾਊ ਅ ਫਾਰਮਰ ਕੈਨ ਅਰਨ ਮਨੀ ਬਾਈ ਸੇਵਿੰਗ ਵਾਟਰ। ਕਿਵੇਂ ਕਰ ਸਕਦਾ ਉਹ? ਪਹਿਲੇ ਸਪਲਾਈ ਲਿਮਿਟ ਲਾਤੀ ਉਹਨਾਂ ਨੇ ਕਿ ਆਲ ਦੀ ਫਾਰਮਰਸ ਨੂੰ ਅਲੋਟ ਕੀਤਾ ਜਾਏਗਾ, ਵਿਲ ਬੀ ਅਲੋਟਡ ਅ ਸਪੈਸੀਫਿਕ ਸਪਲਾਈ ਲਿਮਿਟ ਅਲੋਟ ਕੀਤੀ ਜਾਏਗੀ ਐਜ਼ ਪਰ ਦੀ BH ਕਪੈਸਿਟੀ ਆਫ ਦੀ ਮੋਟਰਸ। ਫੋਰ ਐਗਜ਼ਾਮਪਲ ਕਿ ਸਪਲਾਈ ਲਿਮਿਟ ਲਾਤੀ ਇੱਕ ਫਾਰਮਰ ਲਈ ਕਿ ਤੁਸੀਂ 1000 ਯੂਨਿਟਸ ਪਰ ਮੰਥ ਹੀ ਖਰਚਾ ਕਰ ਸਕਦੇ ਹੋ। ਇੱਕ ਲਿਮਿਟ ਲਾਤੀ, ਜੇ ਉਹ ਇਸ ਲਿਮਿਟ ਦੇ ਅੰਡਰ ਆਉਂਦੇ ਨੇ ਦੈਨ ਤਾਂ ਹੀ ਉਹਨਾਂ ਨੂੰ ਫਾਇਦਾ ਦਿੱਤਾ ਜਾਏਗਾ। ਉਸ ਵਿੱਚ ਇਹ ਵੀ ਦੇਖਿਆ ਜਾਏਗਾ ਕਿ ਉਹ ਕਿੰਨਾ ਯੂਟੀਲਾਈਜ਼ ਕਰ ਰਹੇ ਨੇ ਯੂਨਿਟਸ ਨੂੰ, ਕਿੰਨਾ ਯੂਟੀਲਾਈਜ਼ ਕਰ ਰਹੇ ਨੇ। ਦੈਨ ਜੇ 800 ਕਰ ਰਹੇ ਨੇ ਤਾਂ ਉਸ ਹਿਸਾਬ ਸੇ ਉਹਨਾਂ ਨੂੰ ਮਤਲਬ ਕਿ ਜਿੰਨਾ ਡਿਫਰੈਂਸ ਹੋਏਗਾ ਉਸ ਹਿਸਾਬ ਸੇ ਉਹਨਾਂ ਦੇ ਪੈਸੇ ਮਿਲ ਜਾਣਗੇ। ਜੇ ਸਪੋਜ਼ ਕਰੋ 1000 ਰੁਪਏ ਸਪਲਾਈ ਲਿਮਿਟ ਸੀ, ਦੈਨ ਇੰਨੇ ਉਹਨਾਂ ਨੂੰ ਯੂਨਿਟ ਸਪਲਾਈ ਕੀਤੀ ਜਾਵੇਗੀ, ਜਿਹੜਾ ਉਹਨਾਂ ਦਾ ਯੂਟੀਲਾਈਜੇਸ਼ਨ ਸੀ ਉਹ 800 ਸੀ, ਤਾਂ ਬਚਿਆ ਕਿੰਨਾ 200 4 ਰੁਪਏ ਰੇਟ ਦੇ ਹਿਸਾਬ ਸੇ ਉਹਨਾਂ ਨੂੰ ਜਿਹੜਾ 4 ਰੁਪਏ ਰੇਟ ਦੇ ਹਿਸਾਬ ਸੇ ਜਿਹੜਾ 8000 ਬਣਿਆ ਉਹ ਉਹਨਾਂ ਨੂੰ ਉਹਨਾਂ ਦੇ ਬੈਂਕ ਖਾਤੇ 'ਚ ਮਿਲ ਜਾਏਗਾ। ਇਸ ਤਰੀਕੇ ਨਾਲ ਕੀ ਹੋਏਗਾ ਕਿ ਇਲੈਕਟ੍ਰੀਸਿਟੀ ਵੀ ਬਚਦੀ ਹੈ ਅਤੇ ਉਹਨਾਂ ਮਤਲਬ ਕਿ ਜਿਵੇਂ ਮੋਟਰ ਚਲਾ ਦਿੰਦੇ ਨੇ ਅਤੇ ਪਾਣੀ ਗਰਾਊਂਡ ਵਾਟਰ ਜਿਹੜਾ ਹੁੰਦਾ ਦੈਨ ਉਹਨਾਂ ਦੁਆਰਾ ਬਾਹਰ ਆਉਂਦਾ ਰਹਿੰਦਾ, ਸਮਰਸੀਬਲ ਦੁਆਰਾ ਬਾਹਰ ਆਉਂਦਾ ਰਹਿੰਦਾ ਅਤੇ ਪਾਣੀ ਵੇਸਟ ਹੁੰਦਾ ਜਾਂਦਾ ਅਤੇ ਇਲੈਕਟ੍ਰੀਸਿਟੀ ਵੇਸਟ ਹੁੰਦੀ ਹੈ ਅਤੇ ਪਾਣੀ ਵੀ ਵੇਸਟ ਹੁੰਦਾ। ਉਹ ਚੀਜ਼ਾਂ ਤੋਂ ਬਚਾਉਣ ਲਈ ਇਹ ਸਕੀਮ ਲਿਆਉਂਦੀ ਗਈ। ਫਾਰਮਰ ਅਰਨਿੰਗ ਹੋ ਸਕਦੀ ਇਸ ਤਰੀਕੇ ਨਾਲ ਦੈਨ 4 ਰੁਪਏ ਯੂਨਿਟ ਦੇ ਹਿਸਾਬ ਸਿਰ ਠੀਕ ਹੈ ਪੈਸੇ ਮਿਲਣਗੇ। ਓਕੇ, if the consumption of electricity of any farmer exceeds the limit of monthly units, then ਜੇ ਜਿਹੜੀ ਕੰਜ਼ੰਪਸ਼ਨ ਹੈ ਇੱਕ ਜਿਹੜੀ ਮੰਥਲੀ ਲਿਮਿਟ ਲਾਈ ਗਈ ਹੈ ਉਸ ਨਾਲੋਂ ਜ਼ਿਆਦਾ ਹੋ ਜਾਵੇ, ਇਨ ਅ ਸੱਚ ਅ ਕੇਸ ਕੰਜ਼ਿਊਮਰ ਆਰ ਨੋਟ ਲਾਇਬਲ। ਠੀਕ ਹੈ, ਉਹ ਤਾਂ ਤੁਹਾਨੂੰ ਫੈਕਟ ਹੀ ਹੈ ਕਿ 1000 ਯੂਨਿਟ ਦੀ ਤੁਹਾਨੂੰ ਲਿਮਿਟ ਲਾਈ, 1000 ਯੂਨਿਟ ਦੀ ਲਿਮਿਟ ਲਾਈ ਠੀਕ ਹੈ। ਜੇ ਉਹ 1000 ਯੂਨਿਟ ਦੀ ਲਿਮਿਟ ਤੋਂ ਤੁਸੀਂ ਪਾਰ ਕਰ ਜਾਂਦੇ ਹੋ, ਯਾਨੀ ਕਿ ਤੁਸੀਂ ਉਸ ਤੋਂ ਜ਼ਿਆਦਾ ਖਰਚਾ ਕਰ ਦਿੰਦੇ ਹੋ, ਤਾਂ ਤੁਹਾਨੂੰ ਕੋਈ ਪੈਸਾ ਨਹੀਂ ਮਿਲੇਗਾ। ਦੈਨ ਉਸ ਤੋਂ ਬਾਅਦ ਦੇਖੋ ਕੁਝ ਹੋਰ ਫੀਚਰਸ ਦੇਖ ਲਓ ਇਸ ਸਕੀਮ ਦੇ। ਆਲ ਦਾ ਕੰਜ਼ਿਊਮਰ ਵਿਲ ਹੈਵ ਟੂ ਵਲੰਟਰੀ ਅਡੋਪਟ। ਤੁਹਾਨੂੰ ਮੈਂ ਕਿਹਾ ਸੀ ਕੋਈ ਬਾਈਂਡਿੰਗ ਨਹੀਂ ਹੈ, ਵਲੰਟਰੀ ਤੁਹਾਡੀ ਸਵੈ ਇੱਛਾ ਹੈ। ਆਲ ਸੱਚ ਕੰਜ਼ਿਊਮਰਸ ਹੂ ਆਰ ਵਿਲਿੰਗ ਟੂ ਜੁਆਇਨ ਦਿਸ ਸਕੀਮ ਵਿਲ ਗੈਟ ਮੀਟਰਸ। ਉਹਨਾਂ ਨੂੰ ਮੀਟਰ ਮਿਲਣਗੇ ਠੀਕ ਹੈ, ਉਹਨਾਂ ਮੋਟਰਾਂ ਉੱਪਰ ਲਗਾਏ ਜਾਣਗੇ ਅਤੇ ਕੈਲਕੂਲੇਟ ਕੀਤਾ ਜਾਏਗਾ ਕਿ ਐਕਚੁਅਲੀ ਤੁਸੀਂ ਕਿੰਨਾ ਯੂਟੀਲਾਈਜੇਸ਼ਨ ਕਰ ਰਹੇ ਹੋ। ਕਹਿੰਦੇ ਗੌਰਮੈਂਟ ਵਿਲ ਇਸ਼ੂ ਦੀ no bills to the consumer who opt for this scheme as a water saving scheme is absolutely free. Then it is important to note here that all consumer of these 6 feeders will only get electricity during the daytime. However, if more than 80% of the people adopt this scheme, then consumer will get the additional electricity for the supply for 2 hours. Then ਇਹਦੀ ਜਿਹੜੀ ਸਪਲਾਈ ਹੈ ਉਹ ਤੁਹਾਨੂੰ ਸਿਰਫ ਦਿਨੇ ਟਾਈਮ ਮਿਲੇਗੀ। ਜੇ ਮੰਨ ਲਓ ਤੁਸੀਂ 60% ਪੀਪਲ ਇਸ ਸਕੀਮ ਨੂੰ ਅਡੋਪਟ ਕਰ ਲੈਂਦੇ ਨੇ ਉਸ ਡਿਸਟ੍ਰਿਕਟ ਦੇ, ਤਾਂ ਤੁਹਾਨੂੰ 2 ਘੰਟੇ ਸਪਲਾਈ ਹੋਰ ਵੀ ਇਲੈਕਟ੍ਰੀਸਿਟੀ ਦੀ ਮਿਲ ਸਕਦੀ ਹੈ, ਜਿਸ ਲਈ ਤੁਹਾਨੂੰ ਕੋਈ ਬਿੱਲ ਪੇ ਮਤਲਬ ਕਿ ਗੌਰਮੈਂਟ ਉਹਨਾਂ ਦੀ ਕੋਈ ਬਿੱਲ ਇਸ਼ੂ ਨਹੀਂ ਕਰੇਗੀ। ਓਕੇ, ਪੀਪਲ ਮਸਟ ਸਪੋਰਟ ਦਿਸ ਪਾਣੀ ਬਚਾਓ ਪੈਸੇ ਕਮਾਓ ਇਨੀਸ਼ੀਏਟਿਵ ਆਫ ਦੀ ਪੰਜਾਬ ਗੌਰਮੈਂਟ ਟੂ ਸੇਵ ਵਾਟਰ ਐਂਡ ਅਰਨ ਮਨੀ। ਇਹ ਤੁਹਾਨੂੰ ਮੈਂ ਦੱਸ ਹੀ ਚੁੱਕਾ। ਦੈਨ ਉਸ ਤੋਂ ਬਾਅਦ ਇੱਕ ਹੋਰ ਸਕੀਮ ਸੀ 75,000 ਸਕੀਮ ਫॉर ਸ਼ਡਿਊਲ ਕਾਸਟ ਐਂਡ ਇੰਟਰਕਾਸਟ ਮੈਰਿਜਸ ਲਈ, ਯਾਨੀ ਕਿ 75,000 ਰੁਪਏ ਦਿੱਤਾ ਜਾਏਗਾ ਜਿਹੜੇ ਸ਼ਡਿਊਲ ਕਾਸਟ ਠੀਕ ਹੈ, ਜਿਨ੍ਹਾਂ ਦੀ ਸ਼ਡਿਊਲ ਕਾਸਟ ਦੇ ਕੋਈ ਵਿਆਹ ਹੁੰਦੇ ਨੇ ਜਾਂ ਕੋਈ ਇੰਟਰਕਾਸਟ ਮੈਰਿਜਸ ਹੁੰਦੀਆਂ ਨੇ। ਕਿਵੇਂ ਕਹਿਣਾ ਚਾਹ ਰਿਹਾ ਉਹ ਤੁਹਾਨੂੰ ਮੈਂ ਅੱਗੇ ਆਉਣ ਵਾਲੇ ਜਿਹੜੇ ਇਸ ਲੈਕਚਰ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਟੇਟ ਗੌਰਮੈਂਟ ਆਫ ਪੰਜਾਬ ਹੈਜ਼ ਸਟਾਰਟਡ ਨਿਊ ਸਕੀਮ ਅੰਡਰ ਵਿਚ ਗੌਰਮੈਂਟ ਵਿਲ ਅਰੇਂਜ ਦੀ ਮੈਰਿਜਸ ਆਫ ਕਪਲਸ ਬਿਲੋਂਗਿੰਗ ਟੂ ਦ ਸ਼ਡਿਊਲ ਕਾਸਟ ਹੈਜ਼ ਵੈਲ ਐਜ਼ ਇੰਟਰਕਾਸਟ। ਤਾਂ ਇਸ ਵਿੱਚ ਫਾਈਨੈਂਸ਼ੀਅਲ ਅਸਿਸਟੈਂਸ ਦਿੱਤਾ ਜਾਏਗਾ ਦੈਨ ਸ਼ਡਿਊਲ ਕਾਸਟ ਵਾਲਿਆਂ ਨੂੰ ਜਾਂ ਇੰਟਰਕਾਸਟ ਵਾਲਿਆਂ ਨੂੰ 75,000 ਦਾ ਉਹਨਾਂ ਕਪਲ ਨੂੰ ਇੱਕ ਫਾਈਨੈਂਸ਼ੀਅਲ ਅਸਿਸਟੈਂਸ ਦਿੱਤਾ ਜਾਏਗਾ। ਦੈਨ ਇਹ ਜਿਹੜੇ ਅਸਿਸਟੈਂਸ ਹੈ ਉਹ ਇਸ ਨੂੰ ਇੰਪਲੀਮੈਂਟ ਕੌਣ ਕਰੇਗਾ? ਉਹ ਕਰੇਗਾ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬਸ ਐਂਡ ਮਾਈਨੋਰਿਟੀ ਵੈਲਫੇਅਰ ਡਿਪਾਰਟਮੈਂਟ ਕਰੇਗੀ। ਦਿਸ ਡਿਪਾਰਟਮੈਂਟ ਵਿਲ ਕੋਆਪਰੇਟ ਵਿਦ ਦੀ NGO। ਉਹ NGOs ਨਾਲ ਕੋਆਪਰੇਟ ਕਰੇਗੀ, ਟਰਸਟ ਨਾਲ ਕੋਆਪਰੇਟ ਕਰੇਗੀ, ਕਿਉਂਕਿ ਇਹਨਾਂ ਲੋਕਾਂ ਨੂੰ ਜ਼ਿਆਦਾ ਪਤਾ ਹੁੰਦਾ ਨਾ ਮਤਲਬ ਸ਼ਡਿਊਲ ਕਾਸਟ ਅਤੇ ਇੰਟਰਕਾਸਟ ਬਾਰੇ, ਅਤੇ ਸੋਸ਼ਲ ਵੈਲਫੇਅਰ ਇੰਸਟੀਟਿਊਸ਼ਨ ਨਾਲ ਕੋਆਪਰੇਟ ਕਰੇ ਤਾਂ ਕਿ ਇਸ ਨੂੰ ਇੰਪਲੀਮੈਂਟ ਕੀਤਾ ਜਾ ਸਕੇ। ਦਿਸ ਇੰਸਟੀਟਿਊਸ਼ਨ ਵਿਲ ਗੈਟ ਦੀ ਸਕੀਮ ਬੈਨੀਫਿਟਸ ਫॉर ਅਰੇਂਜਿੰਗ 10 or more ਮੈਰਿਜਸ ਆਫ ਸ਼ਡਿਊਲ ਕਾਸਟ ਠੀਕ ਹੈ ਐਂਡ ਇੰਟਰਕਾਸਟ ਕਪਲਸ। ਦੈਨ the concerned authority will provide the financial assistance to 75,000 per couple on their marriage. This scheme will be providing financial assistance for the marriage of the couples whose family does not have enough money for that. The state government of Punjab has started a new scheme। ਇਹ ਤੁਹਾਨੂੰ ਮੈਂ ਦੱਸ ਹੀ ਚੁੱਕਾ। ਦੈਨ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੱਗੇ, ਜੇ ਆਪਾਂ ਸ਼ਡਿਊਲ ਕਾਸਟ ਦੀ ਗੱਲ ਕਰੀਏ ਅਤੇ ਇੰਟਰਕਾਸਟ ਮੈਰਿਜਸ ਦੀ ਗੱਲ ਕਰੀਏ
ਤੇ ਜਿਹੜਾ 75000 ਦਿੱਤਾ ਜਾ ਰਿਹਾ ਉਸ ਵਿੱਚੋਂ ਜੇ ਆਪਾਂ 60000 ਦੀ ਗੱਲ ਕਰੀਏ ਉਹ ਹਾਊਸ ਹੋਲਡ ਆਈਟਮਸ ਲਈ ਦਿੱਤਾ ਜਾਏਗਾ ਡਨ, ਤੇ 15000 ਕਪਲ ਨੂੰ ਹੈਜ਼ ਅ ਗੋਲਡ ਲਈ ਦਿੱਤਾ ਜਾਏਗਾ ਡਨ। ਨਹੀਂ ਮਾਫ ਕਰਨਾ, ਇਹ ਜਿਹੜਾ 60000 ਹੈ ਉਹ ਹਾਊਸ ਹੋਲਡ ਆਈਟਮਸ ਲਿੱਤਾ ਜਾਏਗਾ, ਜਿਵੇਂ ਯੂਟੈਂਸਿਲਸ ਲਈ, ਭਾਂਡਿਆਂ ਲਈ, ਫਰਨੀਚਰਸ ਲਈ, ਗੋਲਡ ਲਈ, ਤੇ ਜਿਹੜਾ 15000 ਹੋਏਗਾ ਉਹ ਐਜ਼ ਅ ਕੈਸ਼ ਪ੍ਰਾਈਜ਼ ਦਿੱਤਾ ਜਾਏਗਾ ਡਨ। ਉਸ ਤੋਂ ਬਾਅਦ ਕਹਿੰਦੇ ਇਫ ਦਾ ਬੋਥ ਬ੍ਰਾਈਡ ਐਂਡ ਗਰੂਮ ਅਕੋਰਡਿੰਗ ਟੂ ਸਕੀਮ ਬੋਥ ਬ੍ਰਾਈਡ ਐਂਡ ਗਰੂਮ ਬਿਲੋਂਗ ਟੂ ਸ਼ਡਿਊਲ ਕਾਸਟ ਹੋਣ ਦੈਨ ਜਾਂ ਵਨ ਆਫ ਦੈਮ ਮਸਟ ਬੀ BPL ਦਾ ਹੋਵੇ ਤਾਂ ਉਹ ਵੀ ਸਕੀਮ ਨੂੰ ਮਤਲਬ ਕਿ ਉਹਦਾ ਬੈਨੀਫਿਟ ਲੈ ਸਕਦਾ ਹੈ ਡਨ। ਕਹਿੰਦੇ ਇਫ ਦਾ ਬ੍ਰਾਈਡ ਗਰੂਮ ਬਿਲੋਂਗਸ ਟੂ ਦਾ ਨੋਨ ਸ਼ਡਿਊਲ ਕਾਸਟ ਦੈਨ ਦਾ ਬ੍ਰਾਈਡ ਮਸਟ ਬਿਲੋਂਗ ਟੂ ਦਾ BPL ਸ਼ਡਿਊਲ ਕਾਸਟ ਕੈਟਾਗਰੀ। ਜੇ ਕਹਿੰਦੇ ਉਹ ਸ਼ਡਿਊਲ ਕਾਸਟ ਦੇ ਨਹੀਂ ਹੈ ਮਗਰ ਉਹ BPL ਕੈਟਾਗਰੀ ਦੇ ਹੈ ਤਾਂ ਵੀ ਉਸ ਨੂੰ ਇਸ ਦਾ ਬੈਨੀਫਿਟ ਮਿਲ ਸਕਦਾ ਹੈ। ਕਹਿੰਦੇ ਆਲਸੋ ਇਫ ਦਾ ਬ੍ਰਾਈਡ ਇਜ਼ ਫਰੋਮ ਨੋਨ ਸ਼ਡਿਊਲ ਕਾਸਟ ਬੈਕਗਰਾਊਂਡ ਦੈਨ ਦਾ ਬ੍ਰਾਈਡ ਗਰੂਮ ਮਸਟ ਬਿਲੋਂਗ ਟੂ ਦਾ BPL ਸ਼ਡਿਊਲ ਕਾਸਟ ਕੈਟਾਗਰੀ ਟੂ ਅਵੇਲ ਦਿਸ ਸਕੀਮ। ਓਕੇ, ਸੋ ਇਹ ਸੀ ਮੇਰੀਆਂ ਅੱਜ ਦੀਆਂ 5 ਸਕੀਮਸ ਜੋ ਤੁਹਾਡੇ ਨਾਲ ਅੱਜ ਮੈਂ ਡਿਸਕਸ ਕੀਤਾ ਹੈ। ਇਸੇ ਤਰੀਕੇ ਨਾਲ ਆਉਣ ਵਾਲੇ ਲੈਕਚਰਸ ਵਿੱਚ ਤੁਹਾਨੂੰ ਮੈਂ ਕੁਝ ਸਕੀਮ ਡਿਸਕਸ ਕਰਾਂਗਾ ਜੋ ਅਪਡੇਟਡ ਸਕੀਮਸ ਹੋਣਗੀਆਂ ਜਿਨ੍ਹਾਂ ਬਾਰੇ ਸ਼ਾਇਦ ਮੈंने ਪਿਛਲੇ ਲੈਕਚਰਸ ਨਾ ਗੱਲ ਕੀਤੀ ਹੋਵੇ ਡਨ। ਤਾਂ ਇਸ ਨੂੰ ਤੁਸੀਂ ਇਹਦੇ ਨੋਟਸ ਬਣਾਉਣੇ ਨੇ ਤੇ ਵੱਧ ਤੋਂ ਵੱਧ ਇਹਨਾਂ ਨੂੰ ਸ਼ੇਅਰ ਕਰਨਾ ਹੈ ਡਨ। ਇਹਨਾਂ ਬਾਰੇ ਦੱਸਣਾ ਕਿ ਸਾਡੇ ਨਾਲ ਸਾਡੀ ਜਿਹੜੀ ਤਿਆਰੀ ਹੈ ਬਹੁਤ ਅੱਛੀ ਚੱਲ ਰਹੀ ਹੈ। ਐਸਾ ਨਹੀਂ ਹੈ ਕਿ ਅਸੀਂ ਤੁਹਾਨੂੰ ਪੜ੍ਹਾਤਾ ਤਾਂ ਕਹਾਣੀ ਖਤਮ ਹੋ ਗਈ। ਜੋ ਵੀ ਕੁਝ ਅਪਡੇਟ ਹੁੰਦਾ, ਜੋ ਵੀ ਗਵਰਨਮੈਂਟ ਵੱਲੋਂ ਕੁਝ ਅਪਡੇਟ ਹੁੰਦਾ, ਉਹਨਾਂ ਬਾਰੇ ਜੋ ਵੀ ਪੁੱਛਿਆ ਜਾ ਸਕਦਾ ਉਹਨਾਂ ਬਾਰੇ ਅਸੀਂ ਜਾਣਕਾਰੀ ਤੁਹਾਨੂੰ ਹਰ ਇੱਕ ਲੈਕਚਰ 'ਚ ਲਿਆਉਂਦੇ ਜਾਵਾਂਗੇ ਡਨ। ਤਾਂ ਤੁਸੀਂ ਉਸ ਤੋਂ ਇਲਾਵਾ ਗਿਲਸ ਮੈਂਟੋਰ 'ਤੇ ਆਪਣਾ ਜਿਹੜਾ YouTube ਚੈਨਲ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਡਨ। ਅਤੇ ਆਪਣੇ ਫਰੈਂਡਸ ਨੂੰ ਵੀ ਦੱਸੋ ਕਿ ਸਾਡੇ ਗਿਲਸ ਮੈਂਟੋਰ ਸਾਡੇ ਲਈ ਤਿਆਰੀ ਕਰਵਾ ਰਹੇ ਨੇ ਡਨ। ਤਾਂ ਉਹਨਾਂ ਦੇ ਜਿਹੜੇ ਕੋਰਸਿਸ ਨੇ ਬਹੁਤ ਅੱਛੇ ਕੋਰਸਿਸ ਨੇ। ਐਸਾ ਨਹੀਂ ਹੈ ਕਿ ਅਸੀਂ ਕੁਛ ਵੀ ਕਰਾ ਦਈਏ ਤਾਂ ਉਹਦੀ ਰਿਸਪੌਂਸਿਬਿਲਟੀ ਨਾ ਲਈਏ ਡਨ। ਤਾਂ ਵੱਧ ਤੋਂ ਵੱਧ ਤੁਹਾਨੂੰ ਸ਼ੇਅਰ ਕਰਨਾ ਹੈ। ਬਾਕੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ, ਐਸਾ ਨਹੀਂ ਹੈ ਕਿ ਅਸੀਂ ਤੁਹਾਨੂੰ ਫੋਰਸ ਕਰ ਰਹੇ ਹਾਂ। ਜੇ ਤੁਹਾਨੂੰ ਅੱਛਾ ਲੱਗੇ, ਸਾਡਾ ਕੰਟੈਂਟ ਪਸੰਦ ਆਵੇ ਤਦ ਹੀ ਤੁਸੀਂ ਸਬਸਕ੍ਰਾਈਬ ਕਰੋ, ਤਦ ਹੀ ਤੁਸੀਂ ਸ਼ੇਅਰ ਕਰੋ। ਜੇ ਤੁਹਾਨੂੰ ਨਹੀਂ ਲੱਗਦਾ ਤਾਂ ਤੁਹਾਨੂੰ ਅਸੀਂ ਕੋਈ ਫੋਰਸ ਨਹੀਂ ਕਰਦੇ ਡਨ। ਅਤੇ ਆਪਣਾ ਫੀਡਬੈਕ ਜ਼ਰੂਰ ਦੇਣਾ, ਅਸੀਂ 100% ਰਿਪਲਾਈ ਕਰਾਂਗੇ ਡਨ। ਅਤੇ ਤੁਸੀਂ ਇਹਨਾਂ ਦੀ ਅਪਡੇਸ਼ਨ ਲਈ ਯਾਨੀ ਕਿ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਉਹਨਾਂ ਦੀ ਅਪਡੇਸ਼ਨ ਲਈ ਤੁਸੀਂ ਗਿਲਸ ਮੈਂਟੋਰ ਨਾਮ ਦਾ ਜਿਹੜਾ ਆਪਣਾ ਟੈਲੀਗ੍ਰਾਮ ਦੇ ਚੈਨਲ ਹੈ ਉਸ ਨੂੰ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ। ਤੁਹਾਨੂੰ ਨਿਊ ਜਿਹੜੇ ਕੋਰਸਿਸ ਆ ਰਹੇ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਮਿਲਦੀ ਜਾਵੇਗੀ ਡਨ। ਅਤੇ ਜੇ ਬਾਈ ਚਾਂਸ ਤੁਹਾਨੂੰ ਮੇਰੇ ਕੋਰਸਿਸ ਦੇਖਣੇ ਨੇ ਉਹਨਾਂ ਲਈ ਤੁਸੀਂ ਗਿਲਸ ਮੈਂਟੋਰ 'ਤੇ ਜਿਹੜਾ YouTube ਚੈਨਲ ਹੈ ਉੱਥੇ ਮੇਰੇ ਅਕਾਊਂਟਸ ਦਾ ਕੋਰਸ ਅਵੇਲੇਬਲ ਹੈ, ਠੀਕ ਹੈ, ਪੰਜਾਬੀ ਗ੍ਰਾਮਰ ਦਾ ਕੋਰਸ ਅਵੇਲੇਬਲ ਹੈ। ਉਸ ਤੋਂ ਇਲਾਵਾ ਤੁਸੀਂ ਇਸ ਵਿੱਚ ਤੁਸੀਂ ਮੇਰੇ ਲੈਕਚਰਸ ਤਾਂ ਦੇਖੇ ਹੀ ਨੇ ਡਨ। ਉਸ ਤੋਂ ਇਲਾਵਾ ਤੁਸੀਂ ਮੇਰੇ ਐਪ 'ਤੇ ਲੈਕਚਰਸ ਦੇ ਸਕਦੇ ਹੋ। ਰਿਸੈਂਟਲੀ ਮੈंने ਵਕਫ ਦੇ ਬੋਰਡ ਦਾ ਜਿਹੜਾ ਪੇਪਰ ਹੋਇਆ ਸੀ ਉਸ ਵਿੱਚ मैंने ਵਕਫ ਐਕਟ ਪੜ੍ਹਾਇਆ ਸੀ, ਵਕਫ ਐਕਟ ਪੜ੍ਹਾਇਆ ਸੀ ਜਿਹਦੇ 10 ਮਾਰਕਸ ਦਾ ਆਇਆ ਸੀ ਦੈਨ 10 ਕੁਐਸਚਨ ਆਏ ਸੀ ਅਤੇ ਉਹਨਾਂ ਵਿੱਚੋਂ ਮੇਰੇ ਸਿੱਧਾ ਪੜ੍ਹਾਈ ਹੋਈ 'ਚੋਂ 8 ਕੁਐਸਚਨ ਡਾਇਰੈਕਟਲੀ ਆ ਚੁੱਕੇ ਸੀ ਜਿਨ੍ਹਾਂ ਬਾਰੇ ਜਾਣਕਾਰੀ ਮੈਂ YouTube ਦੇ ਚੈਨਲ 'ਤੇ ਦੇ ਚੁੱਕਾ। ਤੁਸੀਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਸੋ ਥੈਂਕ ਯੂ ਵੈਰੀ ਮੱਚ, ਟੇਕ ਕੇਅਰ। ਹੈਲੋ ਐਵਰੀਵਨ, ਅੱਜ ਅਸੀਂ ਪੰਜਾਬ ਗੌਰਮੈਂਟ ਦੇ ਸੋਸ਼ਲ ਵੈਲਫੇਅਰ ਸਕੀਮ ਦਾ ਲੈਕਚਰ ਸੈਕਿੰਡ ਦੇਖ ਰਹੇ ਹਾਂ। ਪਿਛਲੇ ਲੈਕਚਰ ਵਿੱਚ ਵੀ ਤੁਹਾਡੇ ਨਾਲ ਮੈਂ ਕੁਝ ਸਕੀਮਸ ਡਿਸਕਸ ਕੀਤੀਆਂ ਸੀ। ਅੱਜ ਆਈ ਥਿੰਕ ਤਕਰੀਬਨ 5 ਆਪਣੇ ਜਿਹੜੇ ਸੋਸ਼ਲ ਵੈਲਫੇਅਰ ਸਕੀਮਸ ਸੀ ਡਿਸਕਸ ਕੀਤੀਆਂ ਸੀ। ਜਿਹੜਾ ਅੱਜ ਦਾ ਲੈਕਚਰ ਹੋਏਗਾ ਉਹ ਡਿਪਾਰਟਮੈਂਟ ਆਫ ਲੇਬਰ ਦੀ ਜਿਹੜੀ ਸਕੀਮਸ ਹੋਣਗੀਆਂ ਉਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ ਡਨ। ਡਿਟੇਲਸ ਆਫ ਲੇਬਰ ਵੈਲਫੇਅਰ ਸਕੀਮਸ ਡਨ, ਉਹਨਾਂ ਬਾਰੇ ਹੀ ਅੱਜ ਡਿਸਕਸ ਕਰਨਾ ਆਪਾਂ ਨੇ, ਠੀਕ ਹੈ ਫਰੈਂਡਸ। ਤਾਂ ਇਸ ਦੀਆਂ ਕੁਝ ਆਪਣੀਆਂ ਸਕੀਮਸ ਨੇ ਜੋ ਗੌਰਮੈਂਟ ਵੱਲੋਂ ਲਾਂਚ ਕੀਤੀਆਂ ਗਈਆਂ ਸੀ ਉਹਨਾਂ ਬਾਰੇ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲੀ ਦੇਖੋ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਡਨ। ਤਾਂ ਇਹ ਜਿਹੜੀ ਸਕੀਮ ਹੈ ਇਹ ਕਿਹੜੇ ਬੰਦੇ ਇਸ ਨੂੰ ਐਨਰੋਲ ਕਰ ਸਕਦੇ ਨੇ, ਜਿਹੜੇ ਕਰੰਟ ਰਜਿਸਟਰਡ ਬੈਨੀਫੀਸ਼ਰੀਜ਼ ਨੇ ਡਨ, ਯਾਨੀ ਕਿ ਜੋ ਲੇਬਰ ਡਿਪਾਰਟਮੈਂਟ ਦੇ ਅੰਡਰ ਕਰੰਟ ਬੈਨੀਫੀਸ਼ਰੀਜ਼ ਨੇ ਉਹਨਾਂ ਨੂੰ ਹੀ ਇਹ ਸਕੀਮ ਮਿਲੇਗੀ, ਠੀਕ ਹੈ ਫਰੈਂਡਸ। ਤਾਂ ਬੈਨੀਫੀਸ਼ਰੀਜ਼ ਐਂਡ ਅਦਰ ਮੈਂਬਰਸ ਆਫ ਹਿਸ ਫੈਮਿਲੀ ਸ਼ੈਲ ਬੀ ਕਵਰਡ ਅੰਡਰ ਦਿਸ ਸਕੀਮ। ਤਾਂ ਸਕੀਮ ਵਿੱਚ ਕੀ ਮਿਲੇਗਾ ਸਾਨੂੰ, ਹੈਲਥ ਇੰਸ਼ੋਰੈਂਸ ਮੋਡ ਇਨ ਵਿੱਚ ਜਿਹੜਾ ਬੈਨੀਫੀਸ਼ਰੀ ਹੋਏਗੀ ਐਂਡ ਉਹਦੀ ਜਿਹੜੀ ਫੈਮਿਲੀ ਹੋਏਗੀ ਉਸਨੂੰ 50,000 ਤੱਕ ਦਾ ਫ੍ਰੀ ਇਨਡੋਰ ਮੈਡੀਕਲ ਏਡ ਮਿਲੇਗਾ ਡਨ। ਉਹ ਗੌਰਮੈਂਟ ਹੋਸਪੀਟਲ 'ਚ ਜਾਂ ਪੈਨਲ ਪ੍ਰਾਈਵੇਟ ਹੋਸਪੀਟਲਸ ਵਿੱਚ ਡਨ। ਜਿਹੜੇ ਪੈਨਲ ਦਾ ਮਤਲਬ ਇਹ ਹੋ ਗਿਆ ਕਿ ਇੱਕ ਲਿਸਟ ਪ੍ਰੋਵਾਈਡ ਕੀਤੀ ਜਾਏਗੀ ਤਾਂ ਉਹਨਾਂ ਪ੍ਰਾਈਵੇਟ ਹੋਸਪੀਟਲ 'ਚ ਤੁਹਾਨੂੰ 50,000 ਦਾ ਫ੍ਰੀ ਇਨਡੋਰ ਮੈਡੀਕਲ ਏਡ ਮਿਲੇਗਾ। ਓਕੇ, ਤਾਂ ਇਸ ਵਿੱਚ ਜੋ ਮੇਨ ਇੰਪਲੀਮੈਂਟ ਕਰ ਰਹੀ ਹੈ ਇਸ ਸਕੀਮ ਨੂੰ ਉਹ ਹੋਏਗੀ ਪੰਜਾਬ ਹੈਲਥ ਸਕੀਮ ਕੋਰਪੋਰੇਸ਼ਨ ਇਜ਼ ਅ ਨੋਡਲ ਏਜੰਸੀ ਡਨ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਮੰਨ ਲਓ ਕਿ ਅੰਡਰ ਦਿਸ ਸਕੀਮ ਇਨ ਕੇਸ ਆਫ ਡੈਥ ਹੋ ਜਾਵੇ ਜਾਂ 100% ਪਰਮਾਨੈਂਟ ਡਿਸੇਬਿਲਿਟੀ ਹੋ ਜਾਵੇ, ਠੀਕ ਹੈ, ਜਾਂ ਕੋਈ ਐਕਸੀਡੈਂਟ ਹੋ ਜਾਵੇ ਤਾਂ 5 ਲੱਖ ਰੁਪਇਆ ਦਿੱਤਾ ਜਾਵੇਗਾ ਡਨ। ਇੰਸ਼ੋਰੈਂਸ ਕੰਪਨੀ ਪੇ ਕਰੇਗੀ
उस पर्सन डन जो ਜਾਂ ਤਾਂ ਐਕਸੀਡੈਂਟ ਦੁਆਰਾ ਕੋਈ ਡੈਥ ਹੋ ਗਿਆ ਜਾਂ ਡਿਸੇਬਲ ਹੋ ਗਿਆ, ਉਸ ਨੂੰ 5 ਲੱਖ ਰੁਪਏ ਮਿਲੇਗਾ। 5 ਲੱਖ ਕਿਸ ਤਰੀਕੇ ਨਾਲ ਮਿਲੇਗਾ ਉਸ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਮਿਲੇਗਾ। ਕਹਿੰਦੇ ਜੇ ਐਕਸੀਡੈਂਟਲ ਡੈਥ ਹੈ ਤਾਂ 4 ਲੱਖ ਮਿਲੇਗਾ, ਜੇ ਨੈਚੁਰਲ ਡੈਥ ਹੈ ਤਾਂ 3 ਲੱਖ ਮਿਲੇਗਾ। ਡਨ। ਕਹਿੰਦੇ ਇਨ ਦਾ ਇਵੈਂਟ ਆਫ ਦੀ 100% ਕੰਪਲੀਟ ਜਿਹੜੀ ਡਿਸੇਬਿਲਿਟੀ ਹੋਏਗੀ ਤਾਂ ਐਕਸ ਗ੍ਰੇਟੀਆ ਅਮਾਊਂਟ 4 ਲੱਖ ਮਿਲੇਗਾ। ਡਨ। ਇਨ ਕੇਸ ਉਹਦੀ ਪਾਰਸ਼ੀਅਲ ਡਿਸੇਬਿਲਿਟੀ ਹੋਏਗੀ ਤਾਂ ਉਸ ਮੁਤਾਬਿਕ ਜੇ ਆਪਾਂ ਗੱਲ ਕਰੀਏ ਤਾਂ ਪ੍ਰਪੋਰਸ਼ਨੇਟ ਅਮਾਊਂਟ ਆਫ 4 ਲੱਖ ਸ਼ੈਲ ਬੀ ਗਿਵਨ ਔਨ ਦਾ ਬੇਸਿਸ ਆਫ ਪਰਸੈਂਟੇਜ ਆਫ ਡਿਸੇਬਿਲਿਟੀ। ਕਿੰਨੀ ਪਰਸੈਂਟੇਜ ਦੀ ਡਿਸੇਬਿਲਿਟੀ ਹੈ, ਮਤਲਬ ਕਿ ਸਪੋਜ਼ ਕਰੋ ਪਾਰਸ਼ੀਅਲ ਡਿਸੇਬਿਲਿਟੀ ਦਾ ਮਤਲਬ ਇਹ ਹੋ ਗਿਆ ਕਿ ਡਾਕਟਰ ਵੱਲੋਂ ਇੱਕ ਰਿਪੋਰਟ ਹੋਏਗੀ ਜਿਸ ਵਿੱਚ ਕਿਹਾ ਜਾਏਗਾ ਕਿ ਇਹ ਬੰਦਾ 30 ਤੋਂ 40% ਜਾਂ 35-36% ਡਿਸੇਬਲ ਹੈ, ਤਾਂ ਉਸ ਮੁਤਾਬਿਕ ਰੇਟ ਤੈਅ ਕੀਤਾ ਜਾਏਗਾ। ਸਪੋਜ਼ ਕਰੋ ਕਿ 1% ਲਈ 4000 ਰੁਪਏ ਦਿੱਤਾ ਜਾਂਦਾ ਹੈ, ਤਾਂ 30 ਜੇ ਹੋਣਗੇ ਤਾਂ ਆਪਣਾ ਨੂੰ ਪਤਾ ਲੱਗ ਹੀ ਗਿਆ ਕਿ 12000 ਰੁਪਏ ਦਿੱਤਾ ਜਾਏਗਾ। ਠੀਕ ਹੈ, 12 ਨਹੀਂ ਹੋਏਗਾ, ਮਾफ़ ਕਰਨਾ, ਕਿ 1,20,000 ਦਿੱਤਾ ਜਾਏਗਾ। ਡਨ। ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਮੈਕਸਿਮਮ ਸਾਨੂੰ ਇਸ ਡਿਸੇਬਿਲਿਟੀ ਜਿਹੜੀ ਪਾਰਸ਼ੀਅਲ ਡਿਸੇਬਿਲਿਟੀ ਉਸ ਵਿੱਚ 4 ਲੱਖ ਰੁਪਏ ਦਿੱਤਾ ਜਾਏਗਾ। ਤੁਸੀਂ ਉਰੇ ਕਹੋਗੇ ਕਿ ਉਰੇ ਤਾਂ 5 ਲੱਖ ਰੁਪਏ ਪੇ ਕੀਤਾ ਜਾ ਰਿਹਾ। 5 ਲੱਖ ਉਸ ਵਕਤ ਪੇ ਕੀਤਾ ਜਾ ਰਿਹਾ ਕਿ ਜਦੋਂ ਆਪਾਂ ਇੰਸ਼ੋਰੈਂਸ ਕੰਪਨੀ ਦੁਆਰਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਵੀ ਕੋਈ ਇੰਸ਼ੋਰੈਂਸ ਕੰਪਨੀ ਵੱਲੋਂ ਦੇਣ ਦੀ ਕੋਸ਼ਿਸ਼ ਕਰਦੀ ਹੈ ਉਹ ਸਿੱਧਾ ਤੁਹਾਨੂੰ 5 ਲੱਖ ਨਹੀਂ ਦੇ ਦਿੰਦੀ। ਡਨ। ਉਸ ਦੀ ਕੁਝ ਅਮਾਊਂਟਸ ਹੁੰਦੀਆਂ, ਉਸ ਦੀ ਕੁਝ ਡਿਟੇਲਸ ਹੁੰਦੀ, ਕ੍ਰਾਈਟੀਰੀਆ ਹੁੰਦਾ, ਉਹਨਾਂ ਦੁਆਰਾ ਦਿੱਤਾ ਜਾਂਦਾ। ਤੁਸੀਂ ਕਦੇ ਵੀ ਦੇਖਣਾ ਤੁਹਾਡਾ ਕਦੇ ਜਿਹੜਾ ਵਾਹੀਕਲ ਕੀ ਨਾਮ ਹੈ ਵਾਹੀਕਲ ਜਦੋਂ ਇੰਸ਼ੋਰਡ ਹੁੰਦਾ ਉਸ 'ਤੇ ਅਮਾਊਂਟ ਤਾਂ ਲਿਖੀ ਹੁੰਦੀ ਹੈ ਕਿੰਨੇ ਤਾਂ ਇੰਸ਼ੋਰਡ ਹੈ, ਮਗਰ ਤੁਹਾਨੂੰ ਪੂਰੀ ਅਮਾਊਂਟ ਨਹੀਂ ਮਿਲਦੀ, ਉਹਦਾ ਤੁਹਾਨੂੰ ਕੁਛ ਨਾ ਕੁਛ ਲੈਸ ਕਰਕੇ ਹੀ ਮਿਲਦਾ। ਤਾਂ ਉਹ ਕੁਝ ਕ੍ਰਾਈਟੀਰੀਆ ਹੁੰਦਾ ਜੋ ਇਸ ਵਿੱਚ ਉਹਨਾਂ ਨੇ ਡਿਫਾਈਨ ਕੀਤਾ ਹੋਇਆ। ਡਨ। ਜੇ ਇਹਦੀ ਆਪਾਂ ਟਰਮਸ ਐਂਡ ਕੰਡੀਸ਼ਨ ਦੇਖ ਲਈਏ, ਕਹਿੰਦੇ ਜੇ ਇਨ ਦਾ ਕੇਸ ਆਫ ਡੈਥ ਆਫ ਦਾ ਬੈਨੀਫਿਸ਼ਰੀ, ਜੇ ਡੈਥ ਹੋ ਜਾਵੇ ਉਸ ਬੈਨੀਫਿਸ਼ਰੀ ਦੀ, ਤਾਂ ਫੈਮਿਲੀ ਮੈਂਬਰਸ ਹੈਜ਼ ਗਿਵਨ ਦੀ ਰੂਲ ਟੂ ਆਫ ਦੀ ਜਿਹੜੇ ਰੂਲਸ ਆਪਣੇ ਉਹ ਸਾਰਾ ਅਮਾਊਂਟ ਜਿੰਨਾ ਵੀ ਅਮਾਊਂਟ ਹੈ ਜਿੰਨਾ ਵੀ ਉਹਨਾਂ ਨੂੰ ਮਿਲੇਗਾ ਉਹ ਲੈਣ ਦੇ ਹੱਕਦਾਰ ਹੈ। ਉਹਨਾਂ ਦੀ ਫੈਮਿਲੀ ਦਾ ਮਤਲਬ ਕੀ ਹੋ ਗਿਆ ਕਿ ਸਪੋਜ਼ ਕਰੋ ਜੇ ਹਸਬੈਂਡ ਦੀ ਡੈਥ ਹੋਈ ਹੈ ਤਾਂ ਉਹਦੀ ਵਾਈਫ ਨੂੰ ਮਿਲੇਗਾ। ਡਨ। ਅਤੇ ਜਾਂ ਉਹਨਾਂ ਦੇ ਮਾਈਨਰ ਸਨਸ ਨੂੰ ਮਿਲੇਗਾ। ਡਨ। ਠੀਕ ਹੈ। ਤੋ ਆਪਾਂ ਇਹ ਕਹਿ ਸਕਦੇ ਹਾਂ ਕਿ ਅਨਮੈਰਿਡ ਡਾਟਰਸ ਨੂੰ ਮਿਲ ਸਕਦਾ ਹੈ। ਪੇਰੈਂਟਸ ਆਫ ਦੀ ਬਿਲਡਿੰਗ ਵਰਕਰ ਹੂ ਆਰ ਸੋਲੀ ਡਿਪੈਂਡੈਂਟ ਔਨ ਹਿਮ, ਜਿਹੜੇ ਉਸ ਜਿਹੜਾ ਵਰਕਰ ਹੈ, ਜਿਹੜਾ ਤੁਹਾਨੂੰ ਮੈਂ ਕਹਿਣਾ ਮੈਂ ਲੇਬਰ ਡਿਪਾਰਟਮੈਂਟ ਦੀ ਗੱਲ ਕਰ ਰਿਹਾ, ਤਾਂ ਲੇਬਰ ਡਿਪਾਰਟਮੈਂਟ 'ਚ ਜਿਹੜੇ ਕੰਸਟਰਕਸ਼ਨ 'ਚ ਵਰਕਰ ਹੁੰਦੇ ਆ ਜੋ ਇਸ ਜੋ ਇਹ ਬੈਨੀਫਿਸ਼ਰੀ ਹੈ ਸਕੀਮ ਦੇ, ਅਤੇ ਮੰਨ ਲਓ ਉਸ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਲਈ ਜਿਹੜੀ ਅਮਾਊਂਟ ਮਿਲੇਗੀ ਉਹ ਪੇਰੈਂਟਸ ਨੂੰ ਮਿਲੇਗੀ। ਠੀਕ ਹੈ। ਹੁਣ ਅਗਲਾ ਪੁਆਇੰਟ ਦੇਖੋ, ਕਹਿੰਦੇ ਜਿਹੜਾ ਡੈਥ ਸਰਟੀਫਿਕੇਟ ਹੈ ਉਹ ਤੁਹਾਨੂੰ ਪੋਰਟਲ 'ਤੇ ਅਪਲੋਡ ਕਰਵਾਉਣਾ ਹੀ ਪਏਗਾ ਤਾਂ ਹੀ ਤੁਹਾਨੂੰ ਇਸ ਐਕਸਕ੍ਰੀਟੀ ਅਮਾਊਂਟ ਤੁਹਾਨੂੰ ਮਿਲੇਗੀ। ਡਨ। ਉਸ ਤੋਂ ਬਾਅਦ ਕਹਿੰਦੇ ਐਕਸੀਡੈਂਟਲ ਦੀ ਜਿਹੜੀ ਡੈਥ ਹੈ ਉਸ ਦੀ ਜਿਹੜੀ ਅਟੈਸਟਡ ਕਾਪੀ ਆਫ DDR ਜਾਂ FIR ਕੋਈ ਵੀ ਐਸੀ ਪੋਸਟਮਾਰਟਮ ਰਿਪੋਰਟ ਉਹ ਤੁਹਾਨੂੰ ਅਪਲੋਡ ਕਰਨੀ ਪਏਗੀ। ਡਨ। ਤਾਂ ਉਸ ਤੋਂ ਬਾਅਦ ਜੇ ਕੋਈ ਡਿਸੇਬਲ ਜਾਂ ਪਾਰਸ਼ੀਅਲ ਡਿਸੇਬਲ ਹੈ ਉਹਦੀ ਜਿਹੜੀ ਰਿਪੋਰਟ ਆ ਉਹ ਤੁਹਾਨੂੰ ਜਿਹੜਾ ਸਰਟੀਫਿਕੇਟ ਮਿਲੇਗਾ ਉਹ ਵੀ ਤੁਹਾਨੂੰ ਅਪਲੋਡ ਕਰਨਾ ਪਏਗਾ। ਠੀਕ ਹੈ, ਪੋਰਟਲ 'ਤੇ। ਡਨ। ਤਾਂ ਅੱਗੇ ਆਪਾਂ ਅਗਲਾ ਆਪਣਾ ਜਿਹੜਾ ਸਕੀਮ ਹੈ ਉਹ ਦੇਖ ਲੈਂਦੇ ਹਾਂ। ਆਪਾਂ ਅਗਲੀ ਸਕੀਮ ਹੈਗੀ ਆਪਣੀ ਸਟਾਈਫਨ ਸਕੀਮ ਫॉर ਦ ਚਿਲਡਰਨ ਆਫ ਰਜਿਸਟਰਡ ਕੰਸਟਰਕਸ਼ਨ ਵਰਕਰਸ। ਜਿਹੜੇ ਮੈਂ ਤੁਹਾਨੂੰ ਲੇਬਰ ਡਿਪਾਰਟਮੈਂਟ ਦੀ ਗੱਲ ਕਰ ਰਿਹਾ, ਬਾਰ-ਬਾਰ ਕਹਿ ਰਿਹਾ ਕਿ ਤੁਹਾਨੂੰ ਲੇਬਰ ਡਿਪਾਰਟਮੈਂਟ ਦੇ ਅੰਡਰ ਜੋ ਵੀ ਵੈਲਫੇਅਰ ਸਕੀਮ ਚੱਲੀਆਂ ਨੇ ਉਹਨਾਂ ਬਾਰੇ ਗੱਲ ਕਰ ਰਹੇ ਹਾਂ। ਤਾਂ ਉਹਨਾਂ ਦੇ ਜਿਹੜੇ ਕੰਸਟਰਕਸ਼ਨ ਵਰਕਰਸ ਹੁੰਦੇ ਆ, ਡਨ, ਜਿਹੜੇ ਮਤਲਬ ਕਿ ਰਜਿਸਟਰਡ ਹੁੰਦੇ ਗੌਰਮੈਂਟ ਦੇ ਡਾਟਾ ਦੇ ਆਧਾਰ 'ਤੇ ਰਜਿਸਟਰਡ ਹੁੰਦੇ ਆ। ਡਨ। ਜਿਹੜੇ ਬੈਨੀਫਿਸ਼ਰੀ ਹੁੰਦੇ ਆ ਉਹਨਾਂ ਦੇ ਬੱਚਿਆਂ ਲਈ ਵੀ ਕੋਈ ਸਕੀਮ ਨਿਕਲ ਕੇ ਸਾਹਮਣੇ ਆਉਂਦੀ ਹੈ ਅਤੇ ਉਹ ਡਿਪਾਰਟਮੈਂਟ ਆਫ ਲੇਬਰ ਜਿਹੜੀ ਹੁੰਦੀ ਹੈ ਉਹੀ ਕੱਢਦੀ ਹੈ। ਡਨ। ਤਾਂ ਮਤਲਬ ਕਿ ਆਉਂਦੀ ਤਾਂ ਕੈਬਨਿਟ ਦੇ ਅਪਰੂਵਲ ਨਾਲ ਹੀ ਆ, ਮਗਰ ਜੋ ਪ੍ਰਪੋਜ਼ਲ ਲੈ ਕੇ ਆਉਂਦਾ ਉਹ ਲੇਬਰ ਡਿਪਾਰਟਮੈਂਟ ਹੀ ਲੈ ਕੇ ਆਉਂਦਾ। ਤਾਂ ਜਿਹੜੇ ਕੰਸਟਰਕਸ਼ਨ ਵਰਕਰ ਹੈ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਸਟਾਈਫਨ ਸਕੀਮ ਮਿਲਣੀ ਹੈ ਉਹਨਾਂ ਬਾਰੇ ਗੱਲ ਕੀਤੀ ਹੋਈ ਹੈ ਕਿ ਆਪਣੇ ਪੰਜਾਬ ਦੀ ਗੌਰਮੈਂਟ ਨੇ ਇਹ ਵੀ ਸਕੀਮ ਵੀ ਚਲਾਈ ਹੋਈ ਹੈ ਕਿ ਜਿਹੜੇ ਕੰਸਟਰਕਸ਼ਨ ਵਰਕਰ ਹੈ ਉਹਨਾਂ ਦੇ ਬੱਚਿਆਂ ਲਈ ਸਟਾਈਫਨ ਸਕੀਮ ਕੱਢੀ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਪੜ੍ਹਾਈ ਵਿੱਚ ਕੋਈ ਮਤਲਬ ਕਿ ਇੰਟਰਪਟ ਮਤਲਬ ਕਿ ਕੋਈ ਵੀ ਵਾਧਾ ਨਾ ਆਵੇ, ਮਤਲਬ ਕਹਿਣਾ ਰੋਕ ਨਾ ਲੱਗੇ, ਕਹਿਣ ਦਾ ਭਾਵ ਇਹ ਹੈ। ਤਾਂ ਉਹ ਕਿਸ ਤਰ੍ਹਾਂ ਮਿਲੇਗਾ ਤੁਹਾਨੂੰ ਸਟਾਈਫਨ, ਕਿਸ ਤਰ੍ਹਾਂ ਮਿਲੇਗਾ। ਡਨ। ਮੰਨ ਲਓ ਕਿ ਇੱਕ ਫਸਟ ਕਲਾਸ ਤੋਂ 5 ਕਲਾਸ ਦੇ ਤੱਕ ਦੇ ਬੱਚੇ ਹੈ ਤਾਂ ਬॉयज़ ਨੂੰ 3000 ਰੁਪਏ ਸਟਾਈਫਨ ਮਿਲੇਗਾ ਅਤੇ ਗਰਲਸ ਨੂੰ ਕਿੰਨਾ ਮਿਲੇਗਾ ਆਪਾਂ ਨੂੰ ਦੱਸੋ 4000 ਰੁਪਏ ਮਿਲੇਗਾ। ਜੇ 6ਵੀਂ ਤੋਂ 8ਵੀਂ ਤੱਕ ਦੇ ਨੇ, ਠੀਕ ਹੈ, ਤਾਂ 5000 ਮਿਲੇਗਾ, 7000 ਮਿਲੇ। 9ਵੀਂ ਤੋਂ 10ਵੀਂ ਦੇ 10000 ਮਿਲੇਗਾ, 13000 ਮਿਲੇਗਾ। 11ਵੀਂ ਤੋਂ 12ਵੀਂ ਦੇ ਨੇ 20000 ਮਿਲੇਗਾ, 25000 ਮਿਲੇਗਾ। ਜੇ ਕਾਲਜ ਸਟੂਡੈਂਟਸ ਨੇ ਡਨ ਤਾਂ 25000 ਮਿਲੇਗਾ। ਡਨ। ਜੇ ਉਹ ਹੋਸਟਲ ਰਹਿੰਦੇ ਨੇ ਤਾਂ ਉਹਨਾਂ ਨੂੰ 40000 ਮਿਲੇਗਾ ਬॉयज़ ਨੂੰ, ਅਤੇ ਇਹਨਾਂ ਨੂੰ 30000 ਮਿਲੇਗਾ। ਜੇ ਹੋਸਟਲ ਰਹਿੰਦੀਆਂ ਨੇ ਕੁੜੀਆਂ ਤਾਂ 45000 ਮਿਲੇਗਾ। ਡਨ। ਉਸ ਤੋਂ ਬਾਅਦ ਜੇ ਮੈਡੀਕਲ ਇੰਜੀਨੀਅਰਿੰਗ ਦੀ ਲਾਈਨ ਵਿੱਚ ਨੇ, ਸਟੱਡੀ ਕਰ ਰਹੇ ਨੇ ਤਾਂ 40000। ਡਨ। ਜੇ ਹੋਸਟਲ 'ਚ ਰਹਿੰਦੇ ਨੇ 60000, ਇਹਨਾਂ ਨੂੰ 50000 ਕੁੜੀਆਂ ਨੂੰ, ਅਤੇ ਜੇ ਹੋਸਟਲ 'ਚ ਰਹਿੰਦੇ ਨੇ ਉਹਨਾਂ ਨੂੰ 70000। ਡਨ। ਹੁਣ ਉਹਦੀ ਕੁਝ ਐਲੀਜੀਬਿਲਿਟੀ ਦੇਖ ਲੈਂਦੇ ਹਾਂ। ਕਹਿੰਦੇ ਜਿਹੜਾ ਬੈਨੀਫਿਟ ਹੈ ਸ਼ੈਲ ਬੀ ਗਿਵਨ ਟੂ ਦ ਚਿਲਡਰਨ ਆਫ ਦੀ ਓਨਲੀ ਰਜਿਸਟਰਡ, ਜਿਹੜੇ ਰਜਿਸਟਰਡ ਬੈਨੀਫਿਸ਼ਰੀ ਹੋਣਗੇ ਉਹਨਾਂ ਨੂੰ ਹੀ ਮਿਲੇਗਾ। ਡਨ। ਹੋਰ ਕਿਸੇ ਨੂੰ ਨਹੀਂ ਮਿਲਣਾ। ਡਨ।
ਤਾਂ ਅੱਗੇ ਆਪਾਂ ਦੇਖ ਰਹੇ ਕਹਿੰਦੇ ਸਟਾਈਫੰਡ ਸ਼ੈਲ ਵੀ ਆਲਸੋ ਵੀ ਗਰੰਟਡ ਟੂ ਦਾ ਬੈਨੀਫਿਸ਼ਰੀ ਫॉर ਹਿਸ ਓਨ ਸਟੱਡੀ। ਉਹਦੀ ਖੁਦ ਦੀ ਜਿਹੜੀ ਸਟੱਡੀ ਹੈ ਇਨ ਈਵਨਿੰਗ ਕਲਾਸ ਵਿੱਚ ਜਾਂ ਕਿਸੇ ਅਪਰੂਵਡ ਇੰਸਟੀਟਿਊਟ ਜਾਂ ਯੂਨੀਵਰਸਿਟੀ ਦੁਆਰਾ ਉਹ ਜਿਹੜਾ ਵਰਕਰ ਹੈ ਪੜ੍ਹ ਰਿਹਾ, ਖੁਦ ਪੜ੍ਹ ਰਿਹਾ, ਇੱਕ ਤਾਂ ਉਹਨਾਂ ਦੇ ਬੱਚਿਆਂ ਨੂੰ ਮਿਲ ਸਕਦਾ, ਉਸ ਤੋਂ ਇਲਾਵਾ ਜੇ ਉਹ ਖੁਦ ਵੀ ਪੜ੍ਹ ਰਿਹਾ ਤਾਂ ਵੀ ਉਸ ਨੂੰ ਸਟਾਈਫੰਡ ਦਿੱਤਾ ਜਾ ਸਕਦਾ। ਠੀਕ ਹੈ। ਸਟਾਈਫੰਡ ਸ਼ੈਲ ਨੋਟ ਵੀ ਗਰੰਟਡ ਇਨ ਦਾ ਫੇਲ। ਜੇ ਕੋਈ ਬੱਚਾ ਫੇਲ ਹੋ ਜਾਂਦਾ ਲਾਸਟ ਕਲਾਸ ਵਿੱਚ, ਡਨ, ਮਤਲਬ ਕੋਈ ਵੀ ਕਲਾਸ ਐਸੀ ਜਿਵੇਂ 8ਵੀਂ ਕਲਾਸ 'ਚੋਂ ਫੇਲ ਹੋ ਜਾਂਦਾ ਤਾਂ ਉਹਨੂੰ 9ਵੀਂ 'ਚ ਉਹ ਸਟਾਈਫੰਡ ਨਹੀਂ ਮਿਲੇਗਾ। ਡਨ। ਕਹਿੰਦੇ ਇਫ ਦਾ ਬੈਨੀਫਿਸ਼ਰੀ ਹੈਜ਼ ਅਵੇਲਡ ਸੱਚ ਬੈਨੀਫਿਟਸ ਫਰੋਮ ਐਨੀ ਅਦਰ ਡਿਪਾਰਟਮੈਂਟ। ਜੇ ਕੁਝ ਇਸ ਸਟਾਈਫੰਡ ਤੋਂ ਇਲਾਵਾ ਬੱਚਿਆਂ ਦੇ ਜੋ ਸਟਾਈਫੰਡ ਮਿਲੇ ਉਸ ਤੋਂ ਇਲਾਵਾ ਜੇ ਉਹ ਕਿਸੇ ਹੋਰ ਡਿਪਾਰਟਮੈਂਟ ਤੋਂ ਵੀ ਕੁਝ ਬੈਨੀਫਿਟ ਉਹਦਾ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹੀ ਵਿਲ ਬੀ ਆਲਸੋ ਇੰਟਾਈਟਲ ਟੂ ਗੈਟ ਦ ਬੈਨੀਫਿਟ ਅੰਡਰ ਦਿਸ ਸਕੀਮ। ਡਨ। ਮਤਲਬ ਕਿ ਸਪੋਜ਼ ਕਰੋ, ਮੇਰੇ ਕਹਿਣ ਦਾ ਮਤਲਬ ਇਹ ਹੈ, ਮੰਨ ਲਓ ਕਿ ਤੁਸੀਂ ਕਨਫਿਊਜ਼ਨ ਹੋਣਾ ਕਿ ਕੋਈ ਜਿਹੜੇ ਵਰਕਰ ਹੈ ਉਹ ਕਿਸੇ ਹੋਰ ਡਿਪਾਰਟਮੈਂਟ ਦੇ ਜਿਹੜੀ ਸਕੀਮ ਹੈ ਉਸ ਲਈ ਮਤਲਬ ਕਿ ਉਸ ਦਾ ਬੈਨੀਫਿਟ ਲੈ ਰਹੇ ਨੇ, ਤਾਂ ਉਹਨਾਂ ਲੋਕਾਂ ਨੂੰ ਵੀ ਜਿਹੜੀ ਇਹ ਸਕੀਮ ਹੈ ਸਟਾਈਫੰਡ ਸਕੀਮ ਹੈ ਤਾਂ ਉਹ ਇਸ ਦਾ ਵੀ ਬੈਨੀਫਿਟ ਲੈ ਸਕਦੇ ਨੇ। ਕਹਿਣ ਦਾ ਭਾਵ ਇਹ ਹੈ। ਓਕੇ। ਆ ਸਰਟੀਫਿਕੇਟ ਇਸ਼ੂਡ ਬਾਈ ਦਾ ਐਜੂਕੇਸ਼ਨ ਇੰਸਟੀਟਿਊਟ ਸ਼ੈਲ ਬੀ ਅਪਲੋਡਡ ਔਨ ਦਾ ਪੋਰਟਲ। ਜਿਹੜਾ ਐਜੂਕੇਸ਼ਨ ਇੰਸਟੀਟਿਊਟ ਦੁਆਰਾ ਜਿਹੜਾ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਉਹੀ ਸੇਮ ਕਹਾਣੀ ਜਿਵੇਂ ਦੈਥਰੀ ਜੇ ਆਪਾਂ ਉੱਪਰਲਾ ਸਕੀਮ ਦੇਖੀ ਸੀ ਉਸ ਤਰੀਕੇ ਨਾਲ ਇਸ ਸਕੀਮ ਵਿੱਚ ਤੁਹਾਨੂੰ ਕੁਝ ਮਤਲਬ ਕਿ ਤੁਹਾਨੂੰ ਡਾਕੂਮੈਂਟਸ ਪੋਰਟਲ 'ਤੇ ਅਪਲੋਡ ਕਰਨੇ ਹੀ ਪੈਣੇ ਆ। ਨੈਕਸਟ ਸਕੀਮ ਦੇਖ ਲੈਂਦੇ ਹਾਂ, ਸ਼ਗੁਨ ਸਕੀਮ। ਸ਼ਗੁਨ ਸਕੀਮ ਤੁਹਾਨੂੰ ਸੁਣੀ ਹੋਣੀ ਕਿ ਜਿਹੜੀ ਮੈਰਿਜ ਹੁੰਦੀ ਹੈ 2 ਡਾਟਰਸ ਦੀ ਆਫ ਦ ਰਜਿਸਟਰਡ ਕੰਸਟਰਕਸ਼ਨ ਵਰਕਰ ਦੀ, ਉਹਨਾਂ ਨੂੰ 31,000 ਰੁਪਇਆ ਸ਼ਗੁਨ ਦੇ ਤੌਰ 'ਤੇ ਦਿੱਤਾ ਜਾਵੇਗਾ ਫॉर 2 ਡਾਟਰਸ। ਹਮੇਸ਼ਾ ਯਾਦ ਰੱਖਣਾ, ਪੁੱਛਿਆ ਜਾ ਸਕਦਾ ਹੈ ਸਿਰਫ ਪਹਿਲੀਆਂ 2 ਬੇਟੀਆਂ ਲਈ। ਤਾਂ ਇਹ ਹੈ ਕਿ ਸ਼ਗਨ ਸਕੀਮ ਜਿਹੜੀ ਹੈ ਸ਼ੈਲ ਬੀ ਐਪਲੀਕੇਬਲ ਓਨਲੀ ਵੰਸ, ਇੱਕੋ ਵਾਰੀ ਮਿਲੇਗਾ ਔਨ ਦੀ ਕੇਸ ਆਫ ਮੈਰਿਜ ਆਫ ਦੀ 2 ਡਾਟਰਸ। ਠੀਕ ਹੈ, ਅਪ ਟੂ 2 ਡਾਟਰਸ। ਜੇ ਇੱਕੋ ਕੁੜੀ ਹੈ ਤਾਂ ਕੋਈ ਗੱਲ ਨਹੀਂ, ਮਗਰ ਅਪ ਟੂ 2 ਡਾਟਰਸ ਲਈ ਪਹਿਲੀ ਫਸਟ ਮੈਰਿਜ ਲਈ ਹੀ ਮਿਲੇਗਾ। ਡਨ। ਸੈਕਿੰਡ ਮੈਰਿਜ ਲਈ ਨਹੀਂ ਮਿਲੇਗਾ, ਬਾਈ ਕਰੇ ਹੋਵੇ ਹੀ ਨਾ, ਬਟ ਬਾਈ ਚਾਂਸ ਜੇ ਹੁੰਦੀ ਹੈ ਤਾਂ ਉਹ ਸੈਕਿੰਡ ਮੈਰਿਜ ਲਈ ਨਹੀਂ ਮਿਲੇਗਾ। ਫਸਟ ਮੈਰਿਜ ਲਈ ਉਹਨਾਂ ਨੂੰ 31,000 ਮਿਲੇਗਾ। ਡਨ। ਉਹੀ ਕਿਹਾ ਉਹਨਾਂ ਨੇ, ਸ਼ੈਲ ਨੋਟ ਬੀ ਐਪਲੀਕੇਬਲ ਟੂ ਦ ਸੈਕਿੰਡ ਮੈਰਿਜ। ਉਸ ਤੋਂ ਬਾਅਦ ਕਹਿੰਦੇ ਇਫ ਦਾ ਡਾਟਰ ਇਜ਼ ਹਰਸੈਲਫ ਰਜਿਸਟਰਡ ਐਜ਼ ਅ ਬੈਨੀਫਿਸ਼ਰੀ। ਜੇ ਡਾਟਰ ਆਪਣੇ ਆਪ ਨੂੰ ਰਜਿਸਟਰ ਕਰਦੀ ਹੈ, ਪਹਿਲੇ ਤਾਂ ਕੰਸਟਰਕਸ਼ਨ ਵਰਕਰਸ ਆਪਣੇ ਆਪ ਨੂੰ ਰਜਿਸਟਰ ਕੀਤਾ ਹੋਇਆ ਸੀ ਅਤੇ ਉਹ ਆਪਣੀ ਬੇਟੀਆਂ ਦੇ ਆਧਾਰ 'ਤੇ ਉਹਨੂੰ ਪੈਸਾ ਮਿਲ ਸਕਦਾ ਸੀ। ਹੁਣ ਦੂਜੀ ਗੱਲ ਆ ਗਈ ਕਿ ਇਸ ਡਾਟਰ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੋਇਆ ਵਿਦ ਦੀ ਬੋਰਡ, ਤਾਂ ਸ਼ੀ ਸ਼ੈਲ ਬੀ ਇੰਟਾਈਟਲਡ ਫॉर ਦ ਅਮਾਊਂਟ ਆਫ ਸ਼ਗਨ ਔਨ ਦ ਕੇਜ਼ਨ ਆਫ ਓਨ ਮੈਰਿਜ। ਠੀਕ ਹੈ, ਉਹ ਆਪਣੀ ਮੈਰਿਜ ਦੇ ਉੱਪਰ ਪੈਸਾ ਲੈ ਸਕਦੀ ਹੈ। ਰਜਿਸਟਰਡ ਜਿਹੜਾ ਵਰਕਮੈਨ ਹੋਏਗਾ ਉਹ ਸਬਮਿਟ ਕਰੇਗਾ ਐਪਲੀਕੇਸ਼ਨ ਵਿਦਿਨ ਦਾ 3 ਮੰਥਸ ਆਫਟਰ ਦੀ ਫਿਕਸ ਡੇਟ ਆਫ ਮੈਰਿਜ। ਜਦੋਂ ਡੇਟ ਦੀ ਮੈਰਿਜ ਫਿਕਸ ਹੋ ਗਈ ਉਸ ਤੋਂ ਲੈ ਕੇ ਅਗਲੇ 3 ਮਹੀਨਿਆਂ ਦੇ ਅੰਦਰ ਅੰਦਰ ਉਸ ਨੂੰ ਆਪਣਾ ਜਿਹੜਾ ਐਪਲੀਕੇਸ਼ਨ ਹੈ ਉਹ ਮਤਲਬ ਕਿ ਦੇਣਾ ਪਏਗਾ ਭਰ ਕੇ। ਉਸ ਨੂੰ ਡਿਟੇਲ ਦੱਸਣੀਆਂ ਹੋਣਗੀਆਂ ਕਿ ਉਸਦਾ ਵਿਆਹ ਕਿਸ ਤਰ੍ਹਾਂ ਹੋ ਰਿਹਾ, ਮਤਲਬ ਉਹਦਾ ਨਾਮ ਕੀ ਹੈ, ਉਸਦੇ ਸਾਰੇ ਡਾਕੂਮੈਂਟਸ ਵਗੈਰਾ। ਡਨ। ਤਾਂ ਇੱਕ ਸਰਟੀਫਿਕੇਟ ਜਿਹੜਾ ਓਬਟੇਨ ਹੁੰਦਾ ਮੈਰਿਜ ਰਜਿਸਟਰਾਰ ਤੋਂ ਉਹ ਵੀ ਉਸ ਨੂੰ ਅਟੈਚ ਕਰਨਾ ਪਏਗਾ ਉਸ ਐਪਲੀਕੇਸ਼ਨ 'ਚ। ਡਨ। ਠੀਕ ਹੈ। ਇਫ ਦਾ ਬੈਨੀਫਿਸ਼ਰੀ ਹੈਜ਼ ਅਵੇਲਡ ਸੱਚ ਬੈਨੀਫਿਟਸ ਫਰੋਮ ਐਨੀ ਅਦਰ ਡਿਪਾਰਟਮੈਂਟ ਤਾਂ ਉਹ ਵੀ ਹੀ ਵਿਲ ਬੀ ਆਲਸੋ ਇੰਟਾਈਟਲਡ ਟੂ ਗੈਟ ਦੀ ਬੈਨੀਫਿਟ ਅੰਡਰ ਦਿਸ ਸਕੀਮ। ਉਹੀ ਸੇਮ ਕਹਾਣੀ ਜਿਵੇਂ ਤੁਹਾਨੂੰ ਮੈਂ ਉੱਪਰਲੀ ਸਕੀਮ ਦੇ ਬਾਰੇ ਦੱਸਿਆ ਸੀ। ਉਸ ਤੋਂ ਬਾਅਦ ਆਇਓ ਅਗਲੀ ਸਕੀਮ ਜਿਹੜੀ ਹੈ ਆਪਣੀ ਲਿਵਿੰਗ ਟਰੈਵਲਿੰਗ ਕੰਸੈਸ਼ਨ ਫॉर ਰਜਿਸਟਰਡ ਕੰਸਟਰਕਸ਼ਨ ਵਰਕਰਸ। ਡਨ। LTC ਤੁਹਾਨੂੰ ਮਿਲੇਗੀ ਰਜਿਸਟਰਡ ਕੰਸਟਰਕਸ਼ਨ ਵਰਕਰਸ ਨੂੰ ਕਿੰਨੀ ਮਿਲੇਗੀ ਅਮਾਊਂਟ 2,000 ਰੁਪਏ ਮਿਲ ਸਕਦੀ ਹੈ। ਕਿਸ ਤਰ੍ਹਾਂ ਮਿਲੇਗੀ ਉਸ ਬਾਰੇ ਜਾਣਕਾਰੀ ਲੈ ਲੈਂਦੇ ਹਾਂ। ਠੀਕ ਹੈ। ਟਰੈਵਲਿੰਗ ਦਾ ਜਿਹੜਾ ਪੈਸਾ ਮਿਲਦਾ। ਡਨ। ਜਿਵੇਂ ਵਰਕਰਸ ਨੂੰ ਔਖਾ ਹੁੰਦਾ ਨਾ, ਜਿਵੇਂ ਸਪੋਜ਼ ਕਰੋ ਵਰਕਰਸ ਨੂੰ ਇੱਕ ਥਾਂ ਤੋਂ ਦੂਜੇ ਥਾਂ ਜਾ ਕੇ ਕੰਮ ਕਰਨਾ ਪੈਂਦਾ, ਜਿਹੜਾ ਉਹਦਾ ਟਰੈਵਲਿੰਗ ਦਾ ਖਰਚਾ ਆਉਂਦਾ, ਲੀਵ ਟਰੈਵਲਿੰਗ ਕੰਸੈਸ਼ਨ ਦਾ ਜਿਹੜਾ ਖਰਚਾ ਆਉਂਦਾ ਉਹਦਾ ਦੇਣਾ ਗੌਰਮੈਂਟ ਵੱਲੋਂ ਇਸ ਡਿਊਟੀ ਨੂੰ ਨਿਭਾਉਣ ਦਾ ਜਿਹੜਾ ਦਾਇਰਾ ਹੈ ਉਹ ਗੌਰਮੈਂਟ ਨੇ ਆਪਣੇ ਹੱਥ ਲਿੱਤਾ ਹੋਇਆ। ਦ ਕੰਸੈਸ਼ਨ ਵਰਕਰ ਸ਼ੈਲ ਬੀ ਐਲੀਜੀਬਲ ਨੇ ਫॉर LTC ਫॉर ਜਰਨੀਜ਼ ਆਫ ਦ ਰਿਲੀਜੀਅਸ ਐਂਡ ਹਿਸਟੋਰੀਕਲ ਪਲੇਸਿਸ ਇਨ ਇੰਡੀਆ। ਠੀਕ ਹੈ। ਉਸ ਤੋਂ ਇਲਾਵਾ ਮੈਂ ਤੁਹਾਨੂੰ ਜਿਵੇਂ ਕੰਮ ਦੀ ਗੱਲ ਕੀਤੀ ਸੀ ਉਸ ਤੋਂ ਇਲਾਵਾ ਵੀ ਜੇ ਕੋਈ ਆਪਣੀ ਜਰਨੀ ਤੈਅ ਕਰਦੇ ਨੇ ਕੋਈ ਰਿਲੀਜੀਅਸ ਪਰਪਸ, ਜਿਵੇਂ ਗੋਲਡਨ ਟੈਂਪਲ ਚਲੇਗੀ ਤਾਂ ਉੱਥੇ ਜਾਣ ਦਾ ਜਿਹੜਾ ਖਰਚਾ ਆਉਂਦਾ, ਉੱਥੇ ਰਹਿਣ ਦਾ ਖਰਚਾ, ਉਹ ਜਿਹੜਾ ਖਰਚਾ ਹੈ ਉਹ ਗੌਰਮੈਂਟ ਆਪਣੇ ਵੱਲੋਂ ਅਮਾਊਂਟ 2,000 ਤੱਕ ਦੇ ਸਕਦੀ ਹੈ। ਠੀਕ ਹੈ। ਜਾਂ ਆਪਣੇ ਘਰ ਜਾਣਾ, ਸਪੋਜ਼ ਕਰੋ ਕੋਈ ਪੰਜਾਬ 'ਚ ਰਹਿੰਦਾ ਕਿਸੇ ਥਾਂ ਤਾਂ ਉੱਥੋਂ ਦੀ ਆਪਣੇ UP ਜਾਣਾ ਉਸਨੇ। ਠੀਕ ਹੈ। UP ਜਾਣਾ ਤਾਂ ਉੱਥੇ ਦਾ ਜਿਹੜਾ ਵਿਚਕਾਰਲਾ ਜਿਹੜਾ ਖਰਚਾ ਆ ਰਿਹਾ ਉਸ ਖਰਚੇ ਨੂੰ ਵੀ ਗੌਰਮੈਂਟ ਦੇਣਾ ਚਾਹੇਗੀ, ਮਗਰ ਕਿੰਨੀ ਅਮਾਊਂਟ ਮੈਕਸਿਮਮ ਦੇ ਸਕਦੀ ਹੈ 2,000 ਰੁਪਏ। ਠੀਕ ਹੈ। ਕਹਿੰਦੇ ਜਿਹੜਾ ਬੈਨੀਫਿਸ਼ਰੀ ਹੈ ਉਹ ਐਲੀਜੀਬਲ ਹੋ ਜਾਂਦਾ ਇਸ ਬੈਨੀਫਿਟ ਦੇ ਹਰੇਕ 2 ਸਾਲਾਂ ਬਾਅਦ। ਠੀਕ ਹੈ। ਤਾਂ ਬੈਨੀਫਿਟ ਆਫ LTC ਸ਼ੈਲ ਬੀ ਗਰਾਂਟਡ ਆਫਟਰ ਦਾ ਰਿਟਰਨ ਫਰਮ ਜਰਨੀ। ਜਦੋਂ ਤੁਸੀਂ ਜਰਨੀ ਤੋਂ ਵਾਪਸ ਆ ਜਾਂਦੇ ਹੋ ਉਸ ਤੋਂ ਬਾਅਦ ਤੁਹਾਨੂੰ ਪੈਸਾ ਮਿਲੇਗਾ। ਤਾਂ ਤੁਹਾਨੂੰ ਕੀ ਕਰਨਾ ਪਏਗਾ ਉਸ ਲਈ? ਸੈਲਫ ਡੈਕਲੇਰੇਸ਼ਨ ਫੋਰਮ, ਜਿਹੜਾ ਸੈਲਫ ਡੈਕਲੇਰੇਸ਼ਨ ਆਪਾਂ ਨੂੰ ਭਰ ਕੇ ਦੇਣਾ ਪਏਗਾ। ਠੀਕ ਹੈ। ਵਿਦ ਨਾਲ ਪ੍ਰੂਫ ਵੀ ਦੇਣਾ ਪਏਗਾ, ਮਤਲਬ ਕਿ ਤੁਹਾਨੂੰ ਜਿਹੜਾ ਖਰਚਾ ਕੀਤਾ ਉਹਦੇ ਜਿਹੜੇ ਕੁਝ ਬਿਲਸ ਹੋਣਗੇ ਉਹ ਤੁਹਾਨੂੰ ਨਾਲ ਦੇਣੇ ਪੈਣਗੇ। ਡਨ।
ऑनलाइन ही करना पेगा थ्रू द लेबर इंस्पैक्टर, लेबर इन्फोर्समेंट ऑफिसर ऑफ द एरिया और थ्रू द नियरेस्ट सुविधा केंद्र। यानी कि ਜਾਂ ਸੁਵਿਧਾ ਕੇਂਦਰ ਚਲੇ ਜਾਓ ਜਾਂ ਲੇਬਰ ਇਨਫੋਰਸਮੈਂਟ ਆਫਿਸਰ ਚਲੇ ਜਾਓ ਦੈਨ ਕੋਲ ਚਲੇ ਜਾਓ, ਕਹਿਣ ਦਾ ਭਾਵ ਤਾਂ ਉਸ ਦੁਆਰਾ ਤੁਸੀਂ ਆਪਣੇ ਬੈਨੀਫਿਟ ਲੈ ਸਕਦੇ ਹੋ। ਕਹਿੰਦਾ ਜੇ ਕੋਈ ਜਰਨੀ ਦੇ ਦੌਰਾਨ ਐਕਸੀਡੈਂਟ ਹੋ ਜਾਂਦਾ ਤਾਂ ਉਸ ਨੂੰ ਐਸਾ ਕੋਈ ਕੰਪਨਸੇਸ਼ਨ ਨਹੀਂ ਮਿਲੇਗਾ। ਹਮੇਸ਼ਾ ਯਾਦ ਰੱਖਣਾ, ਮੋਸਟ ਇੰਪੋਰਟੈਂਟ ਪੁਆਇੰਟ ਹੈ। ਜਿਹੜਾ ਰਜਿਸਟਰਡ ਬੈਨੀਫਿਸ਼ਰੀ ਹੋਏਗੀ, ਜਿਹੜਾ ਹੋਏਗਾ getting benefit of the LTC under any similar scheme from the any other government department, they will not be entitled to benefit of the scheme। ये इस तरह ਦੀ ਕੋਈ ਸਿਮਿਲਰ ਸਕੀਮ ਕਿਸੇ ਹੋਰ ਡਿਪਾਰਟਮੈਂਟ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਉਹ ਬੰਦਾ ਇਸ ਸਕੀਮ ਨੂੰ ਲੈਣ ਦਾ ਮਤਲਬ ਕਿ ਲੈਣ ਦੇ ਹੱਕ ਵਿੱਚ ਨਹੀਂ ਹੋਏਗਾ। ਸਮਝ ਗਏ? ਮਤਲਬ ਕਿ ਆਲਰੇਡੀ ਉਹ ਕਿਸੇ ਹੋਰ ਡਿਪਾਰਟਮੈਂਟ ਤੋਂ ਕੋਈ ਸਕੀਮ ਦਾ ਆਲਰੇਡੀ ਫਾਇਦਾ ਚੱਕ ਰਿਹਾ ਤਾਂ ਫੈਕਟ ਦੀ ਗੱਲ ਆ ਕਿ ਉਸ ਨੂੰ ਇਸ ਵਿੱਚ ਮਤਲਬ ਕਿ ਕੀ ਨਾਮ ਹੈ ਫਾਇਦਾ ਨਹੀਂ ਮਿਲੇਗਾ। ਡਨ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੈਲਫੇਅਰ ਸਕੀਮ ਆਪਣੀ ਅਗਲੀ ਸਕੀਮ ਫॉर ਰਿਬਰਸਮੈਂਟ ਆਫ ਐਕਸਪੈਂਡੀਚਰ ਇਨਕਰਡ ਫॉर ਦੀ ਟ੍ਰੀਟਮੈਂਟ ਆਫ ਸੀਰੀਅਸ ਇਲਮੈਂਟਸ ਆਫ ਦੀ ਬੈਨੀਫਿਸ਼ਰੀ ਕੰਸਟਰਕਸ਼ਨ ਵਰਕਰਸ ਇੰਗੇਜ ਇਨ ਵਰਕਰ ਕੰਸਟਰਕਸ਼ਨ ਵਰਕਰ ਐਂਡ ਦੇ ਡਿਪੈਂਡੈਂਟਸ। ਡਨ। ਮਤਲਬ ਕਿ ਕੋਈ ਐਕਸਪੈਂਡੀਚਰ ਹੋ ਜਾਂਦਾ ਹੈ, ਦੈਨ ਸਪੋਜ਼ ਕਰੋ ਕੰਸਟਰਕਸ਼ਨ ਕੰਮ ਕਰਦਿਆਂ ਵਕਤ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ ਜਿਹਦੇ ਨਾਲ ਕੋਈ ਖਰਚਾ ਆਉਂਦਾ, ਉਸ ਖਰਚੇ ਨੂੰ ਵੀ ਦੀ ਜਿਹੜਾ ਭਰਨਾ ਆਪਾਂ ਨੂੰ ਉਸ ਲਈ ਇੱਕ ਸਕੀਮ ਲਾਂਚ ਕੀਤੀ ਹੋਈ ਹੈ ਗੌਰਮੈਂਟ ਵੱਲੋਂ, ਉਸ ਬਾਰੇ ਗੱਲ ਕੀਤੀ ਹੋਈ ਹੈ। ਕਹਿੰਦੇ ਅੰਡਰ ਦਿਸ ਸਕੀਮ ਹੈਜ਼ ਅਪਰੂਵਡ ਦੀ ਰਿਬਰਸਮੈਂਟ ਆਫ ਮੈਕਸੀਮਮ 1 ਲੱਖ ਰੁਪਏ ਦੇ ਦਿੱਤਾ ਜਾ ਸਕਦਾ ਹੈ। ਡਨ। ਔਰ ਵਿਚ ਐਵਰ ਇਜ਼ ਲੈਸ ਆਫ ਐਕਸਪੈਂਡੀਚਰ, ਜਿੰਨਾ ਐਕਸਪੈਂਡੀਚਰ ਹੈ ਔਰ ਮੋਰ 1 ਲੱਖ ਰੁਪਏ, ਇਹਨਾਂ 'ਚੋਂ ਜਿਹੜੀ ਵੀ ਚੀਜ਼ ਜ਼ਿਆਦਾ ਮਤਲਬ ਇਹਨਾਂ 'ਚੋਂ ਮਤਲਬ ਕਿ ਦੇਖਿਆ ਜਾਏਗਾ ਜਿਵੇਂ 50,000 ਦਾ ਖਰਚਾ ਤਾਂ 50,000 ਦਿੱਤਾ ਜਾਵੇਗਾ, ਜੇ 90,000 ਦਾ ਖਰਚਾ 90,000 ਦਿੱਤਾ ਜਾਵੇਗਾ। ਮਤਲਬ ਕਿਹਾ ਜਾ ਸਕਦਾ ਕਿ 1 ਲੱਖ ਤੱਕ ਖਰਚਾ ਜਿੰਨਾ ਵੀ ਬਣਾਏਗਾ ਉਹਨਾਂ ਦਿੱਤਾ ਜਾ ਸਕਦਾ। ਡਨ। ਠੀਕ ਹੈ। ਮਤਲਬ ਕਿ ਜਿਹੜੇ ਕੰਸਟਰਕਸ਼ਨ ਵਰਕਰਸ ਹੁੰਦੇ ਆ, ਮੰਨ ਲਓ ਉਹਨਾਂ ਨੂੰ ਉਸ ਵਕਤ ਕੋਈ ਬਿਮਾਰੀ ਹੋ ਜਾਂਦੀ ਹੈ, ਕੰਮ ਕਰਦੇ ਕਰਦੇ ਵਕਤ ਕੋਈ ਬਿਮਾਰੀ ਹੋ ਜਾਂਦੀ ਹੈ, ਜਾਂ ਉਸ ਤੋਂ ਪਹਿਲੇ ਵੀ ਉਹਨਾਂ ਨੂੰ ਸ਼ਾਇਦ ਕੋਈ ਬਿਮਾਰੀ ਹੋਵੇ, ਜਾਂ ਉਹ ਐਸੇ ਕੋਈ ਡੇਂਜਰਸ ਕੰਮ ਵਿੱਚ ਕੰਮ ਕਰ ਰਹੇ ਸੀ ਜਿਸ ਕਰਕੇ ਉਹਨਾਂ ਨੂੰ ਬਿਮਾਰੀ ਹੋ ਗਈ, ਉਸ ਕਰਕੇ ਜਾਂ ਨੋਰਮਲੀ ਉਹਨੂੰ ਕੋਈ ਬਿਮਾਰੀ ਹੋ ਗਈ ਤਾਂ ਉਸ ਲਈ ਇਹ ਖਰਚਾ ਦਿੱਤਾ ਜਾਂਦਾ। ਸਮਝ ਗਏ ਨਾ? ਕੋਈ ਕੰਸਟਰਕਸ਼ਨ ਵਰਕਰ ਕੰਮ ਕਰ ਰਿਹਾ ਸੀ, ਕਰਦੇ ਕਰਦੇ ਉਹਨੂੰ ਪਤਾ ਨਹੀਂ ਲੱਗਾ ਕਿ 5-6 ਮਹੀਨਿਆਂ 'ਚ ਉਹਨੂੰ ਕੈਂਸਰ ਹੋ ਗਿਆ, ਤਾਂ ਉਸ ਨੂੰ ਇਸ ਵਕਤ ਵੀ ਇਸ ਦੇ ਅੰਦਰ ਉਹ ਆਪਣੀ ਸਕੀਮ ਦੇ ਅੰਡਰ ਬੈਨੀਫਿਟ ਉਠਾ ਸਕਦਾ। ਤਾਂ ਮੰਨ ਲਓ ਜੇ ਕੋਈ ਡੇਂਜਰ ਡਿਸੀਜ਼ਸ ਹੈ ਉਹਨਾਂ ਲਈ ਤਾਂ ਉਹਨਾਂ ਨੂੰ ਮਿਲੇਗਾ ਹੀ ਮਿਲੇਗਾ। ਓਕੂਪੇਸ਼ਨਲ ਡਰਮੈਟਿਸ ਹੋ ਸਕਦਾ ਹੈ, ਕੈਂਸਰ ਹੋ ਸਕਦਾ ਹੈ, ਐਸਿਸਟੋਸਿਸ ਹੋ ਸਕਦਾ ਹੈ, ਸਿਲੀਕੋਸਿਸ ਹੋ ਸਕਦਾ ਹੈ। ਡਨ। ਮੈਂ ਤੁਹਾਨੂੰ ਕਹਿ ਰਿਹਾ ਨਾ, ਜਿਵੇਂ ਸਪੋਜ਼ ਕਰੋ ਕੋਈ ਮਾਈਨਿੰਗ 'ਚ ਕੰਮ ਕਰਦਾ ਹੈ, ਠੀਕ ਹੈ, ਗੌਰਮੈਂਟ ਮਾਈਨਿੰਗ ਵਿੱਚ ਕਿਤੇ ਕੰਮ ਕਰਦਾ, ਜਾਂ ਕੋਈ ਐਸੀ ਥਾਂ 'ਤੇ ਕੰਮ ਕਰਦਾ ਜਿੱਥੇ ਖਤਰਾ ਜ਼ਿਆਦਾ ਹੈ, ਮਤਲਬ ਜਿੱਥੇ ਉਹਨਾਂ ਦੀ ਸਿਹਤ ਨੂੰ ਖਤਰਾ ਜ਼ਿਆਦਾ ਹੈ, ਤਾਂ ਉਸ ਵਕਤ ਇਹ ਜਿਹੜੀ ਮਾਫ ਕਰਨਾ, ਜਿਹੜਾ ਦਾ ਬੈਨੀਫਿਟ ਆ ਉਹ ਉਠਾ ਸਕਦੇ ਨੇ। ਉਹਨਾਂ ਲਈ ਇਹ ਸਕੀਮ ਲੈ ਕੇ ਆਉਂਦੀ ਗਈ ਹੈ ਕਿ ਜਿਹੜੇ ਇਹ ਸਾਡੇ ਲਈ ਗੌਰਮੈਂਟ ਲਈ ਕੰਮ ਕਰ ਰਹੇ ਨੇ, ਇੰਨਾ ਖਤਰਾ ਉਠਾ ਕੇ ਆਪਣੀ ਸਿਹਤ ਦੇ ਉੱਪਰ ਰਿਸਕ ਲੈ ਕੇ, ਤਾਂ ਉਹਨਾਂ ਲਈ ਇਹ ਸਕੀਮ ਲਿਆਉਂਦੀ ਗਈ ਹੈ। ਦੈਨ ਜਿਵੇਂ ਲੀਡ ਹੋ ਗਿਆ ਪੋਇਜ਼ਨਿੰਗ। ਦੈਨ ਜਦੋਂ ਆਪਾਂ ਕੰਸਟਰਕਸ਼ਨ ਵਰਕ ਕਰ ਰਹੇ ਹੁੰਦੇ ਇਸ ਤਰ੍ਹਾਂ ਦੀ ਬਿਮਾਰੀਆਂ ਹੋ ਸਕਦੀਆਂ। ਠੀਕ ਹੈ ਫਰੈਂਡਸ। ਸੋ ਇਹ ਕੁਝ ਬਿਮਾਰੀਆਂ ਦਿੱਤੀਆਂ ਹੋਈਆਂ ਨੇ, ਇਹ ਤੁਸੀਂ ਆਪ ਪੜ੍ਹਨਾ ਅਤੇ ਤੁਹਾਨੂੰ ਪਤਾ ਹੋਣੀ ਚਾਹੀਦੀਆਂ। ਠੀਕ ਹੈ। ਉਸ ਤੋਂ ਇਲਾਵਾ ਅੱਗੇ ਦੇਖੋ ਕੁਝ ਕੰਡੀਸ਼ਨਸ ਐਪਲੀਕੇਬਲ ਨੇ। ਦ ਕੰਸਟਰਕਸ਼ਨ ਵਰਕਰ ਮਸਟ ਬੀ ਰਜਿਸਟਰਡ ਹੈਜ਼ ਅ ਬੈਨੀਫਿਸ਼ਰੀ ਵਿਦ ਦੀ ਪੰਜਾਬ ਬਿਲਡਿੰਗ ਐਂਡ ਦੀ ਅਦਰ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ। ਯਾਨੀ ਕਿ ਜਿਹੜੇ ਇਹ ਵਰਕਰਸ ਹੋਣਗੇ ਜਿਨ੍ਹਾਂ ਨੂੰ ਇਹ ਬੈਨੀਫਿਟ ਦਿੱਤਾ ਜਾਏਗਾ ਐਕਸਪੈਂਡੀਚਰ ਦਾ, ਜੋ ਉਹਨਾਂ ਨੂੰ ਬਿਮਾਰੀਆਂ ਹੁੰਦੀਆਂ, ਉਸ ਲਈ ਉਹਨਾਂ ਨੂੰ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਪਏਗਾ। ਕਿਸ ਦੇ ਅੰਡਰ? ਕਿਸੇ ਵਰਕਰ ਵੈਲਫੇਅਰ ਬੋਰਡ ਦੇ ਅੰਡਰ ਰਜਿਸਟਰ ਕਰਾਉਣਾ ਪਏਗਾ। ਠੀਕ ਹੈ। ਜਾਂ ਪੰਜਾਬ ਬਿਲਡਿੰਗ ਦੇ ਜਿਹੜਾ ਜੋ ਵੀ ਬੋਰਡ ਬਣਿਆ ਹੋਏਗਾ ਉਸ ਮੁਤਾਬਿਕ ਉਹਨਾਂ ਨੂੰ ਰਜਿਸਟਰਡ ਕਰਾਉਣਾ ਹੀ ਪਏਗਾ। ਕਹਿੰਦੇ ਇਫ ਦਾ ਫਾਈਨੈਂਸ਼ੀਅਲ ਅਸਿਸਟੈਂਸ ਟੂ ਬੀ ਟੇਕਨ ਫॉर ਦੀ ਟ੍ਰੀਟਮੈਂਟ ਆਫ ਦੀ ਡਿਪੈਂਡੈਂਟ। ਠੀਕ ਹੈ। ਜੇ ਤੁਸੀਂ ਕਿਸੇ ਡਿਪੈਂਡੈਂਟ ਲਈ ਲੈ ਰਹੇ ਹੋ, ਖੁਦ ਦੀ ਬਿਮਾਰੀ ਨਾ ਦੀ ਛੱਡ ਕੇ ਤੁਸੀਂ ਆਪਣੇ ਡਿਪੈਂਡੈਂਟ, ਯਾਨੀ ਕਿ ਤੁਹਾਡੇ ਪੇਰੈਂਟਸ ਹੋ ਸਕਦੇ ਨੇ, ਕੋਈ ਵੀ ਹੋ ਸਕਦਾ। ਡਨ। ਤਾਂ ਸੱਚ ਡਿਪੈਂਡੈਂਟ ਸ਼ੁੱਡ ਬੀ ਮੈਂਬਰ ਆਫ ਦੀ ਫੈਮਿਲੀ ਆਫ ਦੀ ਕੰਸਟਰਕਸ਼ਨ ਵਰਕਰ ਐਂਡ ਪ੍ਰੂਫ ਦੇਣਾ ਪਏਗਾ ਕਿ ਮਤਲਬ ਕਿ ਵਾਕਈ ਉਹਨਾਂ ਨੂੰ ਲੋੜ ਹੈ, ਡਨ, ਉਹ ਤੁਹਾਡੇ ਉੱਤੇ ਵਾਕਈ ਡਿਪੈਂਡੈਂਟ ਨੇ। ਸਮਝ ਰਹੇ ਹੋ ਨਾ? ਕਿ ਮੰਨ ਲਓ ਕਿ ਜਿਹੜਾ ਕੰਸਟਰਕਸ਼ਨ ਵਰਕਰ ਹੈ, ਹੁਣ ਉਹਨੂੰ ਬਿਮਾਰੀ ਨਹੀਂ ਹੈ, ਉਹਦੀ ਜਿਹੜੀ ਫੈਮਿਲੀ ਹੈ ਉਸ ਵਿੱਚ ਕਿਸੇ ਪਰਸਨ ਨੂੰ ਬਿਮਾਰੀ ਹੈ, ਤਾਂ ਉਸਨੂੰ ਉਸਦਾ ਪ੍ਰੂਫ ਦੇਣਾ ਪਏਗਾ ਕਿ ਇਹ ਤੁਹਾਡੀ ਫੈਮਿਲੀ ਦਾ ਮੈਂਬਰ ਹੈ ਅਤੇ ਉਸਨੂੰ ਇਹ ਬਿਮਾਰੀ ਹੈ। ਡਨ। ਤਦ ਹੀ ਤੁਹਾਨੂੰ ਇਹ ਸਕੀਮ ਦਾ ਬੈਨੀਫਿਟ ਮਿਲੇਗਾ। ਉਸ ਤੋਂ ਬਾਅਦ ਦੇਖੋ ਐਕਸਪੈਂਡੀਚਰ ਔਨ ਟ੍ਰੀਟਮੈਂਟ ਆਫ ਦੀ ਡਿਸੀਜ਼ਸ ਮਸਟ ਬੀ ਵੈਰੀਫਾਈਡ ਬਾਈ ਦ ਸਿਵਲ ਸਰਜਨ। ਯਾਨੀ ਕਿ ਜਿਹੜਾ ਮਤਲਬ ਜਿੰਨਾ ਵੀ ਖਰਚਾ ਆਏਗਾ ਉਸਦਾ ਜਿਹੜਾ ਮਤਲਬ ਕਿ ਵੈਰੀਫਾਈ, ਜਿਹੜਾ ਮਤਲਬ ਇਹ ਤਾਂ ਹੈ ਨਹੀਂ ਤੁਸੀਂ ਆਪਣੇ ਵੱਲੋਂ ਕੁਛ ਲਾ ਲਓਗੇ ਕਿ ਹਾਂ ਭਾਈ ਇੰਨਾ ਖਰਚਾ ਆਏਗਾ, ਉਹ ਤੁਹਾਨੂੰ ਸਿਵਲ ਸਰਜਨ ਦੱਸੇਗਾ ਕਿ ਕਿੰਨਾ ਖਰਚਾ ਆਏਗਾ, ਉਹ ਵੈਰੀਫਾਈ ਕਰੇਗਾ, ਤਦ ਹੀ ਤੁਹਾਨੂੰ ਗੌਰਮੈਂਟ ਵੱਲੋਂ ਪੈਸਾ ਮਿਲੇਗਾ। Any beneficiary who intended to avail the benefit under this scheme will have to first exhaust the benefit of 50,000 of his health ailments with the health card facility under the Bhagat Pooran Singh Bima Yojana. Only then he can get the remaining benefit under this scheme. ਸਮਝ ਰਹੇ ਹੋ
ਕਿ ਤੁਹਾਨੂੰ ਮੈਂ ਜਿਹੜੀ ਉਪਰਲੀ ਸਕੀਮ ਪੜ੍ਹਾਈ ਸੀ ਉਸ ਵਿੱਚ ਤੁਹਾਨੂੰ 50,000 ਮਿਲਣਾ ਸੀ। ਠੀਕ ਹੈ, ਉਹ ਇਹ ਕਹਿੰਦੇ ਕਿ ਤੁਸੀਂ ਇਸ ਸਕੀਮ ਨੂੰ ਦਾ ਬੈਨੀਫਿਟ ਉਠਾਉਣ ਤੋਂ ਪਹਿਲਾਂ ਤੁਹਾਨੂੰ ਇਸ ਸਕੀਮ ਦਾ ਬੈਨੀਫਿਟ ਉਠਾਉਣਾ ਪਏਗਾ। ਜੇ ਮੰਨ ਲਓ ਤੁਹਾਡਾ ਖਰਚਾ 30,000 ਤੱਕ ਹੈ ਤਾਂ ਤੁਹਾਨੂੰ ਇਸ ਸਕੀਮ ਦੇ ਆਧਾਰ 'ਤੇ ਪੈਸਾ ਮਿਲ ਜਾਏਗਾ। ਜੇ ਤੁਹਾਡਾ 50,000 ਤੋਂ ਵੱਧ ਰਿਹਾ ਡਨ 50,000 ਤੋਂ ਵੱਧ ਰਿਹਾ ਤਾਂ ਵੀ ਤੁਹਾਨੂੰ ਪਹਿਲੇ ਸਪੋਜ਼ ਕਰੋ 70,000 ਹੋ ਰਿਹਾ ਤਾਂ ਤੁਹਾਨੂੰ ਪਹਿਲੇ 50,000 ਤੱਕ ਦਾ ਜਿਹੜਾ ਬੈਨੀਫਿਟ ਹੈ ਉਹ ਤੁਹਾਨੂੰ ਇਹ ਸਕੀਮ ਦੇਗੀ। ਕਿਹੜੀ ਸਕੀਮ? ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇਗੀ। ਉਸ ਤੋਂ ਬਾਅਦ ਜਿਹੜਾ ਰਿਮੇਨਿੰਗ ਅਮਾਊਂਟ ਦੀ ਜਿਹੜਾ ਫਾਈਨੈਂਸ਼ੀਅਲ ਅਸਿਸਟੈਂਸ ਮਿਲੇਗਾ ਤੁਹਾਨੂੰ, ਠੀਕ ਹੈ, ਜਿਵੇਂ 20,000 ਰੁਪਏ ਰਹਿ ਗਿਆ, ਜਿਵੇਂ 70,000 ਦੀ ਮੈਂ ਗੱਲ ਕੀਤੀ ਸੀ, ਉਹ ਤੁਹਾਨੂੰ ਇਸ ਸਕੀਮ ਦੇ ਆਧਾਰ 'ਤੇ ਮਿਲੇਗਾ। ਠੀਕ ਹੈ, ਅਗਲੀ ਸਕੀਮ ਦੇਖੋ। ਅਗਲੀ ਸਕੀਮ ਹੋ ਗਈ ਆਪਣੀ, ਅਗਲੀ ਤੁਸੀਂ ਦੇਖੋ 2 ਮਿੰਟ, ਅਗਲਾ ਦੇਖੋ। ਉਹ ਸਕੀਮ ਆਪਣੇ ਲਈ ਇੰਨੀ ਇੰਪੋਰਟੈਂਟ ਨਹੀਂ ਸੀ। ਇਸ ਵਿੱਚ ਦੇਖਦੇ ਹਾਂ ਆਪਾਂ ਸਕਿੱਲ ਅਪਗ੍ਰੇਸ਼ਨ ਐਂਡ ਵੋਕੇਸ਼ਨਲ ਐਜੂਕੇਸ਼ਨ ਸਕੀਮ। ਇਹਦੇ ਬਾਰੇ ਆਪਾਂ ਜਾਣਕਾਰੀ ਲੈ ਲੈਂਦੇ ਹਾਂ ਕਿ ਕੰਸਟਰਕਸ਼ਨ ਵਰਕਰਸ ਲਈ ਇਹ ਸਕੀਮ ਕਿਸ ਤਰ੍ਹਾਂ ਲਾਭਦਾਇਕ ਹੋਏਗੀ। ਰਿਗਾਰਡਿੰਗ ਦੀ ਸਕਿੱਲ ਅਪਗ੍ਰੇਡ ਕਰਨੀ ਜਾਂ ਵੋਕੇਸ਼ਨਲ ਐਜੂਕੇਸ਼ਨ ਦੇਣੀ, ਉਸ ਲਈ ਇਹ ਸਕੀਮ ਲਿਆਉਂਦੀ ਗਈ। ਠੀਕ ਹੈ, ਵਰਕਰਸ ਲਈ ਅਤੇ ਉਹਨਾਂ ਦੇ ਬੱਚਿਆਂ ਲਈ। ਡਨ, ਤਾਂ ਬੋਰਡ ਨੇ ਕੁਝ ਇਨੀਸ਼ੀਏਟਿਵ ਕੀਤੇ, ਕਿਹੜੇ ਆਪਾਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਫੋਰ ਦੀ ਵਾਰਡਸ ਆਫ ਦੀ ਕੰਸਟਰਕਸ਼ਨ ਵਰਕਰਸ ਹੂ acquire the skill from technical institutions such as ITI, polytechnical, ਬੋਰਡ ਪ੍ਰੋਵਾਈਡ ਕੀ ਕਰੇਗਾ? ਉਹਨਾਂ ਨੂੰ ਫੀਸ ਪ੍ਰੋਵਾਈਡ ਕਰੇਗਾ। ਦੈਨ ਬੋਰਡਿੰਗ ਪ੍ਰੋਵਾਈਡ ਜਾਂ ਲੋਜਿੰਗ, ਇਸ ਤਰੀਕੇ ਦੇ ਜਿਹੜੇ ਇਨੀਸ਼ੀਏਟਿਵਸ ਹੈ ਉਹ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰੇਗਾ। ਜੇ ਜਿਹੜੇ ਕੋਈ ਵਰਕਰਸ ਹੈ ਉਹ ਆਪਣੀ ਸਕਿੱਲ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਨੇ ਤਾਂ ਉਹਦੇ ਲਈ ਉਹ ਕਿਸੇ ਇੰਸਟੀਟਿਊਟ ਨੂੰ ਜਾ ਐਡਮਿਸ਼ਨ ਲੈਂਦੇ ਨੇ ਤਾਂ ਉਸ ਵਿੱਚ ਜੋ ਵੀ ਫੀਸ ਆਉਂਦੀ ਹੈ ਉਸ ਲਈ ਉਹ ਬੋਰਡ ਪੇ ਕਰੇਗਾ। ਦੈਨ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਖੋਲ੍ਹੇ ਗਏ ਨੇ। ਬੋਰਡ ਕਹਿੰਦਾ ਕਿ ਅਸੀਂ ਸਟਾਰਟਡ ਦੀ ਕੰਸਟਰਕਸ਼ਨ, ਉਹਨਾਂ ਨੇ ਕੰਸਟਰਕਸ਼ਨ ਸਟਾਰਟ ਕਰ ਦਿੱਤੀ ਗਈ, ਜਿਸ ਵਿੱਚ 4 ਸਕਿੱਲ ਡਿਵੈਲਪਮੈਂਟ ਸੈਂਟਰਸ ਬਣਨਗੇ। ਕਿੱਥੇ ਬਣਨਗੇ? ਲੁਧਿਆਣੇ ਬਣਨਗੇ, ਅੰਮ੍ਰਿਤਸਰ ਬਣਨਗੇ, ਮੋਹਾਲੀ ਬਣਨਗੇ, ਜਲੰਧਰ ਬਣਨਗੇ। ਤਾਂ ਜਿਹੜਾ ਇਹਦਾ ਕੰਸਟਰਕਸ਼ਨ ਉਹ ਪੂਰਾ ਹੋ ਚੁੱਕਾ ਹੋਣਾ ਹੁਣ ਤੱਕ, ਕਿਉਂਕਿ 2016 ਤੱਕ ਇਹਨਾਂ ਨੇ ਕਿਹਾ ਸੀ। ਐਟ ਦੀ ਸੈਂਟਰ ਸਕਿੱਲ ਟ੍ਰੇਨਿੰਗ ਵਿਲ ਵੀ ਪ੍ਰੋਵਾਈਡ ਕੀਤੀ ਜਾਏਗੀ ਕੰਸਟਰਕਸ਼ਨ ਵਰਕਰ ਨੂੰ ਅਤੇ ਉਹਨਾਂ ਦੇ ਐਂਡ ਦੇਅਰ ਵਾਰਡਸ। ਡਨ, ਰੈਕਗਨੀਸ਼ਨ ਆਫ ਦੀ ਪ੍ਰਾਇਰ ਲਰਨਿੰਗ। RPL ਦਾ ਕੀ ਮਤਲਬ ਹੋਇਆ? ਕਹਿੰਦੇ ਅੰਡਰ ਦੀ ਸੁਪਰਵਿਜ਼ਨ ਆਫ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਬੋਰਡ ਹੈ, ਉਹ ਫਰੇਮ ਕਰਦਾ ਸਕੀਮ ਨੂੰ ਟੂ ਇਨਹੈਂਸ ਦੀ ਸਕਿੱਲ ਆਫ ਕੰਸਟਰਕਸ਼ਨ ਵਰਕਰਸ ਐਟ ਦ ਕੰਸਟਰਕਸ਼ਨ ਸਾਈਟਸ। ਅੰਡਰ ਦਿਸ ਬੋਰਡ ਪ੍ਰੋਵਾਈਡ ਕੀ ਕਰੇਗਾ? 35 ਪਰ ਆਰ ਐਜ਼ ਪਰ ਵਰਕਰ ਇਨੀਸ਼ੀਏਟਿਵ ਦੇਗਾ ਟੂ ਕੰਸਟਰਕਸ਼ਨ ਵਰਕਰ ਤਾਂ ਕਿ ਉਹ ਟ੍ਰੇਨਿੰਗ ਲੈ ਸਕ। ਠੀਕ ਹੈ, ਇੱਕ ਤਰ੍ਹਾਂ ਦਾ ਉਹਨਾਂ ਨੂੰ ਮੋਟੀਵੇਟ ਹੀ ਕਰੇਗਾ। ਤੁਹਾਨੂੰ 35 ਰੁਪਏ ਪਰ ਆਰ ਦੇ ਹਿਸਾਬ ਸੇ ਪੈਸੇ ਮਿਲਣੇ ਆ ਤਾਂ ਉਹ ਕਹੇਗਾ ਚਲੋ 35 ਰੁਪਏ ਤਾਂ ਆ ਰਹੇ। ਠੀਕ ਹੈ, ਉਹਦੇ ਲਈ ਉਹ ਇਸ ਤਰ੍ਹਾਂ ਦੀ ਟ੍ਰੇਨਿੰਗ ਲੈ ਸਕਦਾ ਹੈ। ਡਨ, ਜਿਸ ਵਿੱਚ ਉਹਦੀ ਸਕਿੱਲ ਅਪਗ੍ਰੇਡ ਕੀਤੀ ਜਾਏਗੀ। ਇਹ ਸਕਿੱਲ ਕਾਹਦੇ ਲਈ ਹੋਏਗੀ? ਕੰਸਟਰਕਸ਼ਨ ਵਰਕਰਸ ਲਈ ਹੋਏਗੀ ਕਿ ਉਹਨਾਂ ਨੂੰ ਕਿਸੇ ਚੀਜ਼ 'ਚ ਲੈਕਨੈਸ ਆ ਰਹੀ ਹੈ, ਕੋਈ ਕੰਮ ਕਰਨ ਵਿੱਚ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਇਹ ਕੰਮ ਕਿਸ ਤਰ੍ਹਾਂ ਕਰਨਾ ਹੈ। ਦੈਨ ਉਹਨਾਂ ਲਈ ਇਹ ਟ੍ਰੇਨਿੰਗ ਲਗਾਈ ਜਾਏਗੀ। ਉਸ ਤੋਂ ਬਾਅਦ ਫਾਈਨੈਂਸ਼ੀਅਲ ਅਸਿਸਟੈਂਸ ਸਕੀਮ ਫॉर ਜਨਰਲ ਸਰਜਰੀ ਆਫ ਰਜਿਸਟਰਡ ਬੈਨੀਫੀਸ਼ੀਅਰੀ ਕੰਸਟਰਕਸ਼ਨ ਵਰਕਰਸ ਐਂਡ देयर ਫੈਮਲੀਜ਼। ਦੈਨ ਇਸ ਵਿੱਚ ਕਿਹਾ ਗਿਆ, ਕਹਿੰਦੇ ਦਾ ਬੋਰਡ ਹੈਜ਼ ਅਪਰੂਵਡ ਦੀ ਫਾਈਨੈਂਸ਼ੀਅਲ ਬੈਨੀਫਿਟ 50,000 ਓਵਰ ਦੀ ਐਕਚੁਅਲ ਐਕਸਪੈਂਸਿਸ ਵਿਚ ਐਵਰ ਇਜ਼ ਲੈਸ। ਦੈਨ ਤਾਂ ਉਸ ਆਧਾਰ 'ਤੇ ਉਹਨਾਂ ਨੂੰ ਬੈਨੀਫਿਟ ਦਿੱਤਾ ਜਾਵੇਗਾ ਜਨਰਲ ਸਰਜਰੀ ਲਈ। ਠੀਕ ਹੈ, ਜਨਰਲ ਸਰਜਰੀ ਦਾ ਕੀ ਮਤਲਬ ਹੋਇਆ ਉਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਤਾਂ ਕੰਸਟਰਕਸ਼ਨ ਵਰਕਰ ਹੈਜ਼ ਬੀਨ ਰਜਿਸਟਰਡ ਹੈਜ਼ ਅ ਬੈਨੀਫੀਸ਼ੀਅਰੀ ਉਹਨੂੰ ਹੋਣਾ ਚਾਹੀਦਾ, ਇਹ ਤਾਂ ਨੋਰਮਲ ਫੈਕਟ ਗੱਲ ਹੈ। ਦੈਨ ਅਤੇ ਉਹ ਮਤਲਬ ਕਿ ਜਿਹੜਾ ਇਹ ਬੈਨੀਫਿਟ ਆ ਉਹ ਫੈਮਿਲੀ ਦੇ ਮੈਂਬਰ ਦੇ ਆਧਾਰ 'ਤੇ ਵੀ ਲੈ ਸਕਦਾ। ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਉਹ ਖੁਦ ਦੇ ਉੱਪਰ ਵੀ ਇਹ ਬੈਨੀਫਿਟ ਲੈ ਸਕਦਾ ਅਤੇ ਫੈਮਿਲੀ ਦੇ ਆਧਾਰ 'ਤੇ ਵੀ ਲੈ ਸਕਦਾ। ਫੈਮਿਲੀ ਦੀ ਡੈਫੀਨੇਸ਼ਨ ਤੁਹਾਨੂੰ ਮੈਂ ਦੱਸ ਚੁੱਕਾ ਕੀ ਹੁੰਦੀ ਹੈ। ਡਨ, ਕਹਿੰਦਾ ਜੇ ਆਲਰੇਡੀ ਕਿਸੇ ESI ਦੀ ਸਕੀਮ ਦੇ ਅੰਡਰ ਹੈ ਤਾਂ ਉਸ ਨੂੰ ਇਹ ਬੈਨੀਫਿਟ ਨਹੀਂ ਮਿਲੇਗਾ। ਠੀਕ ਹੈ, ਹੁਣ ਜਨਰਲ ਸਰਜਰੀ ਦਾ ਮਤਲਬ ਕੀ ਹੋਇਆ ਉਹ ਸਮਝ ਲੈਂਦੇ ਹਾਂ। ਕਹਿੰਦੇ ਜਿਹੜਾ ਇਹ ਐਕਸਪੈਂਡੀਚਰ ਮਿਲੇਗਾ ਕੋਈ ਐਸੀ ਸਰਜਰੀ ਹੋਏਗੀ ਜੋ ਨੋਰਮਲ ਜਿਹੜੀ ਡੇਂਜਰਸ ਸਰਜਰੀਜ਼ ਹੁੰਦੀਆਂ ਉਸ ਨੂੰ ਛੱਡ ਕੇ ਜਿਹੜੀ ਨੋਰਮਲ ਕੋਈ ਸਰਜਰੀ ਹੁੰਦੀ ਹੈ, ਜਿਹੜੀ ਜਨਰਲ ਸਰਜਰੀ ਹੁੰਦੀ ਹੈ। ਠੀਕ ਹੈ, ਜਿਸ ਵਿੱਚ ਤੁਹਾਡਾ ਰਿਸਕ ਜਿਹੜਾ ਹੁੰਦਾ ਹੈਲਥ ਦਾ ਉਹ ਇੰਨਾ ਨਹੀਂ ਹੁੰਦਾ ਬਟ ਤੁਹਾਨੂੰ ਕਰਾਉਣੀ ਜ਼ਰੂਰੀ ਹੁੰਦੀ ਹੈ। ਠੀਕ ਹੈ, ਜਿਹੜੀ ਐਪਲੀਕੇਸ਼ਨ ਉਹ ਤੁਹਾਨੂੰ ਲੇਬਰ ਇੰਸਪੈਕਟਰ ਦੁਆਰਾ ਜਾਂ ਲੇਬਰ ਇਨਫੋਰਸਮੈਂਟ ਆਫਿਸਰ ਦੁਆਰਾ ਜਾਂ ਸੁਵਿਧਾ ਕੇਂਦਰ ਦੁਆਰਾ ਤੁਹਾਨੂੰ ਸਬਮਿਟ ਕਰਾਉਣੀ ਪਏਗੀ। ਡਨ, ਉਸ ਤੋਂ ਬਾਅਦ ਇਸ ਸਕੀਮ ਨੂੰ ਜੇ ਆਪਾਂ ਗੱਲ ਕਰੀਏ ਲਾਈਕ ਅਦਰ ਵੈਲਫੇਅਰ ਸਕੀਮਸ, ਜਿਹੜੀ ਐਪਲੀਕੇਸ਼ਨ ਹੋਏਗੀ ਉਹ ਵੈਰੀਫਾਈਡ ਕੀਤਾ ਜਾਏਗਾ ਕਮੇਟੀ ਦੁਆਰਾ। ਡਨ, ਜੋ ਸਬ ਡਿਵੀਜ਼ਨ ਲੈਵਲ ਦੇ ਆਧਾਰ 'ਤੇ ਕੌਂਸਟੀਟਿਊਟ ਕੀਤੀ ਗਈ ਸੀ। ਡਨ, ਉਸ ਤੋਂ ਬਾਅਦ ਡਿਪਟੀ ਕਮਿਸ਼ਨ ਦੀ ਅਪਰੂਵਲ ਹੋਏਗੀ। ਡਨ, ਉਸ ਤੋਂ ਬਾਅਦ ਇੱਕ ਲਿਸਟ ਤੈਅ ਕੀਤੀ ਜਾਏਗੀ ਜਿਸ ਦੁਆਰਾ ਤੁਹਾਡੇ ਜਿਹੜੀ ਅਮਾਊਂਟ ਹੈ ਜਿੰਨੀ ਵੀ ਐਕਸਪੈਂਸਿਸ ਆਉਣਗੇ ਤੁਹਾਡੇ ਜਨਰਲ ਸਰਜਰੀ ਉੱਪਰ ਉਹਦਾ DBT ਦੁਆਰਾ ਯਾਨੀ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੁਆਰਾ ਪੇ ਕਰ ਦਿੱਤਾ ਜਾਵੇਗਾ। ਠੀਕ ਹੈ, ਤੁਹਾਡੇ ਬੈਂਕ ਅਕਾਊਂਟ ਵਿੱਚ। ਠੀਕ ਹੈ, ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ, ਕਹਿੰਦੇ ਦਾ ਬੈਨੀਫੀਸ਼ਰੀ ਔਰ ਇਸ ਫੈਮਿਲੀ ਮੈਂਬਰ ਕੈਨ ਗੈਟ ਇਸ ਜਨਰਲ ਸਰਜਰੀ ਕੰਡਕਟਿਡ ਫਰੋਮ ਐਨੀ ਗਵਰਨਮੈਂਟ ਔਰ ਪ੍ਰਾਈਵੇਟ ਡਾਕਟਰ ਬਟ ਦਾ ਅਮਾਊਂਟ ਆਫ ਐਕਸਪੈਂਡੀਚਰ ਔਰ ਟ੍ਰੀਟਮੈਂਟ ਫਰੋਮ ਦ ਪ੍ਰਾਈਵੇਟ ਡਾਕਟਰ will be reimbursed only the extent has found admissible by civil surgeon. ठीक है, maximum amount of 50,000. J any beneficiary who intend to avail the benefit under this scheme will have to first exhaust the benefit of 50,000 from the health elements health card facility under ਭਗਤ ਪੂਰਨ ਸਿੰਘ। ਉਹੀ ਗੱਲ ਆ ਗਈ ਸਾਹਮਣੇ ਕਿ ਮੰਨ ਲਓ ਕਿ ਤੁਹਾਨੂੰ ਇਸ ਸਕੀਮ ਨੂੰ ਲੈਣ ਤੋਂ ਪਹਿਲਾਂ ਤੁਹਾਨੂੰ ਭਗਤ ਪੂਰਨ ਸਿੰਘ ਦੀ ਸਕੀਮ ਲੈਣੀ ਪਏਗੀ।
ਪਹਿਲੇ ਉਸ ਨੂੰ ਤੁਹਾਨੂੰ ਇੰਟਾਈਲ ਕਰਨਾ ਪੈਣਾ। ਜੇ ਉਸ ਸਕੀਮ ਵਿੱਚ ਜੇ ਤੁਹਾਨੂੰ ਕੋਈ ਮਤਲਬ ਕਿ ਪੂਰਾ ਬੈਨੀਫਿਟ ਨਹੀਂ ਮਿਲਦਾ ਤਾਂ ਤੁਹਾਨੂੰ ਤੁਸੀਂ ਰਿਮੇਨਿੰਗ ਬੈਨੀਫਿਟ ਲਈ ਤੁਸੀਂ ਉਸ ਸਕੀਮ ਨੂੰ ਲੈ ਸਕਦੇ ਹੋ, ਜਿਹੜੀ ਤੁਹਾਡੇ ਨਾਲ ਹੁਣ ਮੈਂ ਫਿਲਹਾਲ ਡਿਸਕਸ ਕਰ ਰਿਹਾ। ਠੀਕ ਹੈ, ਉਸ ਤੋਂ ਬਾਅਦ ਦੇਖਦੇ ਹਾਂ ਪੈਨਸ਼ਨ ਸਕੀਮ। ਠੀਕ ਹੈ, ਪੈਨਸ਼ਨ ਸਕੀਮ 'ਚ ਕੀ ਹੈ, ਕਹਿੰਦੇ ਰਜਿਸਟਰਡ ਜਿਹੜੇ ਕੰਸਟਰਕਸ਼ਨ ਵਰਕਰ ਨੇ, ਜੇ ਉਹਨਾਂ ਦੀ 60 ਸਾਲ ਦੀ ਏਜ ਹੋ ਜਾਂਦੀ ਹੈ ਅਤੇ ਉਹਨਾਂ ਕੋਲ 3 ਸਾਲ ਦਾ ਮੈਂਬਰਸ਼ਿਪ ਹੈ ਤਾਂ ਉਹ ਮਤਲਬ ਕਿ ਉਹ ਬੈਨੀਫਿਟ ਲੈ ਸਕਦੇ ਨੇ 2000 ਪਰ ਮੰਥ ਦੀ ਜਿਹੜੀ ਪੈਨਸ਼ਨ ਹੈ ਡਨ। ਅਤੇ ਫੈਮਿਲੀ ਪੈਨਸ਼ਨ ਲਈ 1000 ਪਰ ਮੰਥ ਮਿਲ ਸਕਦਾ, ਆਲਸੋ ਪ੍ਰੋਵਾਈਡਡ ਬਾਈ ਬੋਰਡ। ਠੀਕ ਹੈ, ਮੈਂਬਰਸ਼ਿਪ ਸਰਟੀਫਿਕੇਟ ਬਹੁਤ ਜ਼ਰੂਰੀ ਹੈ, ਜੇ ਉਹ 3 ਸਾਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਡਨ। ਉਹ ਇਸ ਇਮੀਡੀਏਟਲੀ ਇਸ਼ੂ ਟੂ ਦਾ ਕੰਸਟਰਕਸ਼ਨ ਵਰਕਰ ਆਫਟਰ ਰਜਿਸਟ੍ਰੇਸ਼ਨ ਵਿਦ ਬੋਰਡ। ਜਦੋਂ ਰਜਿਸਟਰਡ ਕਰ ਜਾਂਦੇ ਨੇ ਬੋਰਡ ਨਾਲ, ਉਸ ਤੋਂ ਬਾਅਦ ਉਹਨਾਂ ਨੂੰ ਮੈਂਬਰਸ਼ਿਪ ਸਰਟੀਫਿਕੇਟ ਦਿੱਤਾ ਜਾਵੇਗਾ ਬੋਰਡ ਵੱਲੋਂ। ਠੀਕ ਹੈ, ਐਲੀਜੀਬਲ ਕੌਣ ਕੌਣ ਹੋਣਗੇ ਉਹ ਆਪਾਂ ਦੇਖ ਲੈਂਦੇ ਹਾਂ। ਕਹਿੰਦੇ ਦੋਜ਼ ਰਜਿਸਟਰਡ ਕੰਸਟਰਕਸ਼ਨ ਵਰਕਰ ਜਿਨ੍ਹਾਂ ਦੀ 60 ਸਾਲ ਦੀ ਉਮਰ ਹੋ ਚੁੱਕੀ ਹੈ ਅਤੇ ਉਹਨਾਂ ਕੋਲ 3 ਸਾਲਾਂ ਦੀ ਮੈਂਬਰਸ਼ਿਪ ਹੈ ਅਤੇ ਹੈਵ ਬਿਨ ਡਿਪੋਜ਼ਿਟਿੰਗ ਕੰਟਰੀਬਿਊਸ਼ਨ ਟੂ ਦਾ ਬੋਰਡ ਕੰਟੀਨਿਊਸਲੀ, ਕਿ ਆਪਣਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਬੋਰਡ ਨੂੰ ਡਿਪੋਜ਼ਿਟ ਕਰਾ ਰਹੇ ਨੇ। ਠੀਕ ਹੈ, ਦੇ ਆਲਸੋ ਦੇ ਸ਼ੈਲ ਬੀ ਗਿਵਨ ਦੀ 2000 ਪਰ ਮੰਥ ਪੈਨਸ਼ਨ ਬਾਈ ਦ ਬੋਰਡ ਦੈਨ। ਇਫ ਦ ਰਜਿਸਟਰਡ ਬੈਨੀਫਿਸ਼ਰੀ ਹੈਵਿੰਗ ਮਿਨੀਮਮ 1 ਈਅਰ ਮੈਂਬਰਸ਼ਿਪ, ਜੇ ਉਹਨਾਂ ਕੋਲ 1 ਸਾਲ ਦੀ ਮੈਂਬਰਸ਼ਿਪ ਹੈ ਤਾਂ ਬਿਕਮ ਟੋਟਲ ਡਿਸੇਬਲਡ ਹੈ। ਠੀਕ ਹੈ, ਤਾਂ ਹੀ ਸ਼ੈਲ ਬੀ ਗਿਵਨ ਦੀ ਪੈਨਸ਼ਨ ਫਰੋਮ ਦੀ ਡੇਟ ਆਫ ਡਿਸੇਬਲਮੈਂਟ, ਦ ਡਿਸੇਬਿਲਿਟੀ ਸਰਟੀਫਿਕੇਟ ਸ਼ੈਲ ਬੀ ਇਸ਼ੂਡ ਬਾਈ ਦ ਸਿਵਲ ਸਰਜਨ ਆਫ ਦ ਡਿਸਟ੍ਰਿਕਟ। ਕਹਿਣ ਦਾ ਭਾਵ ਇਹ ਹੈ ਕਿ ਨੋਰਮਲ ਤਾਂ 3 ਸਾਲਾਂ ਦੀ ਮੈਂਬਰਸ਼ਿਪ ਚਾਹੀਦੀ ਹੈ। ਮੰਨ ਲਓ ਜੇ ਉਹ ਡਿਸੇਬਲਡ ਪਰਸਨ ਹੈ ਅਤੇ 60 ਸਾਲਾਂ ਤੋਂ ਉੱਪਰ ਦੀ ਏਜ ਵੀ ਹੈ ਤਾਂ ਉਸ ਕੋਲ ਸਿਰਫ 1 ਸਾਲ ਦੀ ਮੈਂਬਰਸ਼ਿਪ ਹੈ ਤਾਂ ਵੀ ਉਸ ਨੂੰ ਪੈਨਸ਼ਨ ਦਿੱਤੀ ਜਾਏਗੀ, ਮਗਰ ਬਕਾਇਦਾ ਇਹ ਦੇਖਿਆ ਜਾਏਗਾ ਕਿ ਸਿਵਲ ਸਰਜਨ ਉਹ ਸਰਟੀਫਿਕੇਟ ਇਸ਼ੂ ਕਰ ਦੇਵੇ ਡਨ। ਅਤੇ ਜਦੋਂ ਡਿਸੇਬਲਮੈਂਟ ਦੀ ਡੇਟ ਆਏਗੀ ਉਸ ਡੇਟ ਤੋਂ ਲੈ ਕੇ ਅਗਲੇ ਮਹੀਨਿਆਂ ਤੋਂ ਸਾਨੂੰ ਪੈਨਸ਼ਨ ਮਿਲਣੀ ਸਟਾਰਟ ਹੋ ਜਾਏਗੀ। ਠੀਕ ਹੈ, ਕਹਿੰਦੇ ਜੇ ਬੈਨੀਫਿਸ਼ਰੀ ਕੋਲ 1 ਸਾਲ ਦਾ ਮੈਂਬਰਸ਼ਿਪ ਹੈ ਅਤੇ ਉਹ ਮਤਲਬ ਮਰ ਜਾਂਦਾ ਹੈ ਜਾਂ ਇਸ, ਠੀਕ ਹੈ, ਜੇ ਉਹ ਮਰ ਜਾਂਦਾ, ਠੀਕ ਹੈ, ਉਸ ਕੋਲ 1 ਸਾਲ ਦੀ ਮੈਂਬਰਸ਼ਿਪ ਸੀ ਅਤੇ 60 ਸਾਲਾਂ ਤੋਂ ਬਾਅਦ ਉਹ ਮਰ ਗਿਆ, ਠੀਕ ਹੈ, ਤਾਂ ਉਹਦੀ ਜਿਹੜੀ ਸਪਾਊਸ ਹੋਏਗੀ ਉਸ ਨੂੰ ਫੈਮਿਲੀ ਪੈਨਸ਼ਨ ਮਿਲੇਗੀ 50%, ਯਾਨੀ ਕਿ 1000 ਰੁਪਇਆ ਮਿਲੇਗਾ ਦੈਨ। ਉਸ ਮਤਲਬ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਉਸ ਜਿਹੜੀ ਉਹਦੀ ਸਪਾਊਸ ਹੋਏਗੀ ਉਦੋਂ ਤੱਕ ਮਿਲੇਗਾ ਜਦ ਤੱਕ ਉਹ ਦੁਬਾਰਾ ਵਿਆਹ ਨਹੀਂ ਕਰਾ ਲੈਂਦੀ। ਠੀਕ ਹੈ, ਉਦੋਂ ਤੱਕ ਹੀ ਮਿਲੇਗਾ। ਇਫ ਦਾ ਪੈਨਸ਼ਨਰ ਡਾਈ ਦ ਸਪਾਊਸ ਸ਼ੈਲ ਗੈਟ ਦੀ ਫੈਮਿਲੀ ਪੈਨਸ਼ਨ ਅਪ ਟੂ 50% ਆਫ ਦੀ ਪੈਨਸ਼ਨ ਟਿਲ ਇਜ਼ ਹਰ ਦੀ ਸਰਵਾਈਵਲ। ਬਟ ਇਫ ਦਾ ਹਸਬੈਂਡ ਐਂਡ ਵਾਈਫ ਆਈਦਰ ਰੀਮੈਰਿਡ ਕਰ ਜਾਂਦੇ ਨੇ ਦੈਨ ਤਾਂ ਹੀ ਸ਼ੀ ਗੈਟ ਦੀ ਓਲਡ ਪੈਨਸ਼ਨ ਆਫ ਦੀ ਗੌਰਮੈਂਟ ਦੈਨ ਦੇ ਸ਼ੈਲ ਨੋਟ ਬੀ ਐਲੀਜੀਬਲ ਫॉर ਦੀ ਫੈਮਿਲੀ ਪੈਨਸ਼ਨ ਦੈਨ। ਦੇ ਮੰਨ ਲਓ ਕਿ ਜੇ ਉਹ ਡਾਈ ਹੋ ਜਾਂਦੇ ਨੇ, ਮਤਲਬ ਕਿ ਜਿਹੜਾ ਪੈਨਸ਼ਨਰ ਹੈ ਉਹ ਮਰ ਜਾਂਦਾ ਤਾਂ ਉਹਦਾ ਜਿਹੜੀ ਪੈਨਸ਼ਨ ਹੋਏਗੀ 50% ਮਿਲੇਗੀ। ਠੀਕ ਹੈ, ਉਦੋਂ ਤੱਕ ਮਿਲੇਗੀ ਉਹਦੀ ਪੈਨਸ਼ਨ ਜਦ ਤੱਕ ਮਤਲਬ ਤੁਸੀਂ ਰੀਮੈਰਿਜ, ਮਤਲਬ ਕਿ ਤੁਸੀਂ ਦੁਬਾਰਾ ਵਿਆਹ ਨਹੀਂ ਕਰਾ ਲੈਂਦੇ। ਅਤੇ ਜੇ ਤੁਸੀਂ ਦੁਬਾਰਾ ਵਿਆਹ ਕਰਾ ਲੈਂਦੇ ਹੋ ਤਾਂ ਤੁਹਾਨੂੰ ਤੁਸੀਂ ਫੈਮਿਲੀ ਜਿਹੜੀ ਪੈਨਸ਼ਨ ਤੁਹਾਨੂੰ ਮਿਲ ਰਹੀ ਸੀ ਆਲਰੇਡੀ 1000 ਰੁਪਇਆ, ਠੀਕ ਹੈ, ਉਹਦੇ ਲਈ ਤੁਸੀਂ ਐਲੀਜੀਬਲ ਨਹੀਂ ਹੋ। ਜਿਵੇਂ ਤੁਹਾਨੂੰ ਉੱਪਰ ਦੱਸਿਆ ਸੀ ਨਾ, ਉੱਪਰ ਦੇਖੋ ਤੁਹਾਨੂੰ ਮੈਂ ਦੱਸਿਆ ਸੀ ਉਰੇ, ਆਹ ਦੇਖੋ ਜਿਹੜੀ ਪੈਨਸ਼ਨ ਨੂੰ ਤਾਂ 2000 ਮਿਲਣਾ ਹੀ ਸੀ, ਜਿਹੜੀ ਫੈਮਿਲੀ ਪੈਨਸ਼ਨ ਸੀ ਨਾ ਉਹ ਨਹੀਂ ਤੁਹਾਨੂੰ ਮਿਲੇਗੀ। ਠੀਕ ਹੈ, ਇਹਦਾ 50% ਤੁਹਾਨੂੰ ਮਿਲੇਗਾ ਜਦੋਂ ਡਾਈ ਹੋ ਜਾਏਗਾ। ਠੀਕ ਹੈ, ਬਟ ਜੇ ਤੁਸੀਂ ਇਹ ਵੀ ਮਿਲੇਗਾ, ਇਹਦਾ 50% ਮਿਲੇਗਾ ਡਨ। ਜੇ ਮੰਨ ਲਓ ਤੁਸੀਂ ਦੁਬਾਰਾ ਵਿਆਹ ਕਰਾ ਲੈਂਦੇ ਹੋ, ਤੁਹਾਡਾ ਜਿਹੜਾ ਇਹ ਹੈ ਨਾ ਫੈਮਿਲੀ ਦਾ ਜਿਹੜਾ ਪੈਨਸ਼ਨ ਉਹ ਖਤਮ ਹੋ ਜਾਏਗੀ ਤਾਂ ਇਹ ਮਿਲਦੀ ਰਹੇਗੀ। ਠੀਕ ਹੈ, ਆਈ ਥਿੰਕ ਉਹਨਾਂ ਨੇ ਉਰੇ ਹੀ ਕਿਹਾ, ਕਹਿੰਦੇ ਇਫ ਦਾ ਪੈਨਸ਼ਨਰ ਡਾਈ ਦਾ ਸਪਾਊਸ ਸ਼ੈਲ ਗੈਟ ਦੀ ਫੈਮਿਲੀ ਪੈਨਸ਼ਨ ਅਪ ਟੂ 50% ਆਫ ਦੀ ਪੈਨਸ਼ਨ ਟਿਲ ਹਰ ਦੀ ਸਰਵਾਈਵਲ, ਅਤੇ ਜਦੋਂ ਤੱਕ ਸਰਵਾਈਵ ਕਰੇਗੀ। ਕਹਿੰਦੇ ਜੇ ਹਸਬੈਂਡ ਜਾਂ ਵਾਈਫ ਦੁਬਾਰਾ ਵਿਆਹ ਕਰਾ ਲੈਂਦੇ ਨੇ ਤਾਂ ਹੀ ਸ਼ੀ ਗੈਟ ਦੀ ਓਲਡ ਏਜ ਪੈਨਸ਼ਨ ਮਿਲੇਗੀ ਆਫ ਦੀ ਗੌਰਮੈਂਟ ਦੈਨ ਦੇ ਸ਼ੈਲ ਨੋਟ ਐਲੀਜੀਬਲ ਫॉर ਦੀ ਫੈਮਿਲੀ ਪੈਨਸ਼ਨ। If the both the husband and wife are the beneficiary of the board, the both are getting the pension. Then on the eve of the death as the one of them, the other one shall not get eligible for the family pension. ਉਸ ਤੋਂ ਬਾਅਦ ਦੇਖੋ ਕਹਿੰਦੇ ਇਫ ਦਾ ਓਨਲੀ ਵਨ ਪਰਸਨ ਆਈਦਰ ਹਸਬੈਂਡ ਔਰ ਵਾਈਫ ਇਜ਼ ਗੈਟਿੰਗ ਦੀ ਪੈਨਸ਼ਨ ਦੈਨ ਦਾ ਕੀ ਨਾਮ ਹੈ ਈਵ ਆਫ ਦੀ ਡੈਥ ਆਫ ਦੀ ਪੈਨਸ਼ਨਰ ਦਾ ਲਾਈਫ ਹਸਬੈਂਡ ਔਰ ਦੀ ਵਾਈਫ ਸ਼ੈਲ ਗੈਟ ਦੀ ਫੈਮਿਲੀ ਪੈਨਸ਼ਨ ਅਪ ਟੂ ਡੇਟ ਔਨ ਵਿਚ ਹੀ ਗੈਟ ਦੀ ਹਿਮਸੈਲਫ ਐਂਡ ਹਰਸੈਲਫ ਬਿਕਮ ਐਲੀਜੀਬਲ ਫॉर ਦੀ ਪੈਨਸ਼ਨ ਆਫ ਦੀ ਬੋਰਡ ਦੈਨ। On the date she start getting her pension, then the family pension shall cease to be exist. Then ਉਸ ਤੋਂ ਬਾਅਦ ਇਹ ਤੁਹਾਡੇ ਲਈ ਮੈਂ ਨਾ ਇਹ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਲਈ ਹੋਮਵਰਕ ਨੇ, ਇਹ ਤੁਹਾਡੇ ਖੁਦ ਪੜ੍ਹਨੀਆਂ ਨੇ। ਜਿਹੜੇ ਬਾਕੀ ਪੁਆਇੰਟਸ ਨੇ ਮੈਂ ਉਰੇ ਤੱਕ ਪੜ੍ਹੇ ਨੇ, ਇਹ ਤੁਹਾਡੇ ਲਈ ਹੋਮਵਰਕ ਹੈ ਕਿਉਂਕਿ ਤੁਹਾਡਾ ਵੀ ਮੈਨੂੰ ਕੰਟਰੀਬਿਊਸ਼ਨ ਚਾਹੀਦਾ। ਤੁਸੀਂ ਖੁਦ ਪੜ੍ਹੋਗੇ ਤੁਹਾਡੇ ਲਈ ਸ਼ਾਇਦ ਕੋਈ ਮਤਲਬ ਕਿ ਕਨਫਿਊਜ਼ਨ ਨਿਕਲ ਕੇ ਆਵੇ ਜਾਂ ਕੋਈ ਕੁਐਸਚਨ ਮਾਰਕ ਨਿਕਲ ਕੇ ਆਵੇ, ਤੁਹਾਨੇ ਮੈਨੂੰ ਜ਼ਰੂਰ ਪੁੱਛਣਾ। ਇਹ ਤੁਹਾਡੇ ਲਈ ਹੋਮਵਰਕ ਹੈ ਤਾਂ ਕਿ ਤੁਹਾਡਾ ਕੋਈ ਕੁਐਸਚਨ ਨਿਕਲ ਕੇ ਸਾਹਮਣੇ ਆਉਣਾ ਚਾਹੀਦਾ, ਜਿਹਦਾ ਮੈਂ ਰਿਪਲਾਈ 100% ਕਰਾਂਗਾ। ਡਨ। ਸੋ ਥੈਂਕ ਯੂ ਵੈਰੀ ਮਚ, ਟੇਕ ਕੇਅਰ। ਠੀਕ ਹੈ। ਹੈਲੋ ਐਵਰੀਵਨ, ਅੱਜ ਅਸੀਂ ਆਪਣਾ ਗੌਰਮੈਂਟ ਸਕੀਮ ਦਾ ਲੈਕਚਰ ਕਿੰਨਵਾਂ ਦੇਖ ਰਹੇ ਹਾਂ? ਆਪਾਂ 3rd ਦੇਖ ਰਹੇ ਹਾਂ। ਮੈਂ ਪਿਛਲੇ ਲੈਕਚਰ 'ਚ ਤੁਹਾਡੇ ਨਾਲ
ਲੇਬਰ ਡਿਪਾਰਟਮੈਂਟ ਦੀ ਕੁਝ ਸਕੀਮ ਡਿਸਕਸ ਕੀਤੀਆਂ ਸੀ, ਉਸੇ ਸਕੀਮਸ ਨੂੰ ਆਪਾਂ ਅੱਗੇ ਕੰਟੀਨਿਊ ਰੱਖ ਰਹੇ ਹਾਂ। ਉਸ ਤੋਂ ਬਾਅਦ ਆਪਾਂ ਕੁਝ ਹੋਰ ਸਕੀਮਸ ਵੀ ਦੇਖਾਂਗੇ। ਡਨ। ਤਾਂ ਇਹ ਸਮਝ ਕੇ ਚੱਲਣਾ ਕਿ ਜਿਹੜੀ ਲੇਬਰ ਡਿਪਾਰਟਮੈਂਟ ਹੈ ਤਾਂ ਉਹਦੇ ਜਿਹੜੇ ਕੁਝ ਰਹਿ ਗਈਆਂ ਸਕੀਮ ਉਹ ਵੀ ਡਿਸਕਸ ਕਰਨੀ ਆਪਾਂ ਨੇ। ਉਸ ਤੋਂ ਇਲਾਵਾ ਕੁਝ ਹੋਰ ਆਪਾਂ ਨੇ ਸਕੀਮ ਡਿਸਕਸ ਕਰਨੀ ਹੈ, ਉਹ ਲੇਬਰ ਡਿਪਾਰਟਮੈਂਟ ਦੀ ਨਹੀਂ ਹੋਣਗੀਆਂ। ਇਹ ਸਿਰਫ ਜਿਹੜੀਆਂ ਮੈਂ ਹੁਣ ਕਰਾ ਰਿਹਾ ਉਹ ਸਾਰੀ ਲੇਬਰ ਡਿਪਾਰਟਮੈਂਟ ਦੀਆਂ ਹੋਣਗੀਆਂ। ਤਾਂ ਵੈਲਫੇਅਰ ਸਕੀਮ ਦੇਖੀ ਆਪਾਂ, ਮੈਟਰਨਿਟੀ ਬੈਨੀਫਿਟ ਸਕੀਮ। ਡਨ। ਇਹ ਵੀ ਰਜਿਸਟਰਡ ਕੰਸਟਰਕਸ਼ਨ ਵਰਕਰਸ ਲਈ ਹੈ। ਇਸ ਵਿੱਚ ਜਿਹੜਾ ਫੀਮੇਲ ਕੰਸਟਰਕਸ਼ਨ ਵਰਕਰ ਨੇ ਉਹਨਾਂ ਨੂੰ ਪਹਿਲੇ 2 ਬੱਚਿਆਂ ਲਈ ਅਪ ਟੂ 2 ਚਾਈਲਡ 21,000 ਰੁਪਏ ਦਿੱਤਾ ਜਾਏਗਾ। ਜੇ ਕੋਈ ਮੇਲ ਕੰਸਟਰਕਸ਼ਨ ਵਰਕਰ ਕੰਮ ਕਰ ਰਿਹਾ ਉਹਨੂੰ ਆਪਣੇ ਪਹਿਲੇ 2 ਬੱਚਿਆਂ ਲਈ 5,000 ਰੁਪਇਆ ਦਿੱਤਾ ਜਾਏਗਾ। ਟਰਮ ਐਂਡ ਕੰਡੀਸ਼ਨ ਦੇਖ ਲੈਂਦੇ ਹਾਂ। ਬੈਨੀਫਿਸ਼ਰੀ ਸ਼ੁੱਡ ਹੈਵ ਬੀਨ ਰਜਿਸਟਰਡ ਮੈਂਬਰ ਹੋਣਾ ਚਾਹੀਦਾ ਹੈ। ਡਨ। ਐਟਲੀਸਟ 6 ਮਹੀਨਿਆਂ ਦਾ ਉਸ ਕੋਲ ਇੰਨੀ ਮੈਂਬਰਸ਼ਿਪ ਹੋਣੀ ਜ਼ਰੂਰੀ ਹੈ, ਬੱਚੇ ਹੋਣ ਤੋਂ ਪਹਿਲਾਂ। ਤਾਂ ਬੈਨੀਫਿਸ਼ਰੀ ਸ਼ੁੱਡ ਹੈਵ ਅ ਰੈਗੂਲਰ ਡਿਪੋਜ਼ਿਟਿੰਗ ਕੰਟਰੀਬਿਊਸ਼ਨ, ਦੀ ਕੰਟਰੀਬਿਊਸ਼ਨ ਵੀ ਹੋਣੀ ਜ਼ਰੂਰੀ ਹੈ, ਤਾਂ ਹੀ ਉਹਨੂੰ ਇਸਦਾ ਮਤਲਬ ਕੀ ਨਾਮ ਹੈ ਉਹ ਬੈਨੀਫਿਟ ਉਠਾ ਸਕੇਗਾ। ਬੈਨੀਫਿਟ ਅੰਡਰ ਦਿਸ ਸਕੀਮ ਸ਼ੈਲ ਬੀ ਗਿਵਨ ਫॉर ਦੀ ਬਰਥ ਆਫ, ਪਹਿਲੇ 2 ਬੱਚੇ ਲਈ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਪਹਿਲੇ 2 ਬੱਚਿਆਂ ਲਈ ਦਿੱਤਾ ਜਾਏਗਾ। ਇਫ ਦਾ ਬੈਨੀਫਿਸ਼ਰੀ ਇਜ਼ ਗੈਟਿੰਗ ਸੱਚ ਬੈਨੀਫਿਟ ਫਰੋਮ ਐਨੀ ਅਦਰ ਆਰਗੇਨਾਈਜੇਸ਼ਨ ਹੀ ਸ਼ੈਲ ਆਲਸੋ ਬੀ ਐਲੀਜੀਬਲ ਟੂ ਗੈਟ ਅ ਬੈਨੀਫਿਟ ਫਰੋਮ ਦੀ ਬੋਰਡ। ਐਸੀ ਜਿਹੜਾ ਬੈਨੀਫਿਟ ਹੈ ਉਸ ਨੂੰ ਕਿਸੇ ਹੋਰ ਆਰਗੇਨਾਈਜੇਸ਼ਨ ਤੋਂ ਵੀ ਮਿਲ ਰਿਹਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਰੋਂ ਨਹੀਂ ਮਿਲੇਗਾ ਉਹਨੂੰ, ਇਸ ਬੋਰਡ ਤੋਂ ਵੀ ਉਹ ਬੈਨੀਫਿਟ ਉਠਾ ਸਕੇਗਾ। ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦਾ ਬੈਨੀਫਿਟ ਸ਼ੈਲ ਬੀ ਇਨ ਐਡੀਸ਼ਨ ਟੂ ਦਾ ਬੈਨੀਫਿਟ ਗਿਵਨ ਅੰਡਰ ਦੀ BPSSBY। ਹੁਣ ਤੁਸੀਂ ਮੈਨੂੰ ਇਹਦੀ ਫੁੱਲ ਫਾਰਮ ਦੱਸਣੀ ਦਾ ਕੀ ਮਤਲਬ ਹੋਇਆ। ਡਨ। ਮੈਂ ਤੁਹਾਨੂੰ ਕਿੰਨੀ ਵਾਰੀ ਦੱਸ ਚੁੱਕਾ। ਦ ਐਪਲੀਕੇਸ਼ਨ ਫॉर ਦੀ ਬੈਨੀਫਿਟ ਇਜ਼ ਟੂ ਬੀ ਗਿਵਨ ਆਨਲਾਈਨ ਥਰੂ ਦਾ ਲੇਬਰ ਇੰਸਪੈਕਟਰ। ਉਹੀ ਗੱਲ ਜਿਹੜੀ ਮੈਂ ਤੁਹਾਨੂੰ ਹਮੇਸ਼ਾ ਸਮਝਾਈ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਬੈਨੀਫਿਟ ਇਸ ਨੂੰ ਉਠਾਉਣਾ ਔਰ ਆਨਲਾਈਨ, ਠੀਕ ਹੈ, ਜਾਂ ਤਾਂ ਲੇਬਰ ਇੰਸਪੈਕਟਰ ਲੇਬਰ ਇਨਫੋਰਸਮੈਂਟ ਆਫਿਸਰ ਦੁਆਰਾ, ਡਨ, ਜਾਂ ਸੁਵਿਧਾ ਕੇਂਦਰ ਦੁਆਰਾ ਇਸ ਨੂੰ ਅਵੇਲ ਕਰਵਾ ਸਕਦਾ। ਡਨ। ਵਿਦਇਨ ਦਾ 3 ਮੰਥਸ ਆਫ ਦੀ ਬਰਥ ਆਫ ਚਾਈਲਡ। ਜਦੋਂ ਬੱਚਾ ਪੈਦਾ ਹੋ ਗਿਆ ਤਾਂ ਉਸਦੇ 3 ਮਹੀਨਿਆਂ ਦੇ ਅੰਦਰ ਇਸ ਦਾ ਬੈਨੀਫਿਟ ਉਹ ਉਠਾ ਸਕਦਾ। ਜਿਹੜਾ ਬਰਥ ਚਾਈਲਡ ਦਾ ਪ੍ਰੂਫ ਹੈ ਉਹ ਉਹਨੂੰ ਅਪਲੋਡ ਕਰਨਾ ਪਏਗਾ ਉਸ ਪੋਰਟਲ ਦੇ ਉੱਪਰ, ਕਿਉਂਕਿ ਆਨਲਾਈਨ ਹੀ ਅਪਲਾਈ ਕਰੇਗਾ ਨਾ। ਅਗਲੀ ਸਕੀਮ ਦੇਖੋ, ਮੋਬਾਈਲ ਲੈਬ ਸਕੀਮ। ਮੋਬਾਈਲ ਲੈਬ ਸਕੀਮ ਦਾ ਕੀ ਮਤਲਬ ਹੋਇਆ? ਮੋਬਾਈਲ ਲੈਬ ਸਕੀਮ ਫॉर ਰਿਡਕਸ਼ਨ ਆਫ ਦੀ silicosis and the other diseases of the registered construction workers and their family members. If detected a data beneficiary or his family member is suffering from silicosis, an expenditure up to 1.5 lakh incurred by the worker for the treatment of disease shall be reimbursed by the board. ਕਹਿਣ ਦਾ ਭਾਵ ਇਹ ਹੈ ਕਿ ਜਦੋਂ ਕੋਈ ਵਰਕਰ ਹੈ ਜਾਂ ਉਹਦੀ ਫੈਮਿਲੀ ਵਿੱਚੋਂ ਕਿਸੇ ਨੂੰ ਵੀ ਬਿਮਾਰੀ ਹੋ ਜਾਂਦੀ ਹੈ ਸਿਲੀਕੋਸਿਸ ਨਾਮ ਦੀ, ਕਿਉਂਕਿ ਜਦੋਂ ਕੰਸਟਰਕਸ਼ਨ 'ਚ ਉਹ ਕੰਮ ਕਰਦਾ ਨਾ ਤਾਂ ਉਸ ਨਾਲ ਰਿਲੇਟਡ ਕੁਝ ਉਸਦੇ ਇਫੈਕਟਸ ਨਿਕਲ ਕੇ ਸਾਹਮਣੇ ਆਉਂਦੇ, ਸਾਈਡ ਇਫੈਕਟਸ ਨਿਕਲ ਕੇ ਸਾਹਮਣੇ ਆਉਂਦੇ ਨੇ, ਤਾਂ ਉਹ ਹਾਨੀਕਾਰਕ ਹੁੰਦੇ ਨੇ। ਉਸ ਲਈ ਰਿਵਰਸਮੈਂਟ ਦਿੱਤਾ ਜਾਂਦਾ ਉਹਨਾਂ ਵਰਕਰਸ ਨੂੰ। ਤਾਂ ਕਿੰਨਾ ਖਰਚਾ ਉਠਾ ਸਕਦੀ ਹੈ ਬੋਰਡ? 1.5 ਲੱਖ ਤੱਕ ਦਾ ਖਰਚਾ ਉਠਾ ਸਕਦੀ ਹੈ। ਡਨ। ਤਾਂ ਉਸਨੂੰ ਤਾਂ ਰਿਵਰਸਮੈਂਟ ਜ਼ਰੂਰ ਮਿਲੇਗਾ। ਠੀਕ ਹੈ। ਤਾਂ ਇਸ ਵਿੱਚ ਇਹੀ ਸਿਸਟਮ ਹੈ ਕਿ ਇਸਦਾ ਬੈਨੀਫਿਟ ਉਠਾਉਣ ਤੋਂ ਪਹਿਲਾਂ ਉਸਨੂੰ 50,000 ਦੀ ਜਿਹੜੀ ਹੈਲਥ ਸਕੀਮ ਦਾ ਬੈਨੀਫਿਟ ਹੈ ਉਸਨੂੰ ਪਹਿਲੇ ਉਠਾਉਣਾ ਪਏਗਾ, ਜਿਹੜਾ ਹੈਗਾ ਆਪਣੀ ਸਕੀਮ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਉਸ ਦੇ ਆਧਾਰ 'ਤੇ। ਫਿਰ ਉਸ ਤੋਂ ਬਾਅਦ ਉਸਨੂੰ ਇਸ ਸਕੀਮ ਵਿੱਚ ਆਉਣਾ ਪਏਗਾ, ਜਿਵੇਂ ਤੁਹਾਨੂੰ ਹਮੇਸ਼ਾ ਸਮਝਾਇਆ ਹੀ ਹੈ। ਉਸ ਤੋਂ ਬਾਅਦ ਦੇਖੋ ਅੱਗੇ ਅਗਲੀ ਸਕੀਮ ਟੂਲ ਕਿਟ ਸਕੀਮ ਕਿਹਨੂੰ ਕਹਿੰਦੇ ਨੇ। ਫਾਈਨੈਂਸ਼ੀਅਲ ਅਸਿਸਟੈਂਸ ਦਿੱਤਾ ਜਾਏਗਾ 5,000 ਰੁਪਇਆ ਫॉर ਪਰਚੇਸ ਆਫ ਟੂਲਸ। ਠੀਕ ਹੈ। ਰਜਿਸਟਰਡ ਜਿਹੜਾ ਕੰਸਟਰਕਸ਼ਨ ਵਰਕਰ ਹੋਏਗਾ ਜਦੋਂ ਟ੍ਰੇਨਿੰਗ ਕਰ ਰਿਹਾ ਹੋਏਗਾ ਸਕਿੱਲ ਅਪਗ੍ਰੇਸ਼ਨ ਔਰ ਆਲਪੀਅਰ ਆਫ ਦੀ ਸਕੀਮ, ਯਾਨੀ ਕਿ ਉਸਨੇ ਟ੍ਰੇਨਿੰਗ ਲੈ ਲਈ ਸਕਿੱਲ ਅਪਗ੍ਰੇਡ ਦੀ। ਡਨ। ਯਾਨੀ ਕਿ ਉਹਨੇ ਆਪਣੀ ਸਕਿੱਲ ਨੂੰ ਅਪਗ੍ਰੇਡ ਕਰ ਲਿਆ। ਡਨ। ਔਰ ਜਾਂ ਇਸ ਸਕੀਮ ਦੇ ਅੰਡਰ RPL ਸਕੀਮ ਦੇ ਅੰਡਰ ਤੁਸੀਂ ਮੈਨੂੰ ਇਹ ਦੱਸਣਾ ਕਿ RPL ਦੀ ਕੀ ਫੁੱਲ ਫਾਰਮ ਹੋਈ ਹੈ, ਇਹ ਤੁਹਾਨੂੰ ਮੈਂ ਦੱਸ ਚੁੱਕਾ। ਓਕੇ। ਇਸ ਸਕੀਮ ਦੇ ਅੰਡਰ ਜੇ ਉਹ ਇਸ ਦਾ ਬੈਨੀਫਿਸ਼ਰੀ ਹੈ ਜਾਂ ਇਸ ਦੇ ਅੰਡਰ ਉਸਨੇ ਜਾਂ ਤਾਂ ਟ੍ਰੇਨਿੰਗ ਲਿੱਤੀ ਹੈ, ਸਕਿੱਲ ਅਪਗ੍ਰੇਡ ਕੀਤਾ, ਜਾਂ RPL ਸਕੀਮ ਦੇ ਅੰਡਰ ਉਹ ਬੈਨੀਫਿਸ਼ਰੀ ਹੈ, ਤਾਂ ਉਸ ਨੂੰ ਇਸ ਤਰ੍ਹਾਂ ਦਾ 5,000 ਰੁਪਏ ਦਾ ਫਾਈਨੈਂਸ਼ੀਅਲ ਅਸਿਸਟੈਂਸ ਦਿੱਤਾ ਜਾਏਗਾ ਤਾਂ ਕਿ ਉਹ ਟੂਲਸ ਖਰੀਦ ਸਕੇ। ਠੀਕ ਹੈ। ਤਾਂ ਕਿ ਉਹ ਟੂਲਸ ਖਰੀਦ ਸਕੇ। A construction worker can get the benefit of the toolkit scheme after the every 3 years। ਹਰੇਕ 3 ਸਾਲਾਂ ਬਾਅਦ ਉਸਨੂੰ ਇਸ ਦਾ ਫਾਈਨੈਂਸ਼ੀਅਲ ਅਸਿਸਟੈਂਸ ਜ਼ਰੂਰ ਦਿੱਤਾ ਜਾਏਗਾ, ਯਾਨੀ ਕਿ ਇੱਕੋ ਵਾਰੀ ਨਹੀਂ ਮਿਲਣਾ ਉਹਨੂੰ, ਹਰੇਕ 3 ਸਾਲਾਂ ਬਾਅਦ ਉਸਨੂੰ ਮਿਲਦਾ ਹੀ ਜਾਏਗਾ। ਬਟ ਉਸਦੇ ਲਈ ਇਹ ਗੱਲ ਹੈ ਕਿ ਉਸ ਕੋਲ ਟ੍ਰੇਨਿੰਗ ਹੋਣੀ ਚਾਹੀਦੀ ਹੈ ਸਕਿੱਲ ਅਪਗ੍ਰੇਸ਼ਨ ਦੀ। ਠੀਕ ਹੈ। ਜਾਂ ਉਹ RPL ਸਕੀਮ ਦਾ ਬੈਨੀਫਿਸ਼ਰੀ ਹੋਣਾ ਚਾਹੀਦਾ। ਟਰਮ ਕੰਡੀਸ਼ਨ ਦੇਖ ਲੈਂਦੇ ਆਪਾਂ। ਇਹਦੇ ਕੰਸਟਰਕਸ਼ਨ ਵਰਕਰ ਸ਼ੁੱਡ ਬੀ ਰਜਿਸਟਰਡ ਹੈਜ਼ ਅ ਬੈਨੀਫਿਸ਼ਰੀ ਆਫ ਦਾ ਬੋਰਡ। ਤੁਹਾਨੂੰ ਮੈਂ ਕਿਹਾ ਹੀ ਸੀ ਬੈਨੀਫਿਸ਼ਰੀ ਹੈਜ਼ ਬੀਨ ਪੇਇੰਗ ਦੀ ਕੰਟਰੀਬਿਊਸ਼ਨ ਰੈਗੂਲਰਲੀ। ਉਹ ਕੰਟਰੀਬਿਊਸ਼ਨ ਜ਼ਰੂਰ ਪੇ ਕਰੇਗਾ ਕਿਉਂਕਿ ਉਸਦੀ ਜਿਹੜੀ ਸੈਲਰੀ ਉਸ 'ਚੋਂ ਕੰਟਰੀਬਿਊਸ਼ਨ ਜਾਣਾ ਹੀ ਜਾਣਾ। ਫਾਈਨੈਂਸ਼ੀਅਲ ਬੈਨੀਫਿਟ ਅੰਡਰ ਦ ਸਕੀਮ ਸ਼ੈਲ ਬੀ ਰਿਬਰਸ ਆਫਟਰ ਦਾ ਬੈਨੀਫਿਸ਼ਰੀ ਹੈਜ਼ ਪਰਚੇਜ਼ ਦੀ ਟੂਲ। ਹਰੇਕ ਚੀਜ਼ ਉਦੋਂ ਮਿਲੇਗੀ ਜਦੋਂ ਉਸ ਚੀਜ਼ ਨੂੰ ਤੁਸੀਂ ਖਰੀਦ ਚੁੱਕੇ ਹੋ। ਕੋਈ ਵੀ ਚੀਜ਼ ਹੈ, ਕੋਈ ਵੀ ਗੌਰਮੈਂਟ ਬੈਨੀਫਿਟ ਦਿੰਦੀ ਹੈ ਉਸ ਤੋਂ ਬਾਅਦ ਹੀ ਦਿੰਦੀ ਹੈ। ਜਿਵੇਂ ਬਰਥ ਹੋ ਗਿਆ ਬੱਚੇ ਦਾ, ਉਸ ਤੋਂ ਬਾਅਦ ਹੀ ਬੈਨੀਫਿਟ ਮਿਲੇਗਾ। ਇਸੇ ਤਰੀਕੇ ਨਾਲ ਜੇ ਆਪਾਂ ਨੇ ਟੂਲਸ ਖਰੀਦ ਲੈਣੇ ਉਸ ਤੋਂ ਬਾਅਦ ਉਸਦਾ ਬੈਨੀਫਿਟ ਮਿਲੇਗਾ। ਬੈਨੀਫਿਟ ਸ਼ੈਲ ਬੀ ਗਿਵਨ ਟੂ ਦੋਸ ਬੈਨੀਫਿਸ਼ਰੀਜ਼ ਹੂ ਹੈਵ ਗੋਟ ਦੀ ਟ੍ਰੇਨਿੰਗ। ਮੈਂ ਤੁਹਾਨੂੰ ਕਿਹਾ ਸੀ ਨਾ ਜਿਹਨੇ ਟ੍ਰੇਨਿੰਗ ਲਿੱਤੀ ਹੈ ਸਕਿੱਲ ਅਪਗ੍ਰੇਸ਼ਨ ਜਾਂ ਉਸਨੇ ਮਤਲਬ ਕਿ RPL ਸਕੀਮ ਦੇ ਅੰਡਰ ਜੇ ਕੁਛ ਬੈਨੀਫਿਟ ਲਿੱਤਾ ਹੈ। ਡਨ।
ਤਾਂ ਇਸ ਤਰ੍ਹਾਂ ਦਾ ਜਿਹੜਾ ਪ੍ਰੂਫ ਹੈ ਕਿ ਉਸਨੇ ਇਹਨਾਂ ਦੋਨਾਂ 'ਚੋਂ ਕੋਈ ਇੱਕ ਚੀਜ਼ ਹੈ ਉਸ ਕੋਲ, ਤਾਂ ਉਹਦਾ ਪ੍ਰੂਫ ਉਸਨੂੰ ਵੈਬ ਪੋਰਟਲ 'ਤੇ ਅਪਲੋਡ ਕਰਨਾ ਪਏਗਾ, ਤਾਂ ਹੀ ਉਸਨੂੰ ਲਾਭ ਮਿਲੇਗਾ, ਜਿਹੜਾ ਟੂਰ ਕਿਟਸ ਲਈ ਫਾਈਨੈਂਸ਼ੀਅਲ ਅਸਿਸਟੈਂਸ ਮਿਲੇਗਾ। Beneficiaries required to upload this copies of bill of purchase of tools relating to the ਇਸ profession, ਜੋ ਉਸਨੇ ਟੂਲਸ ਖਰੀਦੇ ਨੇ ਉਹਦੇ ਜਿਹੜੇ ਬਿੱਲ ਨੇ ਉਸਨੂੰ ਅਪਲੋਡ ਕਰਨੇ ਪੈਣਗੇ। ਲਾਈਕ ਅਦਰ ਵੈਲਫੇਅਰ ਸਕੀਮ, ਇਸ ਨੂੰ ਵੀ ਵੈਰੀਫਾਈ ਕਰਵਾਉਣਾ ਪਏਗਾ ਕਮੇਟੀ ਤੋਂ, ਦੈਨ ਜੋ ਕੌਨਸਟੀਟਿਊਟਡ ਹੁੰਦੀ ਹੈ ਸਬ ਡਿਵੀਜ਼ਨ ਲੈਵਲ ਦੇ ਉੱਪਰ। ਆਫਟਰ obtaining the approval of the DC, ਜਦੋਂ ਉਸਨੂੰ DC ਤੋਂ ਅਪਰੂਵਲ ਮਿਲ ਜਾਂਦੀ ਹੈ ਤਦ ਫਿਰ ਜਿਹੜੀ ਉਹ ਲਿਸਟ ਆ ਬੋਰਡ ਕੋਲ ਜਾਏਗੀ, ਬੋਰਡ ਫਿਰ ਅੱਗੇ ਸਾਰਾ ਪੈਸਾ ਟ੍ਰਾਂਸਫਰ ਕਰੇਗੀ ਉਹਨਾਂ ਕੰਸਟਰਕਸ਼ਨ ਵਰਕਰ ਕੋਲ ਦੇ ਬੈਂਕ ਅਕਾਊਂਟ ਵਿੱਚ। ਦੈਨ ਉਸ ਤੋਂ ਬਾਅਦ ਅੱਗੇ ਆ ਜਾਓ, ਆਪਣਾ ਅਗਲੀ ਸਕੀਮ ਹੈ ਮੈਂਟਲੀ ਰਿਟਾਰਡਡ ਚਿਲਡਰਨ ਬੈਨੀਫਿਟ ਸਕੀਮ। ਇਸ ਵਿੱਚ ਕੀ ਕਹਿਣਾ ਚਾਹ ਰਹੇ ਨੇ, ਕਹਿੰਦੇ ਫਾਈਨੈਂਸ਼ੀਅਲ ਅਸਿਸਟੈਂਸ ਦੇਵਾਂਗੇ ਜੋ ਕੋਈ ਮੈਂਟਲੀ ਰਿਟਾਰਡਡ ਹੈ, ਕਿਸੇ ਕੰਸਟਰਕਸ਼ਨ ਵਰਕਰ ਦੇ ਬੱਚਾ ਹੋ ਸਕਦਾ ਹੈ ਜਾਂ ਉਹਦੀ ਡਾਟਰ ਹੋ ਸਕਦੀ ਹੈ, ਉਸ ਨੂੰ 20,000 ਰੁਪਇਆ ਸਾਲ ਦਾ ਦਿੱਤਾ ਜਾਏਗਾ ਉਸ ਬੱਚੇ ਦੀ ਦੇਖਭਾਲ ਲਈ। ਡਨ, ਜੇ ਕੋਈ ਚਿਲਡਰਨ ਜਾਂ ਕੋਈ ਡਾਟਰ ਮੈਂਟਲੀ ਰਿਟਾਰਡਡ ਹੈ, ਓਕੇ। ਇਹਦੀ ਟਰਮ ਐਂਡ ਕੰਡੀਸ਼ਨ ਕੀ ਹੈ ਕਿ ਉਹ ਆਪਣਾ ਕੰਟੀਨਿਊਸਲੀ ਕੰਟਰੀਬਿਊਸ਼ਨ ਦਿੰਦਾ ਰਹੇਗਾ ਬੋਰਡ ਨੂੰ, ਜਿਵੇਂ ਸੈਲਰੀ 'ਚ ਤੁਹਾਨੂੰ ਪਤਾ ਹੀ ਹੈ ਕੰਟਰੀਬਿਊਸ਼ਨ ਜਾਂਦਾ ਹੀ ਜਾਂਦਾ ਹੈ। ਦੈਨ ਉਸ ਤੋਂ ਬਾਅਦ ਕਹਿੰਦੇ ਜਿਹੜਾ ਸਰਟੀਫਿਕੇਟ ਹੈ ਮੈਂਟਲੀ ਰਿਟਾਰਡਡ ਦਾ, ਉਹ ਉਸ ਨੂੰ ਜਾਂ ਕੋਈ ਹੈਂਡੀਕੈਪਡ ਹੈ ਤਾਂ ਉਸ ਨੂੰ ਸੀਨੀਅਰ ਮੈਡੀਕਲ ਆਫਿਸਰ ਤੋਂ ਲੈਣਾ ਪਏਗਾ, ਦੈਨ ਯਾਨੀ ਗੌਰਮੈਂਟ ਹਸਪੀਟਲ ਤੋਂ ਹੀ ਮਿਲੇਗਾ, ਉਸ ਨੂੰ ਅਪਲੋਡ ਕਰਾਉਣਾ ਪਏਗਾ ਵੈਬ ਪੋਰਟਲ ਦੇ ਉੱਪਰ, ਠੀਕ ਹੈ। ਉਸ ਤੋਂ ਬਾਅਦ ਦੇਖੋ ਜੇ ਆਪਾਂ ਗੱਲ ਕਰੀਏ ਬਲਰੀ ਬਰਥ ਗਿਫਟ ਸਕੀਮ, ਇਸ ਦਾ ਕੀ ਮਤਲਬ ਹੋਇਆ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦੇ ਫਾਈਨੈਂਸ਼ੀਅਲ ਅਸਿਸਟੈਂਸ ਦੇਵਾਂਗੇ ਇਨ ਦਾ ਸ਼ੇਪ ਆਫ ਦੀ FDR ਦਿੱਤਾ ਜਾਏਗਾ 51,000 ਰੁਪਇਆ ਔਨ ਦਾ ਬਰਥ ਆਫ ਦੀ ਫੀਮੇਲ ਚਾਈਲਡ। ਦੈਨ ਮੈਕਸਿਮਮ 2 ਪਹਿਲੀਆਂ ਗਰਲਸ ਲਈ ਮਿਲੇਗਾ, ਦੈਨ ਜੇ ਕੁੜੀ ਦਾ ਜਨਮ ਹੁੰਦਾ ਉਸ ਲਈ ਤੁਹਾਨੂੰ 51,000 ਦੀ FD ਮਿਲੇਗੀ, ਫਿਕਸ ਡਿਪੋਜ਼ਿਟ ਮਿਲੇਗਾ, ਵਿਚ ਕੈਨ ਬੀ ਇਨ ਕੈਸ਼ ਓਨਲੀ ਐਟ ਅ ਟਾਈਮ ਆਫ ਦੀ ਮੈਰਿਜ ਆਫ ਦੀ ਡਾਟਰ। ਸਾਫ ਜੀ ਗੱਲ ਸਮਝ ਕੇ ਇਹ ਆਉਂਦੀ ਹੈ ਸਾਹਮਣੇ ਕਿ 51,000 ਰੁਪਏ ਦਾ FD ਹੋਏਗੀ, ਇਹਦਾ ਜਿਹੜਾ ਕੈਸ਼ ਹੈ ਨਾ ਉਹ ਉਦੋਂ ਮਿਲੇਗਾ ਜਦੋਂ ਕੁੜੀ ਦਾ ਵਿਆਹ ਹੋਏਗਾ। ਡਨ, ਤਾਂ ਪਹਿਲੀ 2 ਕੁੜੀਆਂ ਲਈ ਤੁਹਾਨੂੰ ਇਸ ਦਾ ਫਾਈਨੈਂਸ਼ੀਅਲ ਅਸਿਸਟੈਂਸ ਦਿੱਤਾ ਜਾਵੇਗਾ। ਡਨ, ਜਿਹੜਾ ਪੀਰੀਅਡ ਹੈ ਉਹ ਫਿਕਸ ਡਿਪੋਜ਼ਿਟ ਉਹ ਕਦੋਂ ਤੱਕ ਰਹੇਗਾ, ਜਦ ਤੱਕ ਕੁੜੀ ਦਾ ਵਿਆਹ ਨਹੀਂ ਹੋ ਜਾਂਦਾ, ਠੀਕ ਹੈ, ਅਪ ਟੂ ਦਾ ਮੈਰਿਜ ਆਫ ਦੀ ਡਾਟਰ। ਦ FD ਸ਼ੈਲ ਬੀ ਪਲੈਜ ਟੂ ਦਾ ਨੇਮ ਆਫ ਦੀ ਬੋਰਡ, ਜਿਹੜੀ FD ਦਾ ਨਾਮ ਹੋਏਗਾ ਬੋਰਡ ਦੇ ਨਾਮ 'ਤੇ ਹੋਏਗਾ। ਜਿਹੜੀ ਅਥਾਰਟੀ ਹੋਏਗੀ ਟੂ ਰਿਲੀਜ਼ ਦੀ FD ਲਾਈਸ ਵਿਦ ਦੀ ਸੈਕਟਰੀ ਆਫ ਦੀ ਬੋਰਡ ਔਰ ਉਹਦੀ ਆਫਿਸਰ authorized by the board. Then FDR of the 51,000 shall be preferred for the first time up to the age of the 18 years and then after a year up to the period of the marriage of the girl took place. Then beneficiaries deposit is contribution regular to the board। ਉਹੀ ਗੱਲ ਜਿਹੜੀ ਨੋਰਮਲ ਜਿਹੜੀ ਗੱਲਾਂ ਤੋਂ ਉਹੀ ਨਿਕਲ ਕੇ ਸਾਹਮਣੇ ਆਉਂਦੀ ਹੈ ਜੋ ਤੁਹਾਨੂੰ ਮੈਂ ਹਰੇਕ ਵਿੱਚ ਦੱਸਦਾ। The application of the scheme shall be submitted online on the web portal of the board through the LE or the through the nearest ਸੁਵਿਧਾ ਕੇਂਦਰ, ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਸੀ, ਠੀਕ ਹੈ। ਉਸ ਤੋਂ ਬਾਅਦ ਅਗਲੀ ਸਕੀਮ ਦੇਖੋ ਹਾਊਸਿੰਗ ਸਕੀਮ ਫॉर ਕੰਸਟਰਕਸ਼ਨ ਵਰਕਰਸ। ਹੁਣ ਹਾਊਸਿੰਗ ਸਕੀਮ ਵੀ ਹੈ ਕੰਸਟਰਕਸ਼ਨ ਵਰਕਰਸ ਲਈ। ਕਹਿੰਦੇ ਅੰਡਰ ਦੀ ਸ਼ਹਿਰੀ ਆਵਾਸ ਯੋਜਨਾ 2017 ਕੋਈ ਐਸਾ ਕੰਸਟਰਕਸ਼ਨ ਵਰਕਰ ਇਸ ਅਲੋਟਡ ਐਨੀ ਹਾਊਸ ਹੀ ਵਿਲ ਬੀ ਐਲੀਜੀਬਲ ਦਾ ਫਾਈਨੈਂਸ਼ੀਅਲ ਬੈਨੀਫਿਟ ਅੰਡਰ ਦਿਸ ਫੋਲੋਇੰਗ। ਯਾਨੀ ਕਿ ਕਿਸੇ ਕੰਸਟਰਕਸ਼ਨ ਵਰਕਰ ਨੂੰ ਅਲੋਟ ਕੀਤਾ ਗਿਆ ਕੋਈ ਹਾਊਸ ਸ਼ਹਿਰੀ ਆਵਾਸ ਯੋਜਨਾ ਦੇ ਮੁਤਾਬਿਕ, ਤਾਂ ਉਸ ਨੂੰ ਫਾਈਨੈਂਸ਼ੀਅਲ ਬੈਨੀਫਿਟ ਦਿੱਤਾ ਜਾਵੇਗਾ। ਜੇ ਕੋਈ ਹੋਮਲੈਸ SC BC ਕੈਟਾਗਰੀ ਦਾ ਉਸ ਦੀ ਜਿਹੜੀ ਇਨਕਮ ਹੈ 3 ਲੱਖ ਤੋਂ ਘੱਟ ਹੈ ਤਾਂ ਉਸ ਨੂੰ ਬੋਰਡ ਵੱਲੋਂ 1.5 ਲੱਖ ਰੁਪਏ ਦਿੱਤਾ ਜਾਏਗਾ। ਡਨ, ਠੀਕ ਹੈ। ਜੇ ਉਸ ਹਾਊਸ ਲਈ ਮਿਲੇਗਾ। ਡਨ, ਜੇ ਕੋਈ ਅਰਬਨ ਕੰਸਟਰਕਸ਼ਨ ਵਰਕਰ ਹੈ ਜਿਹਦੀ ਇਨਕਮ 3 ਲੱਖ ਤੋਂ ਘੱਟ ਹੈ ਉਹ ਤਾਂ ਬੋਰਡ ਇੰਟਰਸਟ ਸਬਸਿਡੀ ਦੇਗੀ 6.5% ਲੋਨ ਦੇ ਮੁਤਾਬਿਕ 6 ਲੱਖ ਫੋਰ 20 ਸਾਲਾਂ ਲਈ, ਯਾਨੀ ਕਿ ਇੰਟਰਸਟ ਹੋਏਗਾ 6.5। ਡਨ, ਅਤੇ ਮਤਲਬ ਜਿਸ ਪ੍ਰਿੰਸੀਪਲ ਅਮਾਊਂਟ ਦੇ ਉੱਪਰ ਮਿਲ ਰਿਹਾ ਉਹ ਮਿਲ ਰਿਹਾ 6 ਲੱਖ ਉੱਪਰ। ਡਨ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਹ ਕਿੰਨੇ ਸਾਲਾਂ ਲਈ ਹੋਏਗਾ, 20 ਸਾਲਾਂ ਲਈ ਹੋਏਗਾ। ਇਸ ਤਰ੍ਹਾਂ ਦੀ ਸਬਸਿਡੀ ਦਿੱਤੀ ਜਾਏਗੀ ਬੋਰਡ ਵੱਲੋਂ ਤਾਂ ਕਿ ਉਹ ਆਪਣਾ ਮਕਾਨ ਖਰੀਦ ਸਕੇ, ਠੀਕ ਹੈ। ਇਨ ਕੇਸ ਦਾ ਹਾਊਸ ਇਜ਼ ਅਲੋਟਡ ਕੰਸਟਰਕਸ਼ਨ ਵਰਕਰ ਬਾਈ ਦਾ ਪ੍ਰਾਈਵੇਟ ਡਿਵੈਲਪਰ, ਜੇ ਪ੍ਰਾਈਵੇਟ ਡਿਵੈਲਪਰ ਦੁਆਰਾ ਉਸ ਨੂੰ ਅਲੋਟ ਕੀਤਾ ਗਿਆ ਤਾਂ ਬੋਰਡ ਕੀ ਕਰੇਗਾ 5 ਲੱਖ ਦੇਗਾ। ਡਨ, ਠੀਕ ਹੈ। ਜੇ ਗੌਰਮੈਂਟ ਦੁਆਰਾ ਅਲੋਟ ਹੋਇਆ ਤਾਂ ਉਹ ਅਲੱਗ ਚੀਜ਼ ਹੈ, ਮਗਰ ਜੇ ਪ੍ਰਾਈਵੇਟ ਦੁਆਰਾ ਅਲੋਟ ਹੋਇਆ ਤਾਂ 5 ਲੱਖ ਮਿਲੇਗਾ। ਇਨ ਕੇਸ ਆਫ ਦਾ ਕੰਸਟਰਕਸ਼ਨ ਵਰਕਰ ਹੈਵਿੰਗ ਇਨਕਮ ਲੈਸ ਦੈਨ 6 ਲੱਖ, ਜੇ ਉਹਦੀ ਇਨਕਮ 6 ਲੱਖ ਤੋਂ ਘੱਟ ਹੈ ਤਾਂ ਬੋਰਡ ਵੱਲੋਂ ਉਸ ਨੂੰ ਉਹੀ ਗੱਲ ਆ ਗਈ ਨਾ ਸਾਹਮਣੇ ਕਿ ਕੰਸਟਰਕਸ਼ਨ ਵਰਕਰ ਦੀ ਜਿਹੜੀ ਇਨਕਮ ਹੈ 6 ਲੱਖ ਤੋਂ ਘੱਟ ਹੈ ਅਤੇ ਜਿਹੜੀ ਉਹਦੀ ਸਬਸਿਡੀ ਦਿੱਤੀ ਜਾਏਗੀ 6.5%, ਠੀਕ ਹੈ, 6 ਲੱਖ ਉੱਪਰ। ਤਾਂ ਮਤਲਬ ਕਿ ਨੋਰਮਲ ਲਾਉਂਗੇ ਤਾਂ ਇੰਨਾ ਵਿਆਜ ਨਹੀਂ ਹੁੰਦਾ, ਠੀਕ ਹੈ, ਜ਼ਿਆਦਾ ਹੀ ਹੁੰਦਾ, ਤਾਂ 20 ਸਾਲਾਂ ਨਹੀਂ ਮਿਲੇਗਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ। ਹੁਣ ਆਪਾਂ ਆਪਣੀਆਂ ਇਹ ਸਕੀਮਸ ਖਤਮ ਹੋ ਗਈਆਂ। ਉਸ ਤੋਂ ਬਾਅਦ ਹੁਣ ਆਪਾਂ ਆਪਣੀਆਂ ਨੈਕਸਟ ਸਕੀਮਸ ਦੇਖਾਂਗੇ ਜੋ ਲੇਬਰ ਡਿਪਾਰਟਮੈਂਟ ਤੋਂ ਅਲੱਗ ਨੇ, ਯਾਨੀ ਕਿ ਸਾਰੀਆਂ ਜਿੰਨੀਆਂ ਸਕੀਮਸ ਸੀ ਜੋ ਮੇਰੇ ਲੈਕਚਰ 2 ਅਤੇ ਲੈਕਚਰ 3 ਵਿੱਚ ਅੱਜ ਦੇ ਲੈਕਚਰ ਵਿੱਚ ਮੈंने ਡਿਸਕਸ ਕੀਤੀਆਂ ਉਹ ਇਸ ਲੇਬਰ ਡਿਪਾਰਟਮੈਂਟ ਦੀਆਂ ਸੀ। ਡਨ, ਇਸ ਦੇ ਨੋਟਸ ਜ਼ਰੂਰ ਬਣਾਉਣਾ। ਹੁਣ ਆਪਾਂ ਨੈਕਸਟ ਸਕੀਮਸ ਉੱਪਰ ਆ ਜਾਂਦੇ ਹਾਂ। ਕੁਝ ਸਕੀਮਸ ਨੇ 3-4 ਆਪਣੀਆਂ ਜੋ ਇਸ ਤੋਂ ਇਲਾਵਾ ਨੇ ਉਹ ਆਪਾਂ ਡਿਸਕਸ ਕਰਾਂਗੇ। ਡਨ,
ਹੁਣ ਆਪਾਂ ਆਪਣੀ ਨੈਕਸਟ ਸਕੀਮਸ ਦੇਖਾਂਗੇ ਦੈਨ। ਤਾਂ ਉਸ ਤੋਂ ਬਾਅਦ ਆਪਾਂ ਹੁਣ ਕੁਝ ਸਕੀਮਸ ਦੇਖਾਂਗੇ ਜੋ ਆਲਰੇਡੀ ਫਿਲਹਾਲ ਕੁਛ ਕੁ ਵਕਤ ਵਿੱਚ ਲਾਂਚ ਹੋਈਆਂ ਸੀ। ਤਾਂ ਪਹਿਲੀ ਸਕੀਮ ਦੇਖੋ, ਮਾਫ ਕਰਨਾ, ਯੂਨੀਕ ਬੁੱਕ ਬੈਂਕ ਸਕੀਮ। ਦੈਨ ਇਹ ਵੀ ਪੰਜਾਬ ਗੌਰਮੈਂਟ ਵੱਲੋਂ ਇੱਕ ਇਨੀਸ਼ੀਏਟਿਵ ਲਿੱਤਾ ਗਿਆ ਟੂ ਹੈਲਪ ਦੀ ਨੀਡੀ ਸਟੂਡੈਂਟਸ who are not able to afford books for the academic studies। ਦੈਨ ਜਿਹੜੇ ਬੱਚੇ ਮਤਲਬ ਕਿ ਉਹਨਾਂ ਕੋਲ ਇੰਨੀ ਕੈਪੇਬਿਲਿਟੀ ਨਹੀਂ ਹੈ, ਮਤਲਬ ਕਹਿਣ ਦਾ ਭਾਵ ਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਕਿ ਉਹ ਬੁੱਕਸ ਖਰੀਦ ਸਕਣ। ਦੈਨ ਤਾਂ ਉਹਨਾਂ ਬੱਚਿਆਂ ਲਈ ਇਹ ਗੌਰਮੈਂਟ ਨੇ ਇਨੀਸ਼ੀਏਟਿਵ ਸਟਾਰਟ ਕੀਤਾ ਹੈ। ਇਸ ਵਿੱਚ ਕੀ ਕਰਨਗੇ ਉਹ ਆਪਾਂ ਦੇਖਦੇ ਹਾਂ। ਕਹਿੰਦੇ ਦ ਸਟੇਟ ਗੌਰਮੈਂਟ ਵਿਲ ਸੂਨ ਲਾਂਚ ਸੱਚ ਸਕੀਮ, ਮਤਲਬ ਕਿ ਲਾਂਚ ਹੋਣ ਵਾਲੀ ਹੋਣੀ ਜਾਂ ਕੁਝ ਕੋਵਿਡ ਕਰਕੇ ਟਾਈਮ ਲੱਗ ਗਿਆ, ਬਟ ਆਲਰੇਡੀ ਹੁਣ ਇਹ ਬੱਚਿਆਂ ਨੂੰ ਮਿਲਣੀ ਸਟਾਰਟ ਹੋ ਜਾਏਗੀ। ਇਸ ਵਿੱਚ ਨੀਡੀ ਸਟੂਡੈਂਟਸ ਨੂੰ ਬੁੱਕਸ ਪ੍ਰੋਵਾਈਡ ਕੀਤੀਆਂ ਜਾਣਗੀਆਂ ਫ੍ਰੀ ਆਫ ਕੋਸਟ। ਦੈਨ ਉਹਨਾਂ ਦੀ ਸਟੱਡੀਜ਼ ਲਈ ਉਹਨਾਂ ਨੂੰ ਜਿਹੜੀ ਬੁੱਕਸ ਪ੍ਰੋਵਾਈਡ ਕੀਤੀਆਂ ਜਾਣਗੀਆਂ ਉਹ ਫ੍ਰੀ ਆਫ ਕੋਸਟ ਹੋਣਗੀਆਂ। ਤਾਂ ਪਲਾਨ ਹੈਜ਼ ਬੀਨ ਫਾਰਮੂਲੇਟਡ ਟੂ ਸੈਟ ਅਪ ਯੂਨੀਕ ਬੁੱਕ ਬੈਂਕ। ਇੱਕ ਯੂਨੀਕ ਬੁੱਕ ਬੈਂਕਸ ਬਣਾਇਆ ਜਾਏਗਾ ਹਰੇਕ ਸਕੂਲ ਵਿੱਚ, ਠੀਕ ਹੈ। ਸਟੇਟ ਦੇ ਹਰੇਕ ਸਕੂਲ ਵਿੱਚ ਬਣਾਇਆ ਜਾਏਗਾ। ਦੈਨ ਜਿਹੜੀ ਇਹ ਬੁੱਕ ਬੈਂਕਸ ਹੋਣਗੀਆਂ ਉਹਨੂੰ ਰੀਯੂਜ਼ ਕੀਤਾ ਜਾ ਸਕਦਾ ਹੈ। ਦੈਨ ਆਫ ਦੀ 올ਡਰ ਸਟੂਡੈਂਟਸ, ਪਾਸ ਆਊਟ ਸਟੂਡੈਂਟ, ਜਿਹੜੇ ਪਾਸ ਹੋ ਜਾਣਗੇ ਸਟੂਡੈਂਟਸ ਦੁਬਾਰਾ ਇਸ ਬੈਂਕ ਵਿੱਚ ਜਾ ਕੇ ਡਿਪੋਜ਼ਿਟ ਕਰਾ ਦੇਣਗੇ ਬੁੱਕਸ। ਤਾਂ ਜਿਹੜੇ ਨਵੇਂ ਬੱਚੇ ਆਉਣਗੇ, ਜਿਹੜੇ ਨੀਡੀ ਪਰਸਨਸ ਹੋਣਗੇ, ਜਿਹੜੇ ਨੀਡੀ ਸਟੂਡੈਂਟਸ ਹੋਣਗੇ, ਉਹ ਇਸ ਦਾ ਬੈਨੀਫਿਟ ਉਠਾ ਸਕਣਗੇ। ਦਿਸ ਬੁੱਕਸ ਬੈਂਕਸ ਵਿਲ ਰਿਕੁਐਸਟ ਦੀ ਸਟੂਡੈਂਟਸ ਟੂ ਡਿਪੋਜ਼ਿਟ ਦੇਅਰ 올ਡ ਬੁੱਕਸ, ਜਿਵੇਂ ਤੁਹਾਨੂੰ ਮੈਂ ਕਿਹਾ ਹੀ ਸੀ, ਸੋ ਦੇ ਕੈਨ ਬੀ ਯੂਜ਼ਡ ਬਾਈ ਦ ਨੀਡਡ ਸਟੂਡੈਂਟਸ ਇਨ ਦ ਨੈਕਸਟ ਬੈਚ ਫॉर ਦੀ ਫ੍ਰੀ ਆਫ ਕੋਸਟ। Along with saving money, the book bank scheme will also reduce the cost of printing new books, which is damaging the environment. Then every year students purchase the new books which use a huge amount of paper to print them. The scheme will help to improve the environment ਵਿੱਚ ਹੈਲਪਿੰਗ ਕਰੇਗਾ, ਕਿਉਂਕਿ ਫਿਰ ਪੇਜਸ ਬਚਣਗੇ। ਦੈਨ ਜੇ ਆਪਾਂ ਰੀਯੂਜ਼ ਕਰਾਂਗੇ ਆਪਾਂ, ਤਾਂ ਆਲਰੇਡੀ ਹੈ ਕਿ ਇੱਕ ਤਾਂ ਗੌਰਮੈਂਟ ਦਾ ਵੀ ਫਾਇਦਾ ਇਸ ਵਿੱਚ, ਐਨਵਾਇਰਮੈਂਟ ਦਾ ਵੀ ਫਾਇਦਾ। ਦੈਨ also save the money to the needy people. Done. Book bank scheme would be optional, that means this scheme will not be forced to students। ਕਹਿੰਦੇ ਇੱਕ ਤਰ੍ਹਾਂ ਦਾ ਵੋਲੰਟਰੀ ਹੈ, ਕੋਈ ਉਹ ਨਹੀਂ ਹੈ ਕਿ ਆਪਾਂ ਕਹੀਏ, ਮਤਲਬ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਫੋਰਸ ਕੀਤਾ ਜਾ ਰਿਹਾ। will not force the students to participate in the scheme by giving their used books। However, the NGO that have been running such kind of schemes will contribute the implementation process of the scheme। ਮੰਨ ਲਓ ਕੋਈ NGO ਆਲਰੇਡੀ ਇਸ ਵਿੱਚ ਆਪਣਾ ਮਤਲਬ ਡਿਊਟੀ ਨਿਭਾ ਰਹੀ ਹੈ, ਮਤਲਬ ਕਿ ਉਹ ਇਸ ਤਰ੍ਹਾਂ ਦਾ ਸਿਮਿਲਰ ਤਾਂ ਨਹੀਂ ਕਹਿ ਸਕਦੇ, ਕੁਛ ਕਰ ਰਹੀ ਹੈ ਐਸਾ ਜਿਸ ਵਿੱਚ ਸਟੂਡੈਂਟਸ ਦੀ ਹੈਲਪ ਹੁੰਦੀ ਹੈ। ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਆ ਕੇ ਆਪਣਾ ਕੰਟਰੀਬਿਊਟ ਕਰ ਸਕਦੇ ਹੋ, ਅਤੇ ਇਸ ਸਕੀਮ ਨੂੰ ਵੱਧ ਤੋਂ ਵੱਧ ਤੁਸੀਂ ਵਧਾਵਾ ਦਿਓ, ਇੰਪਲੀਮੈਂਟੇਸ਼ਨ 'ਚ ਆਸਾਨੀ ਹੋਵੇ। ਦੈਨ ਇਹ ਸੀ ਇੱਕ ਸਕੀਮ ਜਿਹੜੀ ਯੂਨੀਕ ਬੁੱਕਸ ਬੈਂਕ ਸਕੀਮ ਸੀ। ਦੈਨ ਉਸ ਤੋਂ ਬਾਅਦ ਆਪਣੀ ਅਗਲੀ ਸਕੀਮ ਦੇਖੋ, ਅੰਨਾਪੂਰਨਾ ਅਕਸ਼ਯ ਪਾਤਰਾ ਯੋਜਨਾ। ਦੈਨ ਇਸ ਵਿੱਚ ਇੱਕ ਤਰ੍ਹਾਂ ਦੀ ਮੀਲ ਸਕੀਮ ਹੈ। 10 ਰੁਪਏ ਦੇ ਮੁਤਾਬਿਕ ਇੱਕ ਮੀਲ ਮਿਲਿਆ ਕਰੇਗੀ, ਜਿਸ ਦਾ ਜਿਹੜੀ ਕੋਸਟ ਹੈ ਉਹ 10 ਰੁਪਏ ਹੋਇਆ ਕਰੇਗੀ। ਕਿੱਥੇ ਮਿਲਿਆ ਕਰੇਗੀ? ਚੰਡੀਗੜ੍ਹ 'ਚ ਮਿਲਿਆ ਕਰੇਗੀ। ਇਸ ਸਕੀਮ ਦੇ ਮੁਤਾਬਿਕ ਇਹ ਕਿਹਾ ਗਿਆ ਕਿ ਇਹ ਜਿਹੜੀ ਐਸੀ ਸਕੀਮ ਜਿਹੜੀ ਹੈ ਉਹ ਹਰਿਆਣਾ ਅਤੇ ਪੰਜਾਬ ਗੌਰਮੈਂਟ ਨੇ ਇਕੱਠੇ ਮਿਲ ਕੇ ਸਟਾਰਟ ਕੀਤੀ ਹੈ। ਕਿੱਥੇ ਸਟਾਰਟ ਕੀਤੀ ਹੈ? ਚੰਡੀਗੜ੍ਹ 'ਚ ਸਟਾਰਟ ਕੀਤੀ ਹੈ। ਅੰਡਰ ਦਿਸ ਸਕੀਮ ਪੂਅਰ ਪੀਪਲ ਜਿਹੜੇ ਹੋਣਗੇ ਆਰ ਬੀਂਗ ਪ੍ਰੋਵਾਈਡਡ ਦੀ ਫੂਡ ਐਟ ਲੈਸਰ ਕੋਸਟ। ਦੈਨ ਜਿਵੇਂ ਮਾਰਕੀਟ ਦੇ ਹਿਸਾਬ 'ਚ ਜੋ ਰੇਟ ਹੁੰਦਾ ਮੀਲ ਦਾ, ਉਸ ਨਾਲੋਂ ਘੱਟ ਰੇਟ 'ਤੇ ਇਹਨਾਂ ਨੂੰ ਫੂਡ ਪ੍ਰੋਵਾਈਡ ਕੀਤਾ ਜਾਏਗਾ। ਦਿਸ ਸਕੀਮ ਜਿਹੜੀ ਹੋਏਗੀ ਹੈਜ਼ ਆਲਰੇਡੀ ਗੇਨਡ ਆ ਲੋਟ ਆਫ ਪੋਪੂਲੈਰਿਟੀ ਇਨ ਚੰਡੀਗੜ੍ਹ। ਤੁਹਾਨੂੰ ਪਤਾ ਹੀ ਹੈ, ਤੁਸੀਂ ਚੰਡੀਗੜ੍ਹ ਜੇ ਤੁਸੀਂ ਨਹੀਂ ਗਏ ਜਾ ਕੇ ਦੇਖਣਾ, ਉੱਥੇ ਆਲਰੇਡੀ ਇਹ ਪਾਪੂਲਰ ਹੋਈ ਪਈ ਹੈ ਐਸੀ ਸਕੀਮ। ਡਨ। ਇਨ ਦਿਸ ਆਰਟੀਕਲ ਵੀ ਵਿਲ ਟੈਲ ਯੂ ਅਬਾਊਟ ਦੀ ਕੰਪਲੀਟ ਡਿਟੇਲਸ ਆਫ ਦੀ ਅੰਨਾਪੂਰਨਾ ਅਕਸ਼ਯ ਪਾਤਰਾ ਯੋਜਨਾ। ਡਨ। ਇਸ ਵਿੱਚ ਤੁਹਾਨੂੰ ਹੁਣ ਦੱਸਣਾ ਅੱਗੇ। ਕਹਿੰਦੇ ਅੰਡਰ ਦ ਸਕੀਮ ਫੂਡ ਪੈਕਟ ਜਿਹੜੇ ਹੋਣਗੇ ਪ੍ਰੋਵਾਈਡ ਕੀਤੇ ਜਾਣਗੇ ਪੂਅਰ ਨੂੰ ਐਟ 5 ਕੀ ਸਟ੍ਰੈਟੇਜਿਕ ਲੋਕੇਸ਼ਨਸ ਹੋਣਗੀਆਂ ਚੰਡੀਗੜ੍ਹ 'ਚ। ਡਨ। ਯਾਨੀ ਕਿ ਤੁਹਾਨੂੰ ਫੂਡ ਪੈਕਟਸ ਪ੍ਰੋਵਾਈਡ ਕੀਤੇ ਜਾਣਗੇ ਚੰਡੀਗੜ੍ਹ ਵਿੱਚ, ਕੁਝ ਜਿਹੜੀਆਂ ਸਿਲੈਕਟਡ ਲੋਕੇਸ਼ਨਾਂ ਹੋਣਗੀਆਂ ਉੱਥੇ ਪ੍ਰੋਵਾਈਡ ਕੀਤੇ ਜਾਣਗੀਆਂ। ਡਨ। ਵਨ ਟਾਈਮ ਫੂਡ ਦਿੱਤਾ ਜਾਏਗਾ ਇਸ ਅਵੇਲੇਬਲ ਜਸਟ ₹10। ਡਨ। 10 ਰੁਪਏ ਮਤਲਬ ਕਿ ਇੱਕ ਟਾਈਮ ਦਾ ਫੂਡ ਜਿਵੇਂ ਮਿਲੇਗਾ ਤੁਹਾਨੂੰ 10 ਰੁਪਏ ਮੁਤਾਬਿਕ ਮਿਲੇਗਾ, ਯਾਨੀ ਕਿ ਜਿਵੇਂ ਫੂਡ ਪੈਕਟ ਮਿਲ ਰਿਹਾ ਉਹ 10 ਰੁਪਏ ਦਾ ਹੋਏਗਾ। ਜਿਸ ਵਿੱਚ ਕੀ ਹੋਏਗਾ ਇਸ ਫੂਡ ਪੈਕਟ ਵਿੱਚ? 10 ਰੁਪਏ ਦਾ ਜਿਹੜਾ ਰੇਟ ਰੱਖਿਆ ਗਿਆ ਉਸ ਵਿੱਚ ਕੀ ਹੋਏਗਾ? 6 ਚਪਾਤੀਆਂ ਹੋਣਗੀਆਂ, ਵੈਜੀਟੇਬਲ ਹੋਏਗਾ, ਪਿਕਲ ਹੋਏਗਾ। ਦੈਨ ਰਾਈਜ਼ਿੰਗ ਡਿਮਾਂਡ ਆਫ ਅਫੋਰਡੇਬਲ ਫੂਡ ਪੈਕਟਸ ਹੈਜ਼ ਮੇਡ ਦੀ ਯੂਟੀ ਐਡਮਿਨਿਸਟ੍ਰੇਸ਼ਨ ਇਨਕਰੀਜ਼ ਦੀ ਸਟੋਕ। ਦੈਨ ਉਸ ਤੋਂ ਬਾਅਦ ਜੇ ਆਪਾਂ ਇਸ ਦੀ ਲੋਕੇਸ਼ਨ ਦੀ ਗੱਲ ਕਰੀਏ, ਇਹਦੀ ਲੋਕੇਸ਼ਨ ਤੋਂ ਪਹਿਲਾਂ ਇਹ ਸਮਝ ਲਓ ਕਿ ਇਹਦਾ ਡਿਸਟਰੀਬਿਊਟ ਕਿਵੇਂ ਹੋਏਗਾ 6 PM ਤੋਂ ਲੈ ਕੇ ਰਾਤ ਦੇ 9 ਵਜੇ ਤੱਕ। ਦੈਨ ਯਾਨੀ ਕਿ ਸ਼ਾਮ ਦੇ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ। ਸਬਜ਼ੀ ਮੰਡੀ ਟਰਾਂਸਪੋਰਟ ਏਰੀਆ ਸੈਕਟਰ 26 'ਚ ਮਿਲੇਗਾ ਤੁਹਾਨੂੰ। ਲੇਬਰ ਚੌਂਕ ਮੰਨੀ ਮਾਜਰਾ ਮਿਲੇਗਾ। ਇਹ ਸਾਰੇ ਚੰਡੀਗੜ੍ਹ ਦੇ ਲੋਕੇਸ਼ਨਸ ਹੈ, ਜੇ ਕੋਈ ਬੱਚਾ ਚੰਡੀਗੜ੍ਹ ਰਹਿੰਦਾ ਉਹਨੂੰ ਪਤਾ ਹੋਏਗਾ। ਲੇਬਰ ਚੌਂਕ ਨੀਅਰ EVS ਕਲੋਨੀ ਧਾਨਸ, ਦੈਨ ਉੱਥੇ ਮਿਲੇਗਾ। ਲੇਬਰ ਚੌਂਕ ਰਾਮ ਦਰਬਾਰ ਉੱਧਰ ਮਿਲੇਗਾ। ਲੇਬਰ ਕਲੋਨੀ ਨੰਬਰ 4 ਇੰਡਸਟਰੀਅਲ ਏਰੀਆ ਫੇਸ। ਦੈਨ
ਜੋ ਤੁਹਾਨੂੰ ਉੱਧਰ ਮਿਲੇਗਾ। ਯਾਨੀ ਕਿ ਇਹਨਾਂ 5 ਲੋਕੇਸ਼ਨਾਂ ਵਿੱਚ ਤੁਹਾਨੂੰ ਇਹ ਸਕੀਮ ਪ੍ਰੋਵਾਈਡ ਕੀਤੀ ਜਾਏਗੀ। ਪ੍ਰੋਜੈਕਟ ਵਾਸ ਇਨੀਸ਼ੀਏਟਡ ਬਾਏ, ਇਸ ਨੂੰ ਪ੍ਰੋਜੈਕਟ ਨੂੰ ਇਨੀਸ਼ੀਏਟ ਕਿਹਨੇ ਕਰਵਾਇਆ? ਇੰਡੀਅਨ ਰੈੱਡ ਕ੍ਰੋਸ ਸੁਸਾਇਟੀ ਨੇ। ਦੈਨ ਚੰਡੀਗੜ੍ਹ ਟੂ ਪ੍ਰੋਵਾਈਡ ਦੀ ਅਫੋਰਡੇਬਲ ਹਾਈਜੀਨਿਕ ਐਂਡ ਨਿਊਟ੍ਰੀਸ਼ਨ ਡਾਈਟ ਟੂ ਪੀਪਲ, यूटी एम्बिशन ऑफ चंडीगढ़ हैज सेट अप अ किचन। तो टोटल कॉस्ट कितनी आई है? 70 लाख आई है एट करोना सदन बिल्डिंग। सैक्टर केड़ा है? 11B, वेयर द फूड पैकेट्स विल बी प्रिपेयर अंडर द स्कीम। जिथे फूड पैकेट्स प्रिपेयर किए जाते हैं उसकी लोकेशन दसी हुई है। उस जोड़ा लोकेशन है इसके उपर जो खर्चा आया से 70 लाख आया से। ठीक है, ये ऑब्जैक्टिव जान लो। इसका ऑब्जैक्टिव ये है कि अपने अफोर्डेबल हाइजीनिक एंड न्यूट्रिशियस फूड प्रोवाइड करना है। ठीक है, पूरे लोगों को एट प्रेजेंट टारगेट की है अपना कि 1000 पैकेट्स हरेक दिन अपने वंडने ने। डन, तो इसके उपर अपना आने वाला जो गोल ये है कि अपन इसनों 10,000 फूड पैकेट हरेक दिन ले आना है। यानी कि फिलहाल शुरुआत आप 1000 पैकेट तो कर रहे हैं, मगर अपना गोल ये है कि अपने 10,000 फूड पैकेट ले आना है। डन, इसका एम की है टू ऑफर अ हाइजीनिक एंड अफोर्डेबल फूड टू नीडी पीपल इन द स्टेट ऑफ पंजाब एंड हरियाणा एट द लैसर कॉस्ट कंपेयर टू द मार्केट प्राइस। डन, सैलीएंट फीचर्स की हैं गौरमेंट विल प्रोवाइड दी चपाती सब्जी पिकस किन्ने रुपए च मिलणगे? सारा कुछ तुहानूं 10 रुपए च मिलेगा। अंडर द स्कीम गौरमेंट विल स्पेंड 3 लाख पर मंथ फॉर 30,000 पैकेट्स। यानी कि जेडे 30,000 पैकेट्स महीने विच, मतलब कि जे आपां गल करिए महीने विच चलणगे, मतलब कि महीने विच डिस्ट्रीब्यूट होणगे, उहदा जिहड़ा खर्चा आएगा वो टोटल 3 लाख आएगा। ये गौरमेंट स्पेंड करेगी। गौरमेंट किहड़ी है? हरियाणा तो पंजाब गौरमेंट। इसका ऑब्जैक्टिव की है अपने 10,000 पैकेट्स पर डे वंडने ने। ठीक है, मतलब कि ये अपना मेन ऑब्जैक्टिव है। फिलहाल अपनी शुरुआत तो 1000 तो ही की है, मगर अपना जो ऑब्जैक्टिव है वो 10,000 का है। द फूड पैकेट्स विल बी ऑबटेन फ्रॉम दी 6 PM टू 9 PM। तुहानूं मैं दस्सिया ही सी। गौरमेंट सैटअप ने टोटल कॉस्ट जो 70 लाख आई है, जो उन्होंने किचन सैटअप किया, जो मैं लोकेशन दसी सी उपर। डन, क्वालिटी ऑफ फूड की गल कर ली। क्वालिटी ऑफ फूड इज मेनटेन फॉर पीपल बैटर हेल्थ फॉर दिस पर्टिकुलर फूड आइटम्स। द फूड डिस्ट्रीब्यूटेड that suit the diet and keep the individual healthy. It has helped the people, especially children and women, to have better food, and thereby people dying of this starvation is minimized in its considerable number. देखो अपने बच्चे मतलब बच्चे हो गए, कोई गरीब परिवार है, उन्होंने अपने प्रोवाइड तो करना है। इसका मतलब ये नहीं है कि गल अपने फूड ही प्रोवाइड करना। इस ये भी है कि कोई अंडर न्यूट्रिशन ना रह जाए। है ना, गौरमेंट का जो कोई उन्होंने कोई स्कीम स्टार्ट करनी होंगी, उन्होंने कोई सिंगल मोटिव नहीं होंगे, उन्होंने मल्टीपल मोटिव होंगे हैं। तो जी स्कीम है इस बड़े मोटिव्स हैं इन्होंने कि एक तो फूड इस तरह प्रोवाइड करना कि वह हैल्थी हो, हाइजीनिक हो, डन, उस सारे न्यूट्रिशनस हो, ताकि एक बच्चे लिए जो जरूरी है या एक नॉर्मल इंसान की जी जरूरी है उसकी जरूरतों पूरा करे, उसकी हैल्थ की जी जरूरत ने उन्होंने पूरा करे। तो यह एक मोटिव है उन्होंने, ताकि जिन्ना अच्छा फूड प्रोवाइड किया जाएगा उस हिसाब से जो हरेक साल रिपोर्ट आती है, उन्होंने रिपोर्ट पंजाब का तो हरियाणे का अच्छा डाटा होएगा, यानी कि अच्छी उन्होंने रैंकिंग होएगी। डन, इमिटेशन प्रोसैस ऑफ द अन्नपूर्णा अक्षय पत्या योजना चंडीगढ़ गौरमेंट डिस्ट्रीब्यूट करेगी, यानी कि यूटी। डन, तो वो तो मैं दस ही चुका, ये तो ज़्यादा पढ़ने की लोड़ नहीं, जिन्हें तुहानूं समझाया उन्ना बहुत है। ठीक है, ये तुसीं रहण देना। उस तो बाद एक होर स्कीम सी जो आपने देख लेनी है। इनकरेजमेंट अवार्ड दिते जाएंगे शेड्यूल कास्ट गर्ल्स स्टूडेंट्स नूं फॉर जो अपनी +2 की पढ़ाई नूं परस्यू करदियां ने। डन, जे आपां गल करिए कहंदे ज़्यादातर देखा गया कहते शेड्यूल कास्ट जिहड़ियां कुड़ियां होंदियां ने ज़्यादातर ड्रॉप आउट हो जांदियां ने। डन, 30% प्राइमरी लैवल पर हो जांदियां ने। ठीक है, 46% मिडल लैवल पर हो जांदियां ने। तो सब तो ज़्यादा सानूं देखने को मिलता है जो ड्रॉप आउट होंदियां ने, यानी कि वो छड्ड के चली जांदी स्कूल नूं, वो सैकेंडरी लैवल पर, यानी कि वो 10वीं तक तो पढ़दियां ने, उस तो बाद नहीं पढ़दियां। तो ये गौरमेंट को प्रॉब्लम लग रही है कि ये गलत चीज़ है। डन, तो लिटरेसी रेट ऑफ द जनरल कैटेगरी इन द स्टेट कितनी अपनी 69.70 है अगेंस्ट दी 56.22 ऑफ शेड्यूल कास्ट। यानी कि जो आप जनरल कैटेगरी की गल करिए तो लगभग 70% तो साड़ी लिटरेसी रेट हैगी है, मगर जे आप शेड्यूल कास्ट की गल करिए वो सारी 56% है। डन, तो इसलिए गौरमेंट ने मुद्दा मतलब कि अटेंशन च लियाने की कोशिश की है कि फीमेल लिटरेसी रेट अमंग दी शेड्यूल कास्ट इज़ वैरी लो बिंग 48.25। जे आप 56% की गल कर रहे हैं कि ओवरऑल लिटरेसी रेट जो शेड्यूल कास्ट का है वो 56% है। जो उस भी देखिए तो गर्ल का जोड़ा परसेंटेज है वो सिर्फ 48% है। डन, तो किस दे अगेंस्ट कह रहे हैं, जनरल कैटेगरी के फीमेल लिटरेसी के उपर कह रहे हैं, यानी कि जी जनरल कैटेगरी की फीमेल लिटरेसी है, ठीक है, माफ़ करना 63% है, तो उसके अगेंस्ट शेड्यूल कास्ट की जी फीमेल ने उन्होंने सिर्फ 48% है।
ਤਾਂ ਜੇ ਆਪਾਂ ਡਾਟਾ ਸਾਰਾ ਦੇਖੀਏ ਤਾਂ ਸਾਨੂੰ ਸਾਫ਼ ਪਤਾ ਲੱਗਦਾ ਕਿ ਸ਼ਡਿਊਲ ਕਾਸਟ ਦੀ ਜਿਹੜੀ ਕੁੜੀਆਂ ਨੇ ਉਹ ਜ਼ਿਆਦਾ ਡਰੋਪ ਆਊਟ ਹੋ ਜਾਂਦੀਆਂ ਨੇ 10ਵੀਂ ਕਰਨ ਤੋਂ ਬਾਅਦ। ਠੀਕ ਹੈ, ਤਾਂ ਉਹਨਾਂ ਲਈ ਇਹ ਇਨੀਸ਼ੀਏਟਿਵ ਸਟਾਰਟ ਕੀਤਾ ਕਿ ਉਹਨਾਂ ਦਾ ਜਿਹੜਾ ਡਰੋਪ ਆਊਟ ਰੇਟ ਹੈ ਉਸ ਨੂੰ ਚੈੱਕ ਕੀਤਾ ਜਾ ਸਕੇ ਅਤੇ ਵੱਧ ਤੋਂ ਵੱਧ ਲਿਟਰੇਸੀ ਲਿਆਈ ਜਾ ਸਕੇ ਸ਼ਡਿਊਲ ਕਾਸਟ ਗਰਲ ਸਟੂਡੈਂਟਸ ਲਈ। ਠੀਕ ਹੈ, ਤਾਂ ਔਨ ਸੀਨੀਅਰ ਸੈਕੰਡਰੀ ਲੈਵਲ ਦਾ ਪੈਟਰਨ ਆਫ, ਇਹ ਕਿਹੜਾ ਪੈਟਰਨ ਇਹਨਾਂ ਨੇ ਵਰਤਿਆ, ਮਤਲਬ ਕਿ ਗੌਰਮੈਂਟ ਕੀ ਕਰਦੀ ਹੈ, ਕਈ ਵਾਰੀ ਕੀ ਹੁੰਦਾ ਕਿ ਕੋਈ ਐਸੀ ਸਕੀਮ ਜੋ ਆਲਰੇਡੀ ਸਟੇਟ ਕਿਸੇ ਨਾ ਕਿਸੇ ਸਟੇਟ ਵਿੱਚ ਚੱਲ ਰਹੀ ਹੁੰਦੀ ਹੈ ਉਸ ਵਿੱਚੋਂ ਲੈਣ ਦੀ ਕੋਸ਼ਿਸ਼ ਕਰਦੀ ਹੈ, ਯਾਨੀ ਕਿ ਉਸ ਨੂੰ ਇੱਕ ਤਰੀਕੇ ਨਾਲ ਉਸ ਤੋਂ ਇੰਸਪਾਇਰ ਹੁੰਦੀ ਹੈ। ਤਾਂ ਉਸ ਇੰਸਪਾਇਰ ਤੋਂ, ਜਿਵੇਂ ਉਹਨਾਂ ਨੇ ਕਿੱਥੋਂ ਇੰਸਪਾਇਰ ਹੋਏ, ਉਹ ਮੱਧ ਪ੍ਰਦੇਸ਼ ਦੀ ਗੌਰਮੈਂਟ ਤੋਂ ਇੰਸਪਾਇਰ ਹੋਏ ਜੋ ਆਲਰੇਡੀ ਇਸ ਸਕੀਮ ਨੂੰ ਚਲਾ ਰਹੇ ਸਨ। ਠੀਕ ਹੈ, 11ਵੀਂ 12ਵੀਂ ਸਟੂਡੈਂਟਸ ਲਈ ਚਲਾ ਰਹੇ ਸਨ, ਸ਼ਡਿਊਲ ਕਾਸਟ ਜਿਹੜੀਆਂ ਗਰਲਸ ਨੇ ਉਹਨਾਂ ਲਈ ਚਲਾ ਹੀ ਰਹੇ ਸਨ। ਤਾਂ ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਕਿ ਅਸੀਂ ਵੀ ਇਸ ਤਰ੍ਹਾਂ ਦੀ ਕੋਈ ਸਕੀਮ ਲੈ ਕੇ ਆਈਏ ਜਿਸ ਵਿੱਚ ਜਿਹੜਾ ਸ਼ਡਿਊਲ ਕਾਸਟ ਦੀ ਗਰਲਸ ਹੈ ਉਹਨਾਂ ਨੂੰ ਸੀਨੀਅਰ ਸੈਕੰਡਰੀ ਵਿੱਚ ਉਹਨਾਂ ਦਾ ਵੱਧ ਤੋਂ ਵੱਧ, ਮਤਲਬ ਕਿ ਵੱਧ ਤੋਂ ਵੱਧ ਉਹ ਆਉਣ, ਪੜ੍ਹਨ, +2 ਪਾਸ ਕਰਨ ਅਤੇ ਆਪਣੀ ਲਾਈਫ ਨੂੰ ਹੋਰ ਅੱਛਾ ਬਣਾਉਣ, ਤਾਂ ਕਿ ਲਿਟਰੇਸੀ ਰੇਟ ਵੱਧ ਸਕੇ ਫੀਮੇਲ ਦਾ। ਓਕੇ, ਤਾਂ ਇਹ ਕਦੋਂ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ, ਦਾ ਪੰਜਾਬ ਗੌਰਮੈਂਟ ਇੰਪਲੀਮੈਂਟਡ ਸਕੀਮ, ਜੇ ਆਪਾਂ ਗੱਲ ਕਰੀਏ ਥਰੂ ਦਾ ਵੈਲਫੇਅਰ ਡਿਪਾਰਟਮੈਂਟ 2007-08 ਵਿੱਚ। ਡਨ, ਮੋਡੈਲਿਟੀਜ਼ ਆਫ ਦੀ ਸਕੀਮ, ਦਾ ਸਕੀਮ ਵਿਲ ਬੀ ਇੰਪਲੀਮੈਂਟ ਕੌਣ ਕਰੇਗਾ, ਡਾਇਰੈਕਟਰ ਵੈਲਫੇਅਰ ਆਫ ਦੀ SC ਐਂਡ BC, each SC girl 11-12 class will be provided a lump sum amount of the 3 year every year. Then the wards of the non-tax pay families will be covered under this scheme. The demand is sent to the welfare department by the DPA. Done. ਠੀਕ ਹੈ, 3000 ਰੁਪਏ ਉਹਨਾਂ ਨੂੰ ਦਿੱਤਾ ਜਾਏਗਾ 11ਵੀਂ 12ਵੀਂ ਕਲਾਸਿਸ ਲਈ, ਤਾਂ ਕਿ ਉਹ ਡਰੋਪ ਆਊਟ ਨਾ ਹੋਣ ਬੱਚੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਅਗਲੀ ਸਕੀਮ ਦੇਖ ਲੈਂਦੇ ਹਾਂ। ਇਹ ਸਕੀਮ ਬਹੁਤ ਇੰਪੋਰਟੈਂਟ ਹੈ, ਮਾਫ ਕਰਨਾ ਮੈਨੂੰ ਕੋਲਡ ਹੋਇਆ ਪਿਆ ਤਾਂ ਕਰਕੇ ਥੋੜ੍ਹਾ ਇੰਟਰਪਟ ਹੁੰਦਾ ਹੋਏਗਾ। ਅਗਲੀ ਸਕੀਮ ਦੇਖੋ, ਹਿਰਦੇ ਦੀ ਫੁੱਲ ਫਾਰਮ ਕੀ ਹੈ, ਹੈਰੀਟੇਜ ਸਿਟੀ ਡਿਵੈਲਪਮੈਂਟ ਇਨ ਐਂਡ ਐਗੂਮਟੇਸ਼ਨ ਯੋਜਨਾ। ਡਨ, ਇਸ ਵਿੱਚ ਕੁਝ ਸਮਝ ਲੈਂਦੇ ਆਪਾਂ। ਇਹ ਵੈਸੇ ਸੈਂਟਰ ਦੀ ਸਕੀਮ ਹੈ ਮਗਰ ਸਾਰਿਆਂ ਲਈ ਹੈ ਆਪਣੀ। ਡਨ, ਇਟ ਏਮ ਟੂ ਬ੍ਰਿੰਗ ਦੀ ਅਰਬਨ ਪਲੈਨਿੰਗ, ਇਕਨੋਮਿਕ ਗਰੋਥ ਐਂਡ ਹੈਰੀਟੇਜ ਕੰਜ਼ਰਵੇਸ਼ਨ ਟੂਗੈਦਰ ਫॉर ਹੈਰੀਟੇਜ ਸਾਈਟਸ। ਡਨ, ਇਹ ਆਪਣਾ ਪਰਪਸ ਹੈ। It also seeks the beautification in inclusive and integrated manner with the focus on cleanliness, livelihood, skills, safety, security and accessibility and faster service delivery of the heritage sites। ਉਹ ਤੁਹਾਨੂੰ ਮੈਂ ਇਹਨਾਂ ਦੀ ਇੱਕ ਐਗਜ਼ਾਮਪਲ ਦੱਸ ਦਿੰਦਾ। ਤੁਸੀਂ ਪਟਿਆਲੇ ਦਾ ਨਾਮ ਸੁਣਿਆ ਹੋਣਾ, ਪਟਿਆਲੇ ਤੁਹਾਨੂੰ ਇਹ ਵੀ ਸੁਣਿਆ ਹੋਣਾ ਕਿ ਇੱਕ ਕਿਲ੍ਹਾ ਹੈ। ਕਿਲ੍ਹੇ ਦਾ ਜਿਹੜਾ ਆਲਾ ਦੁਆਲਾ ਏਰੀਆ ਨਾ ਉਹਨੂੰ ਸਾਰਿਆਂ ਨੂੰ ਹੈਰੀਟੇਜ ਬਣਾਉਣ ਦੀ ਕੋਸ਼ਿਸ਼ ਕਰੇਂਗੇ। ਠੀਕ ਹੈ, ਜਿਹੜਾ ਇਹ ਹੈਰੀਟੇਜ ਬਣ ਰਿਹਾ ਕਿਸ ਅੰਡਰ ਬਣ ਰਿਹਾ, ਇਸੇ ਸਕੀਮ ਦੇ ਅੰਡਰ ਬਣ ਰਿਹਾ, ਹੈਰੀਟੇਜ ਸਿਟੀ ਡਿਵੈਲਪਮੈਂਟ ਐਗੂਮਟੇਸ਼ਨ ਯੋਜਨਾ ਦੇ ਅੰਡਰ ਇਹ ਬਣ ਰਿਹਾ। ਡਨ, ਉਸ ਸਕੀਮ ਦੇ ਅੰਡਰ ਹੀ ਅਰਬਨ ਪਲੈਨਿੰਗ ਕੀਤੀ ਜਾ ਰਹੀ ਹੈ, ਇਕਨੋਮਿਕ ਗਰੋਥ ਲਈ ਇਹ ਕੰਮ ਹੋਏਗਾ, ਹੈਰੀਟੇਜ ਕੰਜ਼ਰਵੇਸ਼ਨ ਦੀ ਗੱਲ ਹੋ ਰਹੀ ਹੈ। ਡਨ, ਤਾਂ ਕਿ ਉਸ ਏਰੀਏ ਨੂੰ ਬਿਊਟੀਫੁਲ ਕੀਤਾ ਜਾ ਸਕੇ, ਹਾਈਜੀਨਿਕ ਕੀਤਾ ਜਾ ਸਕੇ। ਡਨ, ਇਸ ਚੀਜ਼ ਲਈ ਉਹ ਕੰਮ ਕੀਤਾ ਜਾ ਰਿਹਾ। ਤਾਂ ਇਸ ਵਿੱਚ ਕੁਝ ਚੁਣੇ ਹੋਏ ਸਿਟੀਜ਼ ਨੇ। ਡਨ, ਹਰੇਕ ਸਟੇਟ ਆਪਣੇ ਸਟੇਟ ਦੀ ਜਿੰਨੀਆਂ ਸਿਟੀਜ਼ ਨੇ ਉਸ 'ਚੋਂ ਕੁਝ ਚੁਣਨਗੀਆਂ ਸਿਟੀਜ਼, ਉਸ ਨੂੰ ਕੰਜ਼ਰਵ ਕਰਨ ਦੀ ਕੋਸ਼ਿਸ਼ ਕਰਨਗੀਆਂ। ਠੀਕ ਹੈ, ਜ਼ਿਆਦਾਤਰ ਇਹ ਦੇਖਿਆ ਗਿਆ ਕਿ ਜੋ ਇਤਿਹਾਸਿਕ ਚੀਜ਼ਾਂ ਹੁੰਦੀਆਂ ਉਸ ਦੇ ਆਲੇ ਦੁਆਲੇ ਉਸ ਨੂੰ ਮਤਲਬ ਕਿ ਕੀ ਨਾਮ ਹੈ, ਇਹ ਸਕੀਮ ਲਾਗੂ ਕਰਨ ਦੀ ਜ਼ਿਆਦਾਤਰ ਆਪਣੀ ਉਹ ਰਹਿੰਦੀ ਹੈ, ਕੀ ਨਾਮ ਹੈ, ਮੋਟੀਵੇਸ਼ਨ ਰਹਿੰਦੀ ਹੈ। ਕਿਉਂਕਿ ਤੁਸੀਂ ਗੋਲਡਨ ਟੈਂਪਲ ਵੀ ਦੇਖੋ ਤਾਂ ਉਸਦੇ ਆਲੇ ਦੁਆਲੇ ਤੁਸੀਂ ਦੇਖੋਗੇ ਹੈਰੀਟੇਜ ਵਾਂਗੂ ਸੱਜਿਆ ਪਿਆ ਪੂਰਾ, ਇਸੇ ਕਰਕੇ ਸੱਜਿਆ ਹੋਇਆ ਹੈ। ਦੈਨ ਤੁਸੀਂ ਇਹਦੇ ਨਾਲ ਕਿੰਨੇ ਫਾਇਦੇ ਹੁੰਦੇ ਆ ਦੇਖੋ, ਆਸੇ ਪਾਸੇ ਦੁਕਾਨਾਂ ਦਾ ਕੰਮ ਵੀ ਚੱਲਦਾ, ਦੈਨ ਉੱਥੇ ਲੋਕ ਆਉਂਦੇ ਵੀ ਹੈ, ਉਹਨਾਂ ਨੂੰ ਹੋਰ ਅੱਛਾ ਲੱਗਦਾ ਕਿਉਂਕਿ ਸਾਰਾ ਕਲੀਨ ਹੁੰਦਾ, ਸੇਫਟੀ ਹੁੰਦੀ ਹੈ। ਦੈਨ ਮਤਲਬ ਕਿ ਲਾਈਟਾਂ ਚੱਲ ਰਹੀਆਂ ਹੁੰਦੀਆਂ, ਹਾਈਜੀਨਿਕ ਹੁੰਦਾ, ਹਰੇਕ ਚੀਜ਼ ਪ੍ਰੋਵਾਈਡ ਕੀਤੀ ਜਾਂਦੀ ਹੈ। ਇੱਕ ਸੁੰਦਰਤਾ ਬੜੀ ਅੱਛੀ ਚੀਜ਼ ਹੁੰਦੀ ਹੈ ਕਿ ਉਹ ਪੂਰਾ ਇੰਨਾ ਸੋਹਣਾ ਬਣਿਆ ਹੋਇਆ ਕਿ ਦੇਖਣ ਦਾ ਦਿਲ ਕਰਦਾ ਹੈ। ਤਾਂ ਫਿਰ ਜਿਹੜੀ ਆਲੇ ਦੁਆਲੇ ਦੁਕਾਨਾਂ ਹੁੰਦੀਆਂ ਉਹਨਾਂ ਦਾ ਵੀ ਕੰਮ ਚੱਲਦਾ, ਉੱਥੇ ਆ ਕੇ ਲੋਕ ਰੁਕਦੇ ਨੇ, ਖਾਂਦੇ ਨੇ, ਪੀਂਦੇ ਨੇ, ਕੋਈ ਸ਼ੋਪਿੰਗ ਕਰਦਾ, ਤਾਂ ਸਾਰਿਆਂ ਦੀ ਇਕਨੋਮਿਕ ਗਰੋਥ ਵਿੱਚ ਵੀ ਫਾਇਦਾ ਹੁੰਦਾ। ਦੈਨ ਇੱਕ ਕੋਈ ਸਕੀਮ ਕਰਦੇ ਨਾ, ਤੁਹਾਨੂੰ ਮੈਂ ਕਿਹਾ ਨਾ, ਕੋਈ ਸਕੀਮ ਇਕੱਲਾ ਇਹ ਨਹੀਂ ਹੈ ਕਿ ਗੌਰਮੈਂਟ ਇਸ ਲਈ ਕਰਦੀ ਹੈ ਕਿ ਸਿਟੀਜ਼ ਨੂੰ ਬਿਊਟੀਫੁਲ ਕੀਤਾ ਜਾ ਸਕੇ। ਇਹ ਗਰੀਬਾਂ ਲੋਕਾਂ ਲਈ ਵੀ ਹੁੰਦਾ, ਜਿਹੜੇ ਨੋਰਮਲ ਜਿਹੜੇ ਕੰਮ ਕਰ ਰਹੇ ਨੇ ਲੋਕ, ਜਿਵੇਂ ਉੱਥੇ ਕੋਈ ਫੜੀ ਲਾ ਕੇ ਕੰਮ ਕਰ ਰਿਹਾ, ਉਸ ਦਾ ਵੀ ਫਾਇਦਾ ਹੁੰਦਾ। ਦੈਨ ਹੈਰੀਟੇਜ ਮੈਨੇਜਮੈਂਟ ਪਲਾਨ ਵਿਲ ਬੀ ਪ੍ਰੀਪੇਅਰਡ ਫॉर ਦੀ ਆਈਡੈਂਟੀਫਾਈਡ ਸਿਟੀਜ਼। ਠੀਕ ਹੈ, ਇੱਕ ਮੈਨੇਜਮੈਂਟ ਪਲਾਨ ਹੁੰਦਾ, ਉਹ ਕੀ ਕਰਦੀ ਹੈ, ਉਹ ਪ੍ਰੀਪੇਅਰ ਕਰੇਗੀ ਅਤੇ ਉਹ ਸਿਟੀਜ਼ ਨੂੰ ਆਈਡੈਂਟੀਫਾਈ ਕਰੇਗੀ ਕਿੱਥੇ ਕਿੱਥੇ ਆਪਾਂ ਨੇ ਇਸ ਸਕੀਮ ਨੂੰ ਲਾਗੂ ਕਰਵਾਉਣਾ ਹੈ। ਦੈਨ ਉਸ ਤੋਂ ਬਾਅਦ ਇਟ ਵਿਲ ਸੀਕ ਦੀ ਇੰਪਰੂਵ ਦੀ ਲਾਸਟ ਮੇਲ ਕਨੈਕਟਿਵਿਟੀ ਹੈਰੀਟੇਜ ਸਾਈਟਸ ਬਾਈ ਡਾਕੂਮੈਂਟੇਸ਼ਨ, ਕੰਜ਼ਰਵੇਸ਼ਨ ਆਫ ਏਰੀਆਜ਼, ਪ੍ਰੋਵਾਈਡਿੰਗ ਦੀ ਮੋਰ ਫੈਸਿਲਿਟੀਜ਼ ਫॉर ਵੂਮਨ, ਸੀਨੀਅਰ ਸਿਟੀਜ਼ਨਸ ਐਂਡ ਡਿਫਰੈਂਟ ਏਬਲਡ ਸਿਟੀਜ਼ਨਸ। ਹੁਣ ਇਹਦਾ ਆਬਜੈਕਟਿਵ ਕੀ ਹੈ, ਸਕੀਮ ਏਮ ਐਟ ਪ੍ਰੀਜ਼ਰਵਿੰਗ ਐ ਰੀਯੂਟੀਲਾਈਜ਼ਿੰਗ ਦੀ ਸੋਲ ਐਂਡ ਯੂਨੀਕ ਕਰੈਕਟਰ ਆਫ ਦੀ ਹੈਰੀਟੇਜ ਸਾਈਟਸ ਇਨ ਇੰਡੀਆ। ਅਤੇ ਨੋਡਲ ਮਿਨਿਸਟਰੀ ਐਂਡ ਇੰਸਟੀਟਿਊਸ਼ਨ ਕੌਣ ਹੈ ਜੋ ਇਸ ਨੂੰ ਲਾਗੂ ਕਰਵਾਏਗੀ, ਉਹ ਕਰੇਗੀ ਮਿਨਿਸਟਰੀ ਆਫ ਦੀ ਅਰਬਨ ਡਿਵੈਲਪਮੈਂਟ। ਇਹਨਾਂ ਸੈਂਟਰਲ ਸੈਕਟਰ ਸਕੀਮ ਹੈ, ਧਿਆਨ ਰੱਖਣਾ ਇਹ ਸੈਂਟਰ ਸੈਕਟਰ ਸਕੀਮ ਹੈ, ਸੈਂਟਰ ਸਪੋਂਸਰਡ ਨਹੀਂ ਹੈ।
ਡਨ। ਇਹ ਤੁਹਾਨੂੰ ਮੈਂ ਬਾਰ-ਬਾਰ ਦੱਸ ਚੁੱਕਾ ਕਿ ਸੈਂਟਰ ਸੈਕਟਰ ਕੀ ਹੁੰਦਾ ਹੈ ਤੇ ਸੈਂਟਰ ਸਪੋਂਸਰਡ ਕੀ ਹੁੰਦਾ ਹੈ। 100% ਫੰਡਿੰਗ ਜਿਹੜੀ ਆ ਗੌਰਮੈਂਟ ਆਫ ਇੰਡੀਆ ਵੱਲੋਂ ਆਉਂਦੀ ਹੈ ਤੇ ਇਸ ਨੂੰ ਇੰਪਲੀਮੈਂਟ ਕੌਣ ਕਰਦਾ? ਸਟੇਟ ਕਰਵਾਉਂਦੀ ਹੈ। ਇਸ ਵਿੱਚ 500 ਕਰੋੜ ਐਲੋਕੇਟ ਕੀਤਾ ਗਿਆ ਸੀ ਇਸ ਚੀਜ਼ ਲਈ। ਡਨ। ਤਾਂ ਹਲੇ ਆਪਣੇ ਪਟਿਆਲੇ 'ਚ ਇਹ ਕੰਮ ਸਟਾਰਟ ਹੋ ਚੁੱਕਾ ਹੈ, ਤੁਹਾਨੂੰ ਆਲਰੇਡੀ ਦੱਸ ਚੁੱਕਾ। ਲੇਟੈਸਟ ਜਿਹੜਾ ਪਟਿਆਲੇ 'ਚ ਇਹ ਕੰਮ ਸਟਾਰਟ ਹੋ ਚੁੱਕਾ ਹੈ। ਠੀਕ ਹੈ। ਸੋ ਥੈਂਕ ਯੂ ਵੈਰੀ ਮੱਚ। ਹੁਣ ਆਪਾਂ ਨੇ ਕੁਝ ਸਕੀਮਸ ਹੋਰ ਵੀ ਦੇਖਣੀਆਂ ਆਪਾਂ ਨੇ, ਤਾਂ ਆਪਾਂ ਤੁਹਾਨੂੰ ਮੈਂ ਕਿਹਾ ਸੀ ਕਿ 5 ਲੈਕਚਰ ਆਉਣਗੇ, ਆਪਣੇ 3 ਲੈਕਚਰ ਹੋ ਚੁੱਕੇ ਹਨ, 2 ਲੈਕਚਰ ਹੋਰ ਆਉਣਗੇ। ਡਨ। ਸੋ ਆਪਣਾ ਧਿਆਨ ਰੱਖਿਓ ਤੇ ਇਹ ਨੋਟਸ ਬਣਾਉਂਦੇ ਰੋਜ਼ ਦੇ, ਇਕੱਲਾ PDF ਨਾਲ ਕੁਛ ਨਹੀਂ ਬਣਨਾ, ਇਹਦੇ ਨੋਟਸ ਜ਼ਰੂਰ ਬਣਾਉਣਾ। ਨਿੱਕੇ ਨਿੱਕੇ ਨੋਟਸ ਬਣਾ ਲਓ, ਯਾਨੀ ਕਿ ਇੱਕ ਕਾਪੀ ਵਿੱਚ ਤੁਸੀਂ ਨੋਟਸ ਬਣਾ ਸਕਦੇ ਹੋ, ਬਹੁਤ ਆਸਾਨੀ ਨਾਲ ਨੋਟਸ ਬਣ ਜਾਣਗੇ। ਡਨ। ਸੋ ਮਾਫ ਕਰਨਾ ਜੇ ਅੱਜ ਮੈਨੂੰ ਨਾ ਕੋਲਡ ਹੋਇਆ ਪਿਆ ਸੀ, ਜਿਸ ਕਰਕੇ ਥੋੜ੍ਹਾ ਤੁਹਾਨੂੰ ਡਿਸਟਰਬੈਂਸ ਹੋਈ ਹੋਵੇ, ਤਾਂ ਮਾਫੀ ਮੰਗਦਾ ਮੈਂ। ਠੀਕ ਹੈ। ਸੋ ਜੇ ਤੁਹਾਨੂੰ ਕਿੱਥੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਮੈਨੂੰ ਜ਼ਰੂਰ ਪੁੱਛਣਾ, ਮੈਂ 100% ਰਿਪਲਾਈ ਕਰਾਂਗਾ। ਥੈਂਕ ਯੂ ਵੈਰੀ ਮੱਚ। ਹੈਲੋ ਐਵਰੀਵਨ, ਅੱਜ ਅਸੀਂ ਪੰਜਾਬ ਗੌਰਮੈਂਟ ਸੋਸ਼ਲ ਵੈਲਫੇਅਰ ਦਾ ਲੈਕਚਰ 4 ਦੇਖ ਰਹੇ ਹਾਂ। ਹੁਣ ਤੱਕ ਆਪਣੇ 3 ਲੈਕਚਰ ਦੇਖ ਚੁੱਕੇ ਹਾਂ, ਉਸ ਵਿੱਚ ਆਪਣੇ ਕਾਫੀ ਸਕੀਮ ਡਿਸਕਸ ਕਰ ਚੁੱਕੇ ਹਾਂ। ਹੁਣ ਆਪਾਂ ਆਪਣਾ ਨੈਕਸਟ ਸੈਸ਼ਨ ਵਿੱਚ ਇਹ ਦੇਖਦੇ ਹਾਂ ਹੁਣ ਹੋਰ ਕਿਹੜੀ ਸਕੀਮਸ ਪੰਜਾਬ ਗੌਰਮੈਂਟ ਵੱਲੋਂ ਲਾਂਚ ਕੀਤੀਆਂ ਗਈਆਂ ਸੀ। ਤਾਂ ਪਹਿਲੀ ਸਕੀਮ ਦੇਖੋ, ਫ੍ਰੀ ਹੈਲਥ ਚੈੱਕਅਪ ਸਕੀਮ ਇਨ ਪੰਜਾਬ ਫॉर ਅਬਵ 30 ਈਅਰਸ। ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੱਧ ਦੀ ਹੈ ਉਹਨਾਂ ਲਈ ਫ੍ਰੀ ਹੈਲਥ ਚੈੱਕਅਪ ਸਕੀਮ ਲਿਆਉਂਦੀ ਗਈ। ਕਿਵੇਂ ਲਿਆਉਂਦੀ ਗਈ, ਇਹਦੇ ਪਿੱਛੇ ਕਿਆ ਪਰਪਸ ਸੀ, ਉਹਨਾਂ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ। ਡਨ। ਤਾਂ ਇਸ ਨੂੰ ਜਿਹੜਾ ਫੁੱਲ ਫਾਰਮ ਦੇ ਨਾਮ ਨਾਲ ਜਾਣਿਆ ਜਾਂਦਾ ਉਹ FAPSC ਦੇ ਨਾਮ ਨਾਲ ਜਾਣਿਆ ਜਾਂਦਾ। ਡਨ। ਤੇ ਤੁਹਾਨੂੰ ਯਾਦ ਰੱਖਣਾ ਜਿਵੇਂ ਇਸ ਨੂੰ ਇਸ ਤਰੀਕੇ ਨਾਲ ਕਿਹਾ ਜਾਂਦਾ ਹੈ ਕਿ ਫਾਰਮ ਆਫ ਫ੍ਰੀ ਐਨੂਅਲ ਪ੍ਰੀਵੈਂਟਿਵ ਹੈਲਥ ਚੈੱਕਅਪ ਪ੍ਰੋਗਰਾਮ, ਯਾਨੀ ਕਿ ਫ੍ਰੀ ਐਨੂਅਲ ਪ੍ਰੀਵੈਂਟਿਵ ਹੈਲਥ ਚੈੱਕਅਪ ਪ੍ਰੋਗਰਾਮ FAPHC। ਓਕੇ। ਇਹਨਾਂ ਦਾ ਪਲਾਨ ਇਸ ਤਰੀਕੇ ਨਾਲ ਸੀ ਕਿ ਇਹ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਸਟਾਰਟ ਕਰਨਾ ਚਾਹੁੰਦੇ ਸੀ। ਕਿਸ ਦੀ ਐਡਵਾਈਸ ਦੁਆਰਾ ਡਾਕਟਰ KK ਤਲਵਾਰ ਐਂਡ ਰਾਜੇਸ਼ ਕੁਮਾਰ ਆਫ PGI। ਡਨ। ਉਹਨਾਂ ਦੀ ਜਿਹੜੀ ਐਡਵਾਈਸ ਸੀ ਉਸ ਮੁਤਾਬਿਕ ਇਹਨਾਂ ਨੇ ਚੀਜ਼ ਸਟਾਰਟ ਕੀਤੀ ਹੈ। ਇਸ ਵਿੱਚ ਇਹਨਾਂ ਨੇ ਇਹ ਕਿਹਾ ਕਿ ਅੰਡਰ ਦੀ ਹੈਲਥ ਚੈੱਕਅਪ ਸਕੀਮ ਈਚ ਰੈਜ਼ੀਡੈਂਟ ਆਫ ਦੀ ਸਟੇਟ, ਯਾਨੀ ਕਿ ਪੰਜਾਬ ਦੇ ਰੈਜ਼ੀਡੈਂਟ ਦੀ ਗੱਲ ਹੋਈ ਹੈ, ਯਾਨੀ ਕਿ ਪੰਜਾਬ ਦਾ ਜਿਹੜਾ ਵਾਸੀ ਹੈ ਉਹ ਉਸਦੀ ਜਿਹੜੀ ਏਜ ਹੈ 30 ਸਾਲ ਤੋਂ ਵੱਧ ਹੈ, ਉਹ ਸਕਰੀਨ ਕੀਤਾ ਜਾਏਗਾ ਅਲੱਗ-ਅਲੱਗ ਡਿਸੀਜ਼ਸ ਲਈ। ਕਿਹੜੀ ਐਨੀਮੀਆ, ਹਾਈਪਰਟੈਂਸ਼ਨ, ਡਾਇਬਟੀਜ਼, ਕਿਡਨੀ ਐਂਡ ਲੀਵਰ। ਤਾਂ ਇਹਨਾਂ ਬਿਮਾਰੀਆਂ ਲਈ ਇਸ ਤੋਂ ਬਾਅਦ ਜੋ ਵੀ ਇੱਕ ਬਹੁਤ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਕਰੰਟ ਵਿੱਚ ਨੇ ਉਹਨਾਂ ਬਿਮਾਰੀਆਂ ਲਈ ਚੈੱਕਅਪ ਕਰਵਾਇਆ ਜਾਏਗਾ। ਤਾਂ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੱਧ ਹੈ ਉਹਨਾਂ ਲਈ ਫ੍ਰੀ ਹੈਲਥ ਚੈੱਕਅਪ ਸਕੀਮ ਇਹਨਾਂ ਬਿਮਾਰੀਆਂ ਲਈ ਲਿਆਉਂਦੀ ਗਈ ਹੈ। ਇਹਦਾ ਆਬਜੈਕਟਿਵ ਕੀ ਹੈ? ਦਾ ਮੇਨ ਆਬਜੈਕਟਿਵ ਇਹ ਹੈ ਟੂ ਪ੍ਰੀਵੈਂਟ ਐਂਡ ਕੰਟਰੋਲ ਸੱਚ ਡਿਸੀਜ਼ਸ, ਮਤਲਬ ਕਿ ਆਪਾਂ ਨੇ ਬਚਾਉਣਾ ਇਹਨਾਂ ਡਿਸੀਜ਼ਸ ਤੋਂ। ਤਾਂ ਕਿ ਸਾਨੂੰ ਅਰਲੀ ਸਟੇਜ 'ਚ ਪਤਾ ਲੱਗ ਜਾਏ ਕਿ ਇਹ ਲੋਕਾਂ ਨੂੰ ਇੰਨੀਆਂ ਬਿਮਾਰੀਆਂ ਹੋ ਰਹੀਆਂ ਨੇ, ਤਾਂ ਕਿ ਜਦੋਂ ਉਹ ਮਤਲਬ ਕਿ ਜੋ ਉਹਨਾਂ ਦੀ ਏਜ 35+ ਹੋ ਜਾਂਦੀ ਹੈ ਤਾਂ ਉਹ ਜੋ ਜ਼ਿਆਦਾ ਨੁਕਸਾਨ ਹੋਣ ਦੀ ਮਤਲਬ ਕਿ ਚਾਂਸਸ ਹੁੰਦੇ ਆ, ਉਸ ਚੀਜ਼ ਤੋਂ ਬਚਾਉਣ ਲਈ, ਤਾਂ ਕਿ ਜਿਹੜੀ ਲਾਈਫ ਹੈ, ਕੁਆਲਿਟੀ ਆਫ ਲਾਈਫ ਹੈ, ਉਸ ਨੂੰ ਇੰਪਰੂਵ ਕੀਤਾ ਜਾ ਸਕੇ। ਇਸ ਲਈ ਇਹ ਇਨੀਸ਼ੀਏਟਿਵ ਲਿਆਉਂਦਾ ਗਿਆ ਜਿਹੜਾ ਪੰਜਾਬ ਦਾ ਯੂਥ ਹੈ ਇਹਨਾਂ ਬਿਮਾਰੀਆਂ ਤੋਂ ਬਚੇ। ਸਟੇਟ ਗੌਰਮੈਂਟ ਹੈਜ਼ ਆਲਰੇਡੀ ਲਾਂਚਡ ਫ੍ਰੀ ਮੈਡੀਸਨ। ਤਾਂ ਇਸ ਸਕੀਮ ਦੇ ਆਧਾਰ 'ਤੇ ਉਹਨਾਂ ਨੇ ਫ੍ਰੀ ਮੈਡੀਸਨ ਦੇਣੀ ਵੀ ਸਟਾਰਟ ਕਰਤੀ। ਦੈਨ ਡਾਇਗਨੋਸਟਿਕ ਫੈਸਿਲਿਟੀਜ਼ ਦੇਣੀਆਂ ਵੀ ਸਟਾਰਟ ਕਰਤੀਆਂ। ਇਫ ਅ ਕੈਂਡੀਡੇਟ ਇਜ਼ ਫਾਊਂਡ ਟੂ ਬੀ ਸਫਰਿੰਗ ਫਰੋਮ ਕਿਡਨੀ ਜਾਂ ਲੀਵਰ ਡਿਸੀਜ਼ ਤਾਂ ਹੀ ਵਿਲ ਬੀ ਰੈਫਰ ਟੂ ਦਾ ਨੀਅਰੈਸਟ ਟੈਰੀਟਰੀ ਕੇਅਰ ਫੈਸਿਲਿਟੀਜ਼ ਅੰਡਰ ਦਿਸ ਸਕੀਮ। ਦੈਨ under this scheme people above the 30 years will be examined for such diseases every Saturday at community health centers ਜੋ ਤੁਹਾਡੇ ਹਰੇਕ ਡਿਸਟ੍ਰਿਕਟ ਵਿੱਚ ਹੋਏਗਾ। ਤਾਂ ਕਿ ਉਸ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਤੁਸੀਂ ਹੈਲਥੀ ਫੂਡ ਲਓ ਅਤੇ ਐਕਸਰਸਾਈਜ਼ ਰੈਗੂਲਰਲੀ ਕਰੋ। ਓਕੇ। ਅਗਲੀ ਆਪਣੀ ਸਕੀਮ ਹੈਗੀ ਕੇਅਰ ਕੰਪੈਨੀਅਨ ਪ੍ਰੋਗਰਾਮ ਹੈਲਥ ਸਕੀਮ ਲਾਂਚਡ ਬਾਈ ਪੰਜਾਬ ਗੌਰਮੈਂਟ। ਤੋਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਟੇਟ ਗੌਰਮੈਂਟ ਆਫ ਪੰਜਾਬ ਹੈਜ਼ ਲਾਂਚਡ ਕੇਅਰ ਕੰਪੈਨੀਅਨ ਪ੍ਰੋਗਰਾਮ ਹੈਲਥ ਕੇਅਰ ਸਕੀਮ। ਦਾ ਏਮ ਕੀ ਹੈ ਸਕੀਮ ਦਾ? Promote the better healthcare services in the life of the patients. This program will create the awareness of better family engagement and education across the state. Then ਤਾਂ ਡਿਪਾਰਟਮੈਂਟ ਆਫ ਇਸ ਵਿੱਚ ਕਿਹੜਾ ਡਿਪਾਰਟਮੈਂਟ ਇਸ ਵਿੱਚ ਮਤਲਬ ਕਿ ਭਾਗੀਦਾਰ ਹੈ ਇਹਦਾ? ਹੈਲਥ ਐਂਡ ਫੈਮਿਲੀ ਵੈਲਫੇਅਰ। ਦੈਨ ਪੰਜਾਬ ਦਾ ਡਿਪਾਰਟਮੈਂਟ ਜਿਹੜਾ ਹੋ ਗਿਆ ਉਹ MU ਸਾਈਨ ਕੀਤਾ ਉਸਨੇ ਕਿਸ ਨਾਲ? ਨੂਰਾ ਹੈਲਥ ਇੰਡੀਆ ਟਰਸਟ ਨਾਲ। ਦੈਨ ਇੱਕ NGO ਹੈ ਜੋ ਫੁੱਲੀ ਡੈਡੀਕੇਟਿਡ ਹੈ ਪੇਸ਼ੈਂਟਸ ਦੀ ਕੇਅਰ ਨਾਲ। ਦੈਨ ਤਾਂ ਕਿ ਸਪਰੈਡ ਕੀਤਾ ਜਾ ਸਕੇ ਅਵੇਅਰਨੈਸ ਆਫ ਕੇਅਰ ਟੇਕਰ ਐਂਡ ਵਿਲ ਪ੍ਰੋਵਾਈਡ ਦੀ ਐਜੂਕੇਸ਼ਨ ਡੈਟ ਵਰਕਸ ਇੰਪਰੂਵ ਦੀ ਪੇਸ਼ੈਂਟਸ ਹੈਲਥ ਆਊਟਕਮਸ ਐਂਡ ਅੰਡਰ ਦੀ ਅਵਾਰਡ ਵਿਨਿੰਗ ਕੇਅਰ ਕੰਪੈਨੀਅਨ ਪ੍ਰੋਗਰਾਮ। ਦੈਨ ਇਸ CCPA ਪ੍ਰੋਗਰਾਮ ਦੇ ਅੰਡਰ ਆਪਾਂ ਨੇ ਇੱਕ NGO ਨੂੰ ਨਾਲ MU ਸਾਈਨ ਕੀਤਾ ਜਿਸ ਦੇ ਆਧਾਰ 'ਤੇ ਆਪਾਂ ਇਸ ਸਕੀਮ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ। ਤਾਂ ਕਿ ਸਾਡੀ ਬੈਟਰ ਹੈਲਥ ਕੇਅਰ ਸਰਵਿਸ ਦਿੱਤੀਆਂ ਜਾ ਸਕਣ ਇਨ ਦਾ ਲਾਈਫ ਆਫ ਦੀ ਪੇਸ਼ੈਂਟ, ਅਤੇ ਉਹਨਾਂ ਨੂੰ ਐਜੂਕੇਟ ਕੀਤਾ ਜਾ ਸਕੇ ਕਿ ਉਹਨਾਂ ਲਈ ਕੀ ਵਧੀਆ ਕੀ ਚੀਜ਼ ਨਹੀਂ ਵਧੀਆ। ਦੈਨ ਤਾਂ ਉਸ ਨੂੰ ਕਹਿੰਦੇ ਕੇਅਰ ਕੰਪੈਨੀਅਨ ਪ੍ਰੋਗਰਾਮ ਪੰਜਾਬ 'ਤੇ ਚੱਲ ਰਿਹਾ ਹੈ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿਹੜੇ ਹਸਪੀਟਲ 'ਚ ਚੱਲ ਰਹੇ, ਕਿਹੜੇ ਡਿਸਟ੍ਰਿਕਟ ਦੇ ਹਸਪੀਟਲ 'ਚ ਚੱਲ ਰਹੇ। ਤਾਂ ਫਿਲਹਾਲ ਤਾਂ 6 ਹਸਪੀਟਲ 'ਚ ਚੱਲ ਰਹੇ, 6 ਡਿਸਟ੍ਰਿਕਟ ਦੇ ਹਸਪੀਟਲ 'ਚ ਚੱਲ ਰਹੇ। ਕਹਿਣ ਦਾ ਭਾਵ
ਅੰਮ੍ਰਿਤਸਰ, ਪਟਿਆਲਾ, ਜਲੰਧਰ, SBS ਨਗਰ, ਸੰਗਰੂਰ ਤੇ ਤਰਨਤਾਰਨ। ਡਨ। ਉਸ ਤੋਂ ਬਾਅਦ ਕਹਿੰਦੇ ਆਫਟਰ ਇਫੈਕਟਿਵ ਇੰਪਲੀਮੈਂਟੇਸ਼ਨ ਆਫ ਦ ਸਕੀਮ ਕੇਅਰ ਕੰਪੈਨੀਅਨ ਪ੍ਰੋਗਰਾਮ ਵਿਲ ਕਵਰਡ ਇਨ ਆਲ ਡਿਸਟ੍ਰਿਕਟ, ਯਾਨੀ ਕਿ ਇਹ ਜਿਹੜਾ 6 ਡਿਸਟ੍ਰਿਕਟ ਕੀਤਾ ਜਾ ਰਿਹਾ ਹੈ ਇਹ ਸਿਰਫ ਹਲੇ ਪਾਇਲਟ ਪ੍ਰੋਜੈਕਟ ਹੈ। ਇਸ ਨੂੰ ਜੇ ਉਰੇ ਸਕਸੈਸਫੁਲ ਹੋ ਜਾਂਦਾ ਤਾਂ ਬਾਕੀ ਡਿਸਟ੍ਰਿਕਟ ਵਿੱਚ ਵੀ ਕੀਤਾ ਜਾਵੇਗਾ। ਇਸ ਵਿੱਚ ਜਿਹੜੇ ਹਸਪੀਟਲ ਹਾਲਵੇ ਜਾਂ ਵਾਰਡ ਟਰਨ ਇਨਟੂ ਦਾ ਕਲਾਸਰੂਮ ਹੋ ਜਾਣਗੇ ਤੇ ਉਹਨਾਂ ਨੂੰ ਆਲ ਨੈਸੈਸਰੀ ਇਨਫੋਰਮੇਸ਼ਨ ਦਿੱਤੀ ਜਾਏਗੀ ਹੈਲਥ ਕੇਅਰ ਲਈ। ਠੀਕ ਹੈ, ਮਤਲਬ ਪੇਸ਼ੈਂਟਸ ਨੂੰ ਦਾ ਕਲਾਸਰੂਮ ਵਿਲ ਬੀ ਅਟੈਂਡਡ ਬਾਈ ਦਾ ਪੇਸ਼ੈਂਟਸ ਓਨ ਫੈਮਿਲੀ। ਦੈਨ ਤਾਂ ਪੇਸ਼ੈਂਟ ਜਿਹੜੀ ਫੈਮਿਲੀ ਹੈ, ਕਿਉਂਕਿ ਪੇਸ਼ੈਂਟ ਦਾ ਧਿਆਨ ਕਿਹਨੇ ਰੱਖਣਾ, ਫੈਮਿਲੀ ਨੂੰ, ਤਾਂ ਫੈਮਿਲੀ ਦਾ ਹੋਣਾ ਤਾਂ ਜ਼ਰੂਰੀ ਹੈ। ਓਕੇ, ਜਿਹੜਾ ਸਟਾਫ ਹੈ ਹਸਪੀਟਲ ਦਾ ਉਹ ਟੀਚ ਕਰੇਗਾ ਫੈਮਿਲੀ ਮੈਂਬਰਸ ਨੂੰ, ਦੱਸੇਗਾ ਕਿ ਹਾਈ ਇੰਪੈਕਟ ਆਫ ਮੈਡੀਕਲ ਸਕਿਲਸ ਟੂ ਟੇਕ ਕੇਅਰ ਆਫ ਦੀ ਪੇਸ਼ੈਂਟਸ ਇਨ ਦ ਹਸਪੀਟਲ ਐਟ ਹੋਮ, ਮਤਲਬ ਕਿ ਘਰ ਵਿੱਚ ਵੀ ਤੇ ਹਸਪੀਟਲ ਵਿੱਚ ਤੁਹਾਨੂੰ ਕਿਸ ਤਰ੍ਹਾਂ ਉਹਦੀ ਦੇਖਭਾਲ ਕਰਨੀ, ਉਹਨਾਂ ਨੂੰ ਸਕਿਲਸ ਦੱਸੇਗਾ, ਮੈਡੀਕਲ ਸਕਿਲਸ ਪ੍ਰੋਵਾਈਡ ਕਰੇਗਾ ਉੱਥੇ ਦਾ ਜਿਹੜਾ ਸਟਾਫ ਹੋਏਗਾ। ਫੈਮਿਲੀ ਵਿਲ ਲਰਨ ਹਾਈ ਇੰਪੈਕਟ ਹੈਲਥ ਸਕਿਲਸ ਫॉर ਟੇਕਿੰਗ ਕੇਅਰ ਆਫ ਦੀ ਨਿਊ ਬੋਰਨ ਬੇਬੀ, ਮਤਲਬ ਕੋਈ ਜਿਹੜਾ ਨਵਾਂ ਬੱਚਾ ਹੁੰਦਾ ਉਸਨੂੰ ਕਿਸ ਤਰ੍ਹਾਂ ਆਪਾਂ ਨੇ ਟੇਕ ਕੇਅਰ ਕਰਨਾ ਹੈ। ਦੈਨ ਪੋਸਟਨੈਟਲ ਮਦਰ ਨੂੰ ਕਿਸ ਤਰ੍ਹਾਂ ਟੇਕ ਕੇਅਰ ਕਰਨਾ ਹੈ। ਤਾਂ ਉਹਨਾਂ ਨੂੰ ਇਹ ਵੀ ਦੱਸਿਆ ਜਾਏਗਾ ਸਮ ਸਪੈਸੀਫਿਕ ਡਿਸੀਜ਼ਸ ਬਾਰੇ ਕਿ ਉਸ ਲਈ ਆਪਾਂ ਕਿਸ ਤਰ੍ਹਾਂ ਕੇਅਰ ਕਰ ਸਕਦੇ ਹਾਂ, ਜਿਵੇਂ ਬੇਬੀ ਹਾਈਜੀਨ ਹੋ ਜਾਂਦਾ, ਠੀਕ ਹੈ, ਥਰਮਲ ਕੇਅਰ ਹੋ ਗਿਆ, ਬ੍ਰੈਸਟ ਫੀਡਿੰਗ ਹੋ ਗਿਆ, ਮੈਟਰਨਲ ਨਿਊਟ੍ਰੀਸ਼ਨ ਹੋ ਗਿਆ। ਓਕੇ, ਇਸ ਵਿੱਚ ਏਮ ਕੀ ਹੈ, ਤਾਂ ਕਿ ਆਪਾਂ ਜਿਹੜੀਆਂ ਡੈਥਸ ਹੁੰਦੀਆਂ, ਬੇਬੀ ਡੈਥਸ ਹੁੰਦੀਆਂ ਜਾਂ ਕੋਈ ਅਦਰ ਡਿਸੀਜ਼ਸ ਹੁੰਦੀਆਂ like infection in the first 30 days of the post discharge, ensure that ਕਿ long term health promotive behaviors ਰੱਖੇ ਜਾਣ। ਕਹਿਣ ਦਾ ਭਾਵ ਕਿ ਬੇਬੀ ਡੈਥਸ ਨੂੰ ਆਪਾਂ ਰਿਡਿਊਸ ਕਰਨਾ ਹੈ ਤੇ ਬਾਕੀ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਵੀ ਘੱਟ ਕਰਨਾ ਹੈ, ਜੋ ਸਾਨੂੰ ਅਗਲੇ ਜਦੋਂ ਡਿਸਚਾਰਜ ਕੀਤਾ ਜਾਂਦਾ, ਡਿਸਚਾਰਜ ਕਰਨ ਤੋਂ ਲੈ ਕੇ ਅਗਲੇ 30 ਦਿਨਾਂ ਤੱਕ ਜੋ ਵੀ ਬਿਮਾਰੀਆਂ ਹੁੰਦੀਆਂ ਉਸ ਬੱਚੇ ਨੂੰ ਉਸ ਤੋਂ ਬਚਾਇਆ ਜਾ ਸਕੇ। ਜਿਹੜਾ ਕੇਅਰ ਕੰਪੈਨੀਅਨ ਪ੍ਰੋਗਰਾਮ ਹੈ, ਸਟੇਟ ਗਵਰਨਮੈਂਟ ਵਿਲ ਇੰਪਰੂਵ ਦੀ ਹੈਲਥ ਸਟੇਟਸ ਇਨ ਦ ਸਟੇਟ, ਯਾਨੀ ਕਿ ਜੇ ਆਪਾਂ ਬੇਬੀ ਬਾਰੇ ਧਿਆਨ ਰੱਖ ਰਹੇ ਹਾਂ, ਉਹਦੀ ਮਦਰ ਬਾਰੇ ਧਿਆਨ ਰੱਖ ਰਹੇ ਹਾਂ, ਤਾਂ ਆਲਰੇਡੀ ਹੈ ਕਿ ਆਪਣਾ ਰੈਂਕ ਅੱਛਾ ਆਏਗਾ, ਆਪਣਾ ਡਾਟਾ ਅੱਛਾ ਆਏਗਾ, ਆਪਣਾ ਜਿਹੜੀ ਰੈਪੂਟੇਸ਼ਨ ਹੈ ਸਟੇਟ ਦੀ ਉਹ ਅੱਛੀ ਹੋਏਗੀ, ਤਾਂ ਹੈਲਥ ਸਟੇਟਸ ਬਹੁਤ ਅੱਛਾ ਹੋ ਜਾਏਗਾ। ਡਨ। ਤਾਂ ਉਸ ਤੋਂ ਬਾਅਦ ਹੀ ਆਪਾਂ ਅੱਗੇ ਗੱਲ ਕਰੀਏ, ਇਸ ਵਿੱਚ ਦਿਸ ਕੰਪੈਨੀਅਨ ਵਿਲ ਇਨਕਲੂਡ ਦੀ ਮੈਨੀ ਅਵੇਅਰ ਪ੍ਰੋਗਰਾਮਸ, ਕਾਫੀ ਅਵੇਅਰ ਪ੍ਰੋਗਰਾਮਸ ਲਾਏ ਗਏ, ਜਿਸ ਵਿੱਚ ਇਹ ਕਿਹਾ ਗਿਆ ਕਿ ਆਪਾਂ ਨੇ ਇਨਕਰੀਜ਼ ਕਰਨਾ ਹਸਪੀਟਲ ਹਾਈਜੀਨ ਨੂੰ, ਡਿਕਰੀਜ਼ ਕਰਨਾ ਪੋਸਟ ਡਿਸਚਾਰਜ ਕੰਪਲੀਕੇਸ਼ਨਸ ਨੂੰ, ਡਿਕਰੀਜ਼ ਕਰਨਾ ਬਰਡਨ ਆਫ ਰੀਐਡਮਿਸ਼ਨਸ ਨੂੰ, ਡਿਕਰੀਜ਼ ਕਰਨਾ ਨਿਊਨੈਟਲ ਮੋਰਟੈਲਿਟੀ ਨੂੰ, ਇਨਕਰੀਜ਼ ਕਰਨਾ ਪ੍ਰੋਡਕਟਿਵਿਟੀ ਆਫ ਦੀ ਨਰਸਿਸ ਨੂੰ, ਤੇ ਪੇਸ਼ੈਂਟ ਦਾ ਸੈਟੀਸਫੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਦੇਖਿਆ ਹੋਣਾ ਕਈ ਗਵਰਨਮੈਂਟ ਹਸਪੀਟਲ ਵਿੱਚ ਪੇਸ਼ੈਂਟ ਦਾ ਸੈਟਿਸਫਾਈ ਨਹੀਂ ਹੁੰਦੇ ਪੇਸ਼ੈਂਟ ਦੈਨ ਪੂਰੀ ਤਰ੍ਹਾਂ, ਤਾਂ ਉਹਨਾਂ ਨੂੰ ਸੈਟਿਸਫਾਈ ਕਰਨਾ ਜ਼ਰੂਰੀ ਹੈ, ਇਸ ਲਈ ਇਹ ਕੇਅਰ ਕੰਪਨੀ ਪ੍ਰੋਗਰਾਮ ਲਿਆਂਦਾ ਗਿਆ। ਵੈਸੇ ਦੇਖਿਆ ਜਾਵੇ ਤਾਂ ਬਹੁਤ ਅੱਛੀ ਇਨੀਸ਼ੀਏਟਿਵ ਹੈ ਪੰਜਾਬ ਗਵਰਨਮੈਂਟ ਵੱਲੋਂ। ਦੈਨ केयर कंपनी प्रोग्राम इज द फ्री है, कोई पैसे नहीं है। डन। हॉस्पिटल एजुकेशन कम ट्रेनिंग प्रोग्राम फॉर पेशेंट्स फैमिली मेंबर्स, दिस program is being developed by the direct response to the needs of the patient and recognize the patient's family members and untapped existing patients। डन। ਉਸ ਤੋਂ ਬਾਅਦ ਹੁਣ ਆਪਾਂ ਆਪਣੀ ਤੀਜੀ ਸਕੀਮ ਤੇ ਆ ਜਾਂਦੇ ਹਾਂ। ਇਸ ਵਿੱਚ ਤੁਹਾਨੂੰ ਇੱਕ ਐਨਜੀਓ ਜ਼ਰੂਰ ਯਾਦ ਰੱਖਣਾ ਕਿ ਐਨਜੀਓ ਦਾ ਨੇਮ ਕੀ ਸੀ। ਤਾਂ ਜੇ ਤੁਹਾਨੂੰ ਹੁਣ ਤੱਕ ਪੜ੍ਹਿਆ ਤੁਹਾਨੂੰ ਪਤਾ ਹੋਏਗਾ ਕਿ ਐਨਜੀਓ ਦਾ ਨੇਮ ਕੀ ਸੀ ਜਿਸ ਨਾਲ ਉਹਨਾਂ ਨੇ ਐਮਯੂ ਸਾਈਨ ਕੀਤਾ। ਅਗਲੀ ਸਕੀਮ ਦੇਖੋ, ਪੰਜਾਬ ਬਾਡੀ ਡਰਗ ਇਰਾਡੀਕੇਸ਼ਨ ਪ੍ਰੋਗਰਾਮ, यानी कि अपने नशे तो आज़ादी चाहिए, उस लिए स्कीम लियाई गई, उस लिए प्रोग्राम लिया गया ताकि अपने जो ड्रग एडिक्शन उसको बचाया जा सके। तो पंजाब गवर्नमेंट ने लॉन्च किया किस नाम तो बड़ी ड्रग इराडिकेशन प्रोग्राम, यानी कि BDEP। ठीक है, इस नाम तो उन्होंने स्कीम या प्रोग्राम लॉन्च किया। इसमें एक शॉर्ट फॉर्म किया जाता है नशे तो आज़ादी कैंपेन। इस की किया जाएगा, यूथ विल एक्ट एज द कैटलिस्ट टू कर्ब ड्रग एडिक्शन फ्रॉम द स्टेट। all the students will be given the education, उन्होंने एजुकेशन दी जाएगी स्टूडेंट्स ਨੂੰ ड्रग ऊपर। डन। at the school level so they can stay away from the addiction of the drugs। ਸਕੂਲ ਟੀਚਰਸ ਨੂੰ ਪੇਰੈਂਟਸ ਨੂੰ ਮਾਫ ਕਰਨਾ will act as the buddies, ਜਿਹੜੇ ਪੇਰੈਂਟਸ ਹੋਣਗੇ ਟੀਚਰਸ ਹੋਣਗੇ ਸਕੂਲ ਦੇ, ਜਿਹੜੇ ਮਤਲਬ ਸਕੂਲ ਦੇ ਜਿਹੜੇ ਟੀਚਰਸ ਹੋਣਗੇ ਪੇਰੈਂਟਸ ਹੋਣਗੇ ਉਹ ਬਡੀਜ਼ ਕਹਾਏ ਜਾਣਗੇ, ਤਾਂ ਹੀ ਇਹਨਾਂ ਨੇ ਨਾਮ ਰੱਖਿਆ ਪੰਜਾਬ ਬਾਡੀ ਡਰਗ ਇਰਾਡੀਕੇਸ਼ਨ ਪ੍ਰੋਗਰਾਮ। ਡਨ। to all the children, show them at the right way to lead the healthy and better life। ठीक है। Under body drug eradication program, every education institution is being directed to form a body group। body group बनाया जाए from 6th standard onwards। is the aim की होएगा giving push to make the state free of drug abuse and making the vulnerable group of the youngsters aware about it। then every body group ਦਾ ਜਿਹੜੀ age मतलब कि age नहीं मतलब जिन्हों ਦਾ हरेक हफ्ते ਵਿੱਚ ਸਮਾਂ ਰੱਖਿਆ ਜਾਏਗਾ ਕਿ ਜਿਸ ਵਿੱਚ ਆਪਾਂ ਐਜੂਕੇਟ ਕਰਾਂਗੇ ਉਹ 30 ਤੋਂ 40 ਮਿੰਟਸ ਹੋਏਗਾ ਐਵਰੀ ਵੀਕ। ਠੀਕ ਹੈ, ਕੈਂਪੇਨ ਚਲਾਇਆ ਜਾਏਗਾ ਅਗੇਂਸਟ ਦੀ ਡਰੱਗਸ। ਠੀਕ ਹੈ, ਗਰੁੱਪ ਵਿੱਚ ਇਹ ਸਟੂਡੈਂਟਸ ਹੀ ਹੋਣਗੇ। ਓਕੇ, ਇਹਦੇ ਕੁਝ ਹੋਰ ਫੀਚਰਸ ਦੇਖ ਲਓ। ਫਰੋਮ 6th ਸਟੈਂਡਰਡ onward every education institute will form a body group। then the group will comprise to 3 ਤੋਂ 5 ਸਟੂਡੈਂਟਸ ਦਾ ਹੋਏਗਾ। class teachers will act as the senior body। ਓਕੇ, ਜਿਹੜਾ ਪ੍ਰਿੰਸੀਪਲ ਇੰਸਟੀਚਿਊਟ ਹੈ would be super body ਹੋਏਗਾ। then
ਤਾਂ ਦੇ ਵੁਡ ਓਵਰਸੀ ਆਲ ਦ ਐਕਟੀਵਿਟੀਜ਼ ਦੇਖੇਗਾ ਉਹ, ਤੇ ਦਾ ਬੜੀ ਗਰੁੱਪ ਵਿਲ ਡਿਵੋਟ 30 to 40 minutes every week to copy drug abuse. As per the official report, children in the adolescent age ਜਿਹੜੇ ਬੱਚੇ ਹੁੰਦੇ ਆ ਬਿਟਵੀਨ 18 ਤੋਂ 25 ਆਰ ਮੋਸਟ ਵਨਰੇਬਲ, ਸਭ ਤੋਂ ਜ਼ਿਆਦਾ ਇਹੀ ਸਭ ਤੋਂ ਜ਼ਿਆਦਾ ਵਨਰੇਬਲ ਕਹਾਏ ਜਾਂਦੇ ਆ। ਠੀਕ ਹੈ, 18 ਤੋਂ ਤਾਂ ਜੇ ਆਪਾਂ ਗੱਲ ਕਰੀਏ ਤਾਂ ਸਟੂਡੈਂਟਸ ਹੀ ਹੋਏ ਕਿਤੇ ਨਾ ਦੈਨ ਜ਼ਿਆਦਾਤਰ ਤਾਂ ਬੜੀ ਪ੍ਰੋਗਰਾਮ ਵਿਲ laying emphasis on the students as part of which a group of 3 to 5 students of same section batch will be formed. But a group will monitor, motivate and will take care moral responsibility for each other, ensure mutual safety and empowerment. Then यानी कि 18 ਤੋਂ 25 ਸਾਲ ਦੀ ਉਮਰ ਵਾਲੇ ਦੇਖੇ ਜਾਂਦੇ ਨੇ, ਤਾਂ ਮਤਲਬ ਕਿ ਉਰੇ ਉਹ ਇਸਦਾ ਸ਼ਿਕਾਰ ਹੁੰਦੇ ਨੇ, ਯਾਨੀ ਕਿ ਉਹਨਾਂ ਦਾ ਜਿਹੜਾ ਪ੍ਰੋਸੈਸ ਹੈ ਉਹ 15 ਤੋਂ 16 ਸਾਲ ਦੀ ਉਮਰ 'ਚ ਸਟਾਰਟ ਹੋ ਜਾਂਦਾ ਹੈ। ਇਸ ਕਰਕੇ ਐਡੋਲਸੈਂਟ ਏਜ ਤਾਂ ਉਸ ਲਈ ਇਹਨਾਂ ਨੇ ਸਕੂਲ ਤੋਂ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਾ ਗਰੁੱਪ ਵਿਲ ਡਿਸਕਸ ਕੀ ਕਰੇਗਾ, ਹਾਰਮੋਨਲ ਇਫੈਕਟਸ ਔਨ ਟਾਈਮਲੀ ਬੇਸਿਸ, ਆਈਡੈਂਟੀਫਾਈ ਦੀ ਸਾਇੰਸ ਔਰ ਡਰਗ ਅਬਿਊਜ਼, encourage the students not to indulge in drug abuse. ਬੜੇ ਗਰੁੱਪ ਵਿਲ ਮੇਕ ਦੀ ਪੰਜਾਬ ਡਰਗ ਫ੍ਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਤੇ ਹਰੇਕ ਯੂਥ ਨੂੰ ਇਨਵਾਈਟ ਕੀਤਾ ਜਾਏਗਾ ਤਾਂ ਕਿ ਉਹ ਕੰਟਰੀਬਿਊਟ ਕਰਨ ਜਨਰੇਸ਼ਨਲੀ ਟੂ ਸੱਚ ਅ ਨੋਬਲ ਕੋਜ਼। ਡਰਗ ਅਬਿਊਜ਼ ਦਾ ਮੇਜਰ ਪ੍ਰੋਬਲਮ ਇਨ ਦਾ ਪੰਜਾਬ, ਪਤਾ ਹੀ ਹੈ ਤੁਹਾਨੂੰ, ਸਫਰਿੰਗ ਕ੍ਰੋਸ ਬੋਰਡਰ ਜਿਹੜਾ ਡਰਗ ਆਉਂਦਾ ਆਪਣੇ ਕੋਲ, ਟ੍ਰੈਫਿਕਿੰਗ, ਮੇਕਿੰਗ ਮੋਰ ਅਡਲਟਸ ਪ੍ਰੋਨ ਟੂ ਦਾ ਸੱਚ ਡਰਗਸ। ਡਰਗਸ ਰਿਊਨ ਦੀ ਲਾਈਫ ਆਫ ਦੀ ਡਰਗ, ਯਾਨੀ ਕਿ ਯੂਥ ਦੀ ਲਾਈਫ ਨੂੰ ਖਰਾਬ ਕਰਦਾ ਹੈ, ਇਕੋਨਮੀ ਨੂੰ ਤਾਂ ਖਰਾਬ ਕਰਦਾ ਹੀ ਕਰਦਾ ਹੈ, ਕਿਉਂਕਿ ਉਹਨਾਂ ਕੋਲ ਯੂਥ ਹੀ ਨਹੀਂ ਹੈ, ਸਟੇਟ ਕੋਲ ਯੂਥ ਨਹੀਂ ਹੋਏਗਾ ਤਾਂ ਉਹ ਕੰਮ ਕਿਵੇਂ ਕਰਨਗੇ। ਓਕੇ, ਸੋ ਇਹ ਸੀ ਸਕੀਮ ਆਪਣੀ, ਕਿਹੜੀ ਸਕੀਮ ਸੀ ਆਪਣੀ ਦੱਸੋ, ਕੀ ਨਾਮ ਸੀ, ਤੁਹਾਨੂੰ ਯਾਦ ਰਹੇਗਾ ਨਾਮ ਹਮੇਸ਼ਾ, ਪੰਜਾਬ ਬੜੀ ਡਰਗ ਇਰਾਡੀਕੇਸ਼ਨ ਪ੍ਰੋਗਰਾਮ, BBD। ਠੀਕ ਹੈ, ਉਸ ਤੋਂ ਬਾਅਦ ਆਪਣੀ ਅਗਲੀ ਸਕੀਮ ਦੇਖੋ, ਮਾਫ ਕਰਨਾ, ਅਗਲੀ ਸਕੀਮ ਹੈ ਪੰਜਾਬ ਗਵਰਨਮੈਂਟ ਪਲਾਨ ਟੂ ਡਬਲ ਦੀ ਫਰੀडम ਫਾਈਟਰਸ ਪੈਨਸ਼ਨ 50,000 ਪਰ ਮੰਥ। ਜਿਹੜੇ ਫਰੀडम ਫਾਈਟਰਸ ਹੈ ਉਹਨਾਂ ਦੀ ਜਿਹੜੀ ਪੈਨਸ਼ਨ ਹੈ 15,000 ਕਰਨ ਦੀ ਇਹਨਾਂ ਨੇ ਗੱਲ ਕੀਤੀ ਹੈ। ਤਾਂ ਇਸ ਵਿੱਚ ਉਹਨਾਂ ਨੇ ਪਲੈਨਿੰਗ ਕੀਤੀ ਹੈ ਕਿ ਆਪਾਂ ਜਿਹੜੇ ਫਰੀडम ਫਾਈਟਰਸ ਹੈ ਉਹਨਾਂ ਦੀ ਤਨਖਾਹ ਕਹਿ ਗਿਆ, ਮਾਫ ਕਰਨਾ, ਪੈਨਸ਼ਨ ਜਿਹੜੀ 15,000 ਪਰ ਮੰਥ ਕਰ ਦੀ ਹੈ। ਤਾਂ ਸਟੇਟ ਫਰੀडम ਫਾਈਟਰ ਵੈਲਫੇਅਰ ਡਿਪਾਰਟਮੈਂਟ ਜਿਹੜਾ ਹੈ ਉਹ ਉਹਨਾਂ ਨੇ ਪ੍ਰਪੋਜ਼ਲ ਰੱਖਿਆ ਫਾਈਨੈਂਸ ਡਿਪਾਰਟਮੈਂਟ ਅੱਗੇ ਤਾਂ ਕਿ ਇਹਨੂੰ ਅਪਰੂਵ ਕੀਤਾ ਜਾ ਸਕੇ। ਆਫਟਰ ਦੀ ਅਪਰੂਵਲ ਦਾ ਮੰਥਲੀ ਪੈਨਸ਼ਨ ਜਿਹੜੀ ਹੋਏਗੀ ਉਹ 1199 ਫਰੀडम ਫਾਈਟਰਸ ਦੀ, ਜਿਹੜੀ ਟੋਟਲ ਕਿੰਨੇ ਆਪਣੇ ਫਰੀडम ਫਾਈਟਰਸ ਪੰਜਾਬ ਦੇ 1199, ਯਾਨੀ ਕਿ ਲਗਭਗ 1200 ਜਿਹੜੇ ਫਰੀडम ਫਾਈਟਰਸ ਹੈ ਐਂਡ ਦੇਰੇ ਡਿਪੈਂਡੈਂਟਸ, ਯਾਨੀ ਕਿ ਜਿਨ੍ਹਾਂ ਦੀ ਫਰੀडम ਫਾਈਟਰ ਡੈਥ ਹੋ ਚੁੱਕੀ ਹੈ, ਠੀਕ ਹੈ, ਉਹਨਾਂ ਦੇ ਜਿਹੜੇ ਡਿਪੈਂਡੈਂਟ ਸੀ, ਜਿਹੜੀ ਉਹਨਾਂ ਦੀ ਫੈਮਿਲੀ ਸੀ, ਉਹਨਾਂ ਦੀ ਜਿਹੜੀ ਪੈਨਸ਼ਨ ਹੈ ਫਿਲਹਾਲ ਕਰੰਟ 7500 ਰੁਪਏ ਮਿਲਦੀ ਹੈ ਉਹਨਾਂ ਨੂੰ ਮੰਥਲੀ। ਹੁਣ ਉਹਨਾਂ ਦੀ ਜਿਹੜੀ ਮੰਥਲੀ ਪੈਨਸ਼ਨ ਹੈ ਪਹਿਲੇ ਵੀ ਇਸ ਨੂੰ ਇੱਕ ਵਾਰੀ ਵਧਾ ਚੁੱਕੇ ਹਾਂ, 2013 ਦੇ ਮੁਤਾਬਿਕ ਆਪਾਂ ਇਹਨੂੰ 5,000 ਤੋਂ 7500 ਕਰ ਚੁੱਕੇ ਹਾਂ। ਹੁਣ ਟਾਈਮ ਆ ਗਿਆ ਕਿ ਉਹਨੂੰ ਡਬਲ ਕਰ ਦਿੱਤਾ ਜਾਵੇ, ਕਿਉਂਕਿ ਮਹਿੰਗਾਈ ਵੀ ਵਧ ਰਹੀ ਹੈ ਤਾਂ ਉਹਨਾਂ ਦਾ ਫੈਮਿਲੀ ਦਾ ਖਰਚਾ ਵੀ ਵੱਧ ਜਾਂਦਾ ਹੈ। ਈਵਨ ਦਾ ਸੈਂਟਰ ਗਵਰਨਮੈਂਟ is providing more pension to the freedom fighters, so the department is मतलब कि सेंटर गवर्नमेंट भी प्रोवाइड करता ਹੁੰਦਾ, यानी सेंटर गवर्नमेंट भी ਜਿਹੜੇ freedom fighters ਆ ਉਹਨਾਂ ਨੂੰ ਪ੍ਰੋਵਾਈਡ ਸਗੋਂ ਇਸ ਨਾਲੋਂ ਜ਼ਿਆਦਾ ਕਰਦਾ ਹੈ। ਠੀਕ ਹੈ, ਤੇ ਫਿਰ ਆਪਣੇ ਪੰਜਾਬ ਨੂੰ ਵੀ ਲੱਗਿਆ ਕਿ ਸਾਨੂੰ ਵੀ ਪ੍ਰੋਵਾਈਡ ਕਰਨਾ ਚਾਹੀਦਾ ਹੈ। ਤਾਂ ਇਹਨਾਂ ਨੇ ਆਪਣਾ ਇਨੀਸ਼ੀਏਟਿਵ ਸਟਾਰਟ ਕੀਤਾ, ਤਾਂ ਇਨਕਰੀਜ਼ਿੰਗ ਮੰਥਲੀ ਪੈਨਸ਼ਨ ਆਫ ਫਰੀडम ਫਾਈਟਰਸ ਹੁਣ 7500 ਤੋਂ 15,000 ਰੁਪਏ ਕਰ ਦਿੱਤੀ ਗਈ ਹੈ। ਡਨ, ਜੋ ਆਲਰੇਡੀ ਲੌਂਗ ਟਰਮ ਡਿਮਾਂਡ ਚੱਲ ਹੀ ਰਹੀ ਸੀ ਪੈਨਸ਼ਨਾਂ, ਮਤਲਬ ਜਿਹੜੇ ਫਰੀडम ਫਾਈਟਰਸ ਹੈ ਉਹਨਾਂ ਵੱਲੋਂ। The state government has forwarded this proposal to finance department for approval. The need for step is felt as center government is providing more amount monthly pension under this स्वतंत्र सैनिक सम्मान योजना, यानी कि सेंटर गवर्नमेंट इस मतलब की ਜਿਹੜੀ ਸਕੀਮ ਹੈ, ਜਿਹੜੀ ਯੋਜਨਾ ਹੈ, ਇਸ ਅਧੀਨ ਤੇ ਉਹ ਦੇ ਹੀ ਰਹੀ ਸੀ ਆਲਰੇਡੀ। ਦਨ ਆਲਰੇਡੀ ਕਿੰਨਾ ਦੇ ਰਹੀ ਸੀ, 30,900 ਰੁਪਏ ਪੈਨਸ਼ਨ ਹਰੇਕ ਐਕਸ ਅੰਡਰਮਾਨ ਪੋਲੀਟੀਕਲ ਪੈਨਸ਼ਨਰ ਔਰ ਸਪਾਊਸਸ ਨੂੰ ਮਿਲ ਰਿਹਾ ਸੀ। ਦਨ ਤੇ ਇਹ ਤੁਹਾਨੂੰ ਮੈਂ ਇਹ ਦੱਸ ਰਿਹਾ ਕਿ ਇਸ ਸਕੀਮ ਦੇ ਤਹਿਤ ਸੈਂਟਰ ਦੀ ਜਿਹੜੀ ਸਕੀਮ ਚੱਲ ਰਹੀ ਹੈ ਸੁਤੰਤਰਾ ਸੈਨਿਕ ਸਨਮਾਨ ਯੋਜਨਾ, ਉਸ ਵਿੱਚ 30,900 ਰੁਪਇਆ ਪਰ ਮੰਥ ਪੈਨਸ਼ਨ ਮਿਲਦੀ ਹੈ ਜੋ ਅੰਡੇਮਾਨ ਪੋਲੀਟੀਕਲ ਪ੍ਰਿਜ਼ਨਰਸ ਹਨ ਉਹਨਾਂ ਨੂੰ। ਦੈਨ ਉਸ ਤੋਂ ਬਾਅਦ 2840 ਜਿਹੜੇ ਪਰ ਮੰਥ ਫਰੀडम ਫਾਈਟਰਸ ਨੂੰ ਮਿਲਦਾ ਜੋ ਸਫੜ ਹੋਏ ਨੇ ਕਿਤੋਂ, ਬ੍ਰਿਟਿਸ਼ ਇੰਡੀਆ ਤੋਂ ਜਾਂ ਉਹਨਾਂ ਦੇ ਸਪਾਊਸਿਸ ਤੋਂ, ਠੀਕ ਹੈ, ਜਾਂ ਉਹਨਾਂ ਦੀ ਸਪਾਊਸਿਸ ਜਿਹੜੀਆਂ ਜਾਂ ਉਹ ਸਫੜ ਹੋਈਆਂ ਨੇ ਆਊਟਸਾਈਡ ਦਾ ਬ੍ਰਿਟਿਸ਼ ਇੰਡੀਆ। ਦੈਨ 26,780 ਜਿਹੜੇ ਅਦਰ ਫਰੀडम ਫਾਈਟਰਸ ਹੈ ਉਹ ਸਪਾਊਸਿਸ ਹੈ include the Indian National Army, ਉਹਨਾਂ ਨੂੰ ਦਿੱਤੀ ਜਾਏਗੀ। Moreover, under the central government pension scheme, dependent parents or eligible daughters, maximum 3 daughters are also paid 50% of sum of the total monthly pension, which would have to be given to the freedom fighter that between 13,390 to 15,450. Then, ਉਸ ਤੋਂ ਬਾਅਦ ਸੈਂਟਰ ਗਵਰਨਮੈਂਟ ਆਲਸੋ ਪ੍ਰੋਵਾਈਡ, ਹੋਰ ਕੀ ਪ੍ਰੋਵਾਈਡ ਕਰ ਰਹੀ ਹੈ, ਫ੍ਰੀ ਰੇਲਵੇ ਪਾਸਿਸ ਇਹਨਾਂ ਫਰੀडम ਫਾਈਟਰਸ ਨੂੰ, ਇਹਨਾਂ ਦੇ ਸਪਾਊਸਿਸ ਨੂੰ। ਦੈਨ ਤੇ ਲਾਈਫ ਟਾਈਮ ਲਈ, ਓਕੇ, ਤਾਂ ਕਿ ਉਹ ਈਜ਼ੀਲੀ ਟਰੈਵਲ ਕਰ ਸਕਣ ਕਿਸੇ ਵੀ ਕੰਟਰੀ, ਮਤਲਬ ਕਿ ਉਹਨਾਂ ਨੇ ਕਿਸੇ ਵੀ ਥਾਂ 'ਤੇ ਜਾ ਸਕਦੇ ਨੇ ਦੈਨ ਆਪਣੀ ਇੰਟਾਇਰ ਲਾਈਫ ਵਿੱਚ।
ਤਾਂ ਉਹਨਾਂ ਨੂੰ ਫ੍ਰੀ ਮੈਡੀਕਲ ਅਸਿਸਟੈਂਸ ਵੀ ਦਿੱਤਾ ਜਾਂਦਾ ਹੈ। ਇਸ ਸਕੀਮ ਦੇ ਆਧਾਰ ਤੇ ਜੋ ਸੈਂਟਰ ਗਵਰਨਮੈਂਟ ਵੱਲੋਂ ਚੱਲ ਰਹੀ ਹੈ, ਪੰਜਾਬ ਦਾ ਤਾਂ ਚਲੋ ਉਹਨਾਂ ਨੇ 15,000 ਕੀਤਾ ਹੀ ਕੀਤਾ, ਸੈਂਟਰ ਗਵਰਨਮੈਂਟ ਵੱਲੋਂ ਕਿਸ ਤਰ੍ਹਾਂ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਉਹਨਾਂ ਦੀ ਗੱਲ ਕਰ ਰਹੇ ਹਾਂ। ਹੁਣ ਉਸ ਤੋਂ ਬਾਅਦ ਜੇ ਆਪਾਂ ਅੱਗੇ ਦੇਖੀਏ, free treatment is also provided at any hospital run by the public sector undertaking. Free treatment is applicable to hospitals under the control of Department of Public Enterprises to the freedom fighters and their dependents. Freedom fighters are also allowed to avail a telephone connection without an installation charges at only paying half of the rental amount. Done? ਇਹ ਜਿਹੜੇ ਆਪਣੀਆਂ ਫੀਚਰ ਸੀ ਇਹ ਸਾਰੇ ਇਸ ਦੇ ਆਧਾਰ ਤੇ ਸੀ, ਜਿਹੜੀ ਸੈਂਟਰ ਦੀ ਸਕੀਮ ਚੱਲ ਰਹੀ ਹੈ ਸੁਤੰਤਰ ਸੈਨਿਕ ਸਨਮਾਨ ਯੋਜਨਾ, ਇਹ ਇਸ ਆਧਾਰ ਤੇ ਪੇ ਕਰ ਰਹੀ ਸੀ। ਤਾਂ ਜਿਹੜੇ ਪੰਜਾਬ ਦੇ ਨੇ, ਜੋ ਪੰਜਾਬ ਦੇ ਵਾਸੀ ਸੀ, ਜੋ ਪੰਜਾਬ ਦੇ ਵਾਸੀ ਵਿੱਚ ਮਤਲਬ ਇਹਨਾਂ ਨੇ ਆਪਣਾ ਪੂਰਾ ਯੋਗਦਾਨ ਕੀਤਾ ਸਰ, ਮਤਲਬ ਕਿ ਸਪੋਜ਼ ਕਰੋ ਆਪਣੇ ਪੰਜਾਬ ਵਿੱਚ ਕੁਝ ਮੂਵਮੈਂਟਸ ਚਲਾਈਆਂ, ਤਾਂ ਉਹਨਾਂ ਮੂਵਮੈਂਟਸ ਦੇ ਉੱਪਰ ਜਿਹੜੇ ਫਰੀਡਮ ਫਾਈਟਰਸ ਸਨ, ਜਿਵੇਂ ਕਾਫੀ ਬੰਦੇ ਹੋਏ ਨੇ ਆਪਣੀ ਹਿਸਟਰੀ ਵਿੱਚ, ਤਾਂ ਉਹਨਾਂ ਲੋਕਾਂ ਦੇ ਜਿਹੜੇ ਫੈਮਿਲੀ ਮੈਂਬਰਸ ਨੇ, ਜੇ ਉਹ ਆਪ ਨਹੀਂ ਰਹੇ, ਜੇ ਉਹ ਆਪ ਹੈਗੇ, ਤਾਂ ਉਹਨਾਂ ਨੂੰ ਮਤਲਬ ਕਿ ਪੈਨਸ਼ਨ ਵਧਾਉਣ ਦੀ ਗੱਲ ਆਖੀ ਗਈ ਹੈ ਕਿ 7500 ਤੋਂ 15,000 ਰੁਪਇਆ ਕਰ ਦਿੱਤਾ ਜਾਵੇ। ਡਨ। ਸੋ ਇਸ ਸਕੀਮ ਕੁਝ ਅੱਜ ਆਪਣੀ, ਤਾਂ ਆਪਣਾ ਇੱਕ ਲਾਸਟ ਸੈਸ਼ਨ ਰਹਿ ਗਿਆ ਜੋ ਆਪਾਂ ਨੈਕਸਟ ਲੈਕਚਰ 'ਚ ਦੇਖਾਂਗੇ, ਤਾਂ ਉਸ ਵਿੱਚ ਵੀ ਆਪਾਂ ਕੁਝ ਸਕੀਮਸ ਡਿਸਕਸ ਕਰਾਂਗੇ। ਸੋ ਥੈਂਕ ਯੂ ਵੈਰੀ ਮਚ, ਟੇਕ ਕੇਅਰ।